ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਜਗਜੀਤ ਸਿੰਘ ਬੇਸਿਕਲੀ ਵੈਂਕੂਵਰ ਤੋਂ, ਪਰ ਅੱਜ ਮੈਂ ਪ੍ਰੋਗਰਾਮ ਜਲੰਧਰ ਤੋਂ ਕਰ ਰਿਹਾ, ਪੰਜਾਬ ਤੋਂ। ਮੈਂ ਥੋੜਾ ਜਿਹਾ, ਮੇਰੀ ਗਲਾ ਖਰਾਬ ਹੈ, ਮੇਰੀ ਬੈਕਅਪ ਡਾਕਟਰ ਕਾਲਾ ਸਿੰਘ ਕਰਨਗੇ ਜੇ ਮੈਨੂੰ ਕੋਈ ਪ੍ਰੋਬਲਮ ਆ ਜਾਏ ਤਾਂ। ਹੀ ਵਿਲ ਬੀ ਮੋਡਰੇਟਿੰਗ ਇਟ। ਤੋ ਗਲੋਬਲ ਸਿੱਖ ਕੌਂਸਲ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਐਂਡ ਵੈਲਕਮ ਟੂ ਅਵਰ ਸੈਮੀਨਾਰ, ਜਿਹਦੇ ਵਿੱਚ ਅਸੀਂ ਬੜਾ ਇੱਕ ਇੰਪੋਰਟੈਂਟ ਇਸ਼ੂ ਡਿਸਕਸ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਦੇ ਐਕਸਪਲੇਨ ਕਰਨ ਦੇ ਜਾਂ ਕਮਿਊਨੀਕੇਟ ਕਰਨ ਦੇ ਜਾਂ ਉਹਨੂੰ ਪ੍ਰਚਾਰ ਕਰਨ ਦੇ ਕਿਹੜੇ ਸਾਧਨ ਸਾਨੂੰ ਯੂਜ਼ ਕਰਨੇ ਚਾਹੀਦੇ ਆ ਔਰ ਕਿਸ ਹਿਸਾਬ ਨਾਲ ਕਰਨੇ ਚਾਹੀਦੇ ਆ। ਸੋ ਐਜ਼ ਪਰ ਅਸੀਂ ਸਾਡੇ ਜਿਹੜੀ ਆ ਅਰਦਾਸ ਨਾਲ ਸ਼ੁਰੂ ਕਰਦੇ ਹਾਂ। ਬੀਬੀ ਮਨਦੀਪ ਕੌਰ ਜੀ ਅਰਦਾਸ ਕਰਨ, ਸਾਰੇ ਜਣੇ ਰਲ ਕੇ ਸ਼ਬਦ ਪੜ੍ਹੀਏ ਤਾਂ ਕਿ ਸਭ ਜਣੇ ਨਾਲ ਐਸੋਸੀਏਟ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਨਾਮ ਦਿਵਾਇਓ, ਕਰ ਕਿਰਪਾ ਨਾਮ ਦਿਵਾਇਓ, ਸਰਬ ਸੁਖ ਹਰਿ ਨਾਮ ਵਡਾਈ, ਸਰਬ ਸੁਖ ਹਰਿ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਰਿਕੁਐਸਟ ਕਰਦਾ ਡਾਕਟਰ ਜਸਵੰਤ ਸਿੰਘ ਜੀ ਨੂੰ ਫਰੋਮ ਫੀਨਿਕਸ ਤੇ ਗਲੋਬਲ ਸਿੱਖ ਕੌਂਸਲ ਬਾਰੇ ਕੁਝ ਵਰਡਸ ਕਹਿਣ ਤੇ ਵੈਲਕਮ ਕਰਨ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੇਰਾ ਬੜਾ ਸ਼ੁਭ ਭਾਗ ਹੈ ਕਿ ਮੈਨੂੰ ਆਖਿਆ ਗਿਆ ਹੈ ਕਿ ਥੋੜਾ ਜਿਹਾ ਵੈਲਕਮ ਤੇ ਜੋ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਬਾਰੇ ਦੱਸਿਆ ਜਾਵੇ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਜਿਹੜੇ ਇੱਥੇ ਹੈਗੇ ਹੋ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਕਿ ਤੁਸੀਂ ਟਾਈਮ ਕੱਢ ਕੇ ਇਹਦੇ ਵਿੱਚ ਆਏ ਹੋ। ਇਹ ਜਿਹੜਾ ਟੌਪਿਕ ਅੱਜ ਦਾ ਡਿਸਕਸ ਕੀਤਾ ਜਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪ੍ਰਚਾਰਨ ਦੇ ਪ੍ਰਭਾਵਸ਼ਾਲੀ ਢੰਗ, ਉਹਦੇ ਬਾਰੇ ਮੈਂ ਆਪ ਤੇ ਖੈਰ ਕੀ ਕਹਾਂ ਬੜਾ ਕਲੀਅਰ ਹੈ, ਪਰ ਮੈਂ ਕੋਟ ਕਰਨਾ ਚਾਹੁੰਦਾ ਪਰਲਸ ਬਕ ਨੂੰ, ਜਿਹੜੀ ਕਿ ਜਿਹਨੂੰ ਕਿ ਮੁਲਾਕਾਤ ਹੋਈ ਸੀਗੀ। ਸ਼ੀ ਵਾਜ਼ ਏ ਨੋਬਲ ਲੌਰੀਏਟ, ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਸੀਗਾ। ਅਮਰੀਕਨ ਸੀਗੀ ਪਰ ਜ਼ਿੰਦਗੀ ਦਾ ਬਹੁਤ ਟਾਈਮ ਉਹਨੇ ਚਾਈਨਾ 'ਚ ਕੱਢਿਆ ਸੀਗਾ। ਤੇ ਜਦੋਂ ਉਹ ਇੰਡੀਆ 'ਚ ਗਈ 1962 ਤੇ ਉਹਨਾਂ ਦਿਨਾਂ ਵਿੱਚ ਹੀ ਡਾਕਟਰ ਗੋਪਾਲ ਸਿੰਘ, ਜਿਹੜੇ ਕਿ ਕਿਸੇ ਜ਼ਮਾਨੇ ਗਵਰਨਰ ਰਹਿ ਚੁੱਕੇ ਸੀਗੇ ਗੋਆ ਦੇ, ਫਿਰ ਨਾਗਾਲੈਂਡ ਦੇ, ਤੇ ਉਦੋਂ ਬਾਅਦ ਉਹ ਰਾਜ ਸਭਾ ਦੇ ਮੈਂਬਰ ਸੀਗੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੜੀ ਜ਼ਬਰਦਸਤ ਵਧੀਆ ਇੰਗਲਿਸ਼ ਟਰਾਂਸਲੇਸ਼ਨ ਕੀਤੀ ਸੀਗੀ ਤੇ ਇਹ ਜਿਹੜੀਆਂ ਉਹਦੀਆਂ ਵੋਲਿਊਮ ਸੀਗੀਆਂ ਪਰਲਸ ਬਕ ਨੇ ਨੂੰ ਪੇਸ਼ ਕੀਤੀਆਂ ਗਈਆਂ ਉਹਦੇ ਵਜੋਂ ਜਿਹੜਾ ਡਾਕਟਰ ਗੋਪਾਲ ਸਿੰਘ ਸੀਗਾ। ਤੇ ਜਦੋਂ ਉਹਨੇ ਇਹ ਕਿਤਾਬ ਪੜ੍ਹੀ ਤੇ ਉਹ ਕਹਿੰਦੀ ਹੈ ਕਿ ਆਈ ਹੈਵ ਸਟੱਡੀਡ ਦੀ ਸਕ੍ਰਿਪਚਰਸ ਅਦਰ ਗ੍ਰੇਟ ਰਿਲੀਜਨ but I do not find elsewhere the same power of appeal to the heart and mind as I find in these volumes. It is revelation of vast reach of human heart from the most noble concept of human mind. फिर वो जाके कहती है कि it's a source book, it's an expression of man's loneliness, his cry to God and his hunger for communication with the being. ਬੜੀਆਂ ਕਹਿੰਦੀ ਮੈਂ ਕਿਤਾਬਾਂ ਪੜ੍ਹੀਆਂ ਪਰ ਇਹੋ ਜਿਹੀ ਗੱਲ ਮੈਨੂੰ ਕਿਤੇ ਨਹੀਂ ਲੱਭੀ। ਤੇ ਬਾਅਦ 'ਚ ਉਹਨੇ ਕਿਹਾ ਕਿ there is something strangely modern about this scripture. It speaks to the person of any religion or none, the speaker for the human mind and the
सर्चिंग ऑफ द माइंड इज व्हाट दिस टॉक्स अबाउट। ਤੇ ਇੱਕ ਹੋਰ ਬੰਦਾ ਜਿਹੜਾ ਬੜਾ ਮਸ਼ਹੂਰ ਹੋਇਆ ਸਾਇੰਟਿਸਟ ਵੀ ਤੇ ਰਾਈਟਰ ਵੀ ਬਰਟਰੈਂਡ ਰਸਲ, ਉਹ ਕੰਪਲੇਨ ਕਰ ਰਿਹਾ ਹੈ ਸਿੱਖਾਂ ਨੂੰ ਕਿ ਸਿੱਖਸ ਹੈਵ ਨਾਟ ਬ੍ਰੌਟ ਆਊਟ ਇਨ ਦ ਬ੍ਰੌਡ ਡੇ ਲਾਈਟ ਦੀ ਸਪਲੈਂਡਿਡ ਡਾਕਟਰੀਨ ਆਫ ਦਿਸ faith which has come into existence of the mankind. This is the greatest sin for the Sikhs and they cannot be liberated from it. ਉਹ blame ਕਰਦਾ ਸਿੱਖਾਂ ਨੂੰ ਕਿ ਤੁਹਾਡੇ ਕੋਲ ਇੰਨੀ ਅੱਛੀ ਸਕ੍ਰਿਪਚਰ ਹੈ ਗਈ ਤੇ ਤੁਸੀਂ ਦੁਨੀਆ ਨੂੰ ਇਹਦੇ ਬਾਰੇ ਦੱਸ ਨਹੀਂ ਸਕਦੇ ਤੇ ਇਹ ਤੁਹਾਡਾ ਸਭ ਤੋਂ ਵੱਡਾ sin ਹੈ ਜਾਂ ਕ੍ਰਾਈਮ ਹੈ। ਸੋ ਪਿਆਰੋ, this is the topic what we are going to discuss today ਕਿ ਇਹ ਕਿਉਂ ਹੋ ਰਿਹਾ, ਕਿੱਥੇ ਅਸੀਂ ਫੇਲ ਹੋ ਗਏ ਹਾਂ, ਕਿਉਂ ਅਸੀਂ ਫੇਲ ਹੋਏ ਹਾਂ, ਅਸੀਂ ਬੱਚਿਆਂ ਨੂੰ ਕਿਉਂ ਨਹੀਂ ਦੱਸ ਸਕਦੇ। ਇਹ ਦੁਨੀਆ ਦਾ ਇੱਕ ਸਰਵਵਿਆਪੀ ਧਰਮ ਹੈ, ਹਰ ਇੱਕ ਦੁਨੀਆ ਦੇ ਇਨਸਾਨ ਦਾ ਇਹ ਰਾਹ ਦਰਸ਼ਕ ਹੈ, ਪਰ ਬਹੁਤ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਸਿੱਖ ਧਰਮ ਦੇ ਫਾਲੋਅਰਸ have literally failed not only to let the world know, ਉਹ ਤੇ ਦੂਰ ਦੀ ਗੱਲ ਹੈ, but its message has not been given to their own children. That's why ਸਾਡੇ children ਭੰਬਲ ਭੂਸ ਵਿੱਚ ਪਏ ਹੋਏ ਆ ਤੇ ਇੱਧਰ ਉੱਧਰ ਦੇਖਦੇ ਆ, ਕਿਉਂਕਿ ਉਹਨਾਂ ਨੂੰ ਆਪਣੇ ਧਰਮ ਦੀ ਕੋਈ ਸਮਝ ਨਹੀਂ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੋਲ ਕਿੰਨਾ ਵੱਡਾ ਖਜ਼ਾਨਾ ਪਿਆ ਹੋਇਆ ਹੈ। With these few words, I will ask all the people who are here to go ahead and start their process. ਮੇਰੇ ਖਿਆਲ ਡਾਕਟਰ ਜਗਜੀਤ ਸਿੰਘ ਜੀ ਡਾਇਰੈਕਟ ਕਰਨਗੇ as to who to speak first and so on. ਤੇ ਮੈਂ ਸਟੇਜ ਵਾਪਸ ਉਹਨਾਂ ਨੂੰ ਦੇਣਾ ਡਾਕਟਰ ਜਗਜੀਤ ਸਿੰਘ ਨੂੰ। ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਤੁਹਾਨੂੰ ਐਡਰੈਸ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਜਸਵੰਤ ਸਿੰਘ ਜੀ ਵੈਰੀ ਮਚ। ਸੋ ਸਾਡਾ ਜਿਹੜਾ ਨਾਰਮਲ, ਕਿਉਂਕਿ ਸਾਡੇ ਕੋਲ ਸਪੀਕਰਸ ਭਾਵੇਂ ਥੋੜੇ ਆ ਬਟ except for the guest speaker, for ਸਾਰਿਆਂ ਲਈ ਮੇਰੇ ਖਿਆਲ 10 ਮਿੰਟ ਤੋਂ ਜ਼ਿਆਦਾ ਟਾਈਮ ਕੋਈ ਨਾ ਲਵੇ, and then we will have almost 1 hour for discussion. ਸੋ ਸਾਡੇ ਅੱਜ ਦੇ ਗੈਸਟ ਸਪੀਕਰ ਹੈਗੇ ਡਾਕਟਰ ਕਾਲਾ ਸਿੰਘ from Vancouver. ਸੋ ਡਾਕਟਰ ਕਾਲਾ ਸਿੰਘ ਜੀ, the stage is yours. ਤੁਸੀਂ you are welcome and started. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਟੌਪਿਕ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਸ ਤਰੀਕੇ ਨਾਲ ਦੁਨੀਆ ਤੱਕ ਪਹੁੰਚਾਇਆ ਜਾਏ। ਜੇ ਦੇਖੀਏ ਤਾਂ ਆਮ ਇਨਸਾਨ ਇਹ ਕਹੇਗਾ ਕਿ ਇਹਦੇ ਬਾਰੇ ਡਿਸਕਸ ਕਰਨ ਦੀ ਕੀ ਜ਼ਰੂਰਤ ਹੈ, ਗੁਰਦੁਆਰੇ ਹੈਗੇ ਨੇ, ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ। ਜਦੋਂ ਅਸੀਂ ਗੁਰਦੁਆਰੇ ਨੂੰ ਦੇਖੀਏ ਅੱਜ ਕੱਲ੍ਹ ਤਾਂ ਹਰ ਗੁਰਦੁਆਰੇ ਦੇ ਆਪਣਾ ਏਜੰਡਾ ਹੈ, ਔਰ ਉਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਬਾਅਦ ਚੋਂ ਕਰਾਂਗਾ ਕਿ ਗੁਰਦੁਆਰੇ ਦੇ ਏਜੰਡਾ ਕੀ ਨੇ ਔਰ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਵਾ। ਪਹਿਲਾਂ ਅਸੀਂ ਇਹ ਦੇਖੀਏ ਕਿ ਇਸ ਨੂੰ ਪ੍ਰਚਾਰ ਕਰਨ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਨੂੰ ਗੁਰੂ ਨਾਨਕ ਜੀ ਨੇ ਕਿੱਦਾਂ ਪ੍ਰਚਾਰ ਕੀਤਾ। ਗੁਰੂ ਨਾਨਕ 28,000 ਕਿਲੋਮੀਟਰ ਪੈਦਲ ਭਾਈ ਮਰਦਾਨਾ ਜੀ ਦੇ ਨਾਲ ਦੁਨੀਆ ਦਾ ਭ੍ਰਮਣ ਕੀਤਾ ਔਰ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਅਸੀਂ ਪੁੱਛੀਏ ਕਿ ਗੁਰੂ ਨਾਨਕ ਜੀ ਤੁਸੀਂ ਸਾਨੂੰ ਸਮਝਾਓ ਕਿ ਅਸੀਂ ਕਿੱਦਾਂ ਇਹ ਮੈਸੇਜ ਜਿਹੜਾ ਦੁਨੀਆ ਤੱਕ ਪਹੁੰਚਾਈਏ। ਗੁਰੂ ਨਾਨਕ ਨੂੰ ਕਿ ਦੇਖੀਏ ਤਾਂ ਉਹਨਾਂ ਨੇ ਜਿੱਥੇ ਵੀ ਗਏ ਪਹਿਲੇ ਉਹਨਾਂ ਨੇ ਉੱਥੇ ਆਪਣੀ ਇੱਕ ਅਟੈਂਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੀ। ਜਿੱਥੇ ਲੋਕਾਂ ਦਾ ਇਕੱਠ ਸੀਗਾ ਉੱਥੇ ਜਾ ਕੇ ਉਹਨੇ ਲੋਕਾਂ ਦੀ ਪਹਿਲਾਂ ਅਟੈਂਸ਼ਨ ਕ੍ਰੀਏਟ ਕੀਤੀ ਔਰ ਕੁਝ ਐਸਾ ਕੰਮ ਕੀਤਾ ਜਿਹਦੇ ਨਾਲ ਲੋਕੀ ਉਹਨਾਂ ਨੂੰ ਸਵਾਲ ਪੁੱਛਣ। ਤੇ ਫਿਰ ਉਹਨਾਂ ਨੇ ਜਦੋਂ ਸਾਰਿਆਂ ਦੀ ਅਟੈਂਸ਼ਨ ਉਹਨਾਂ ਦੇ ਉੱਪਰ ਆ ਗਈ ਤਾਂ ਫਿਰ ਉਹਨਾਂ ਕੋਲੋਂ ਪੁੱਛਿਆ ਪਹਿਲਾਂ ਕਿ ਤੁਸੀਂ ਕੀ ਕਰ ਰਹੇ ਹੋ, ਔਰ ਉਹਦੇ ਬਾਅਦ ਉਹਨਾਂ ਨੇ ਲੌਜੀਕਲ ਆਪਣਾ ਪੁਆਇੰਟ ਆਫ ਵਿਊ ਸਾਹਮਣੇ ਉਹਨਾਂ ਦੇ ਪੇਸ਼ ਕੀਤਾ ਕਿ ਤੁਸੀਂ ਕੀ ਕਰ ਰਹੇ ਹੋ ਔਰ ਮੈਂ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਇਹ ਨਹੀਂ ਕਿ ਗੁਰੂ ਸਾਹਿਬ ਸਿਰਫ ਲੋਕਾਂ ਦੇ ਇਕੱਠ 'ਚ ਗਏ, ਉਹਨਾਂ ਨੇ 1 to 1 ਭਾਈ ਕੌਡਾ ਜੀ ਜਿਹਨੂੰ ਅਸੀਂ ਕੌੜਾ ਰਾਖਸ਼ ਕਹਿੰਦੇ ਆ, ਉਹ ਭਾਈ ਕੌਡਾ ਬਣ ਗਿਆ। ਸੱਜਣ ਠੱਗ ਉਹ ਭਾਈ ਸੱਜਣ ਬਣ ਗਏ। ਗਣਕਾ ਏਦਾਂ ਹੋਰ ਵੀ ਕਈ ਐਗਜ਼ਾਮਪਲਸ ਨੇ। ਉਹਨਾਂ ਨੇ 1 to 1 ਵੀ ਕੀਤੀ ਤੇ ਲੋਕਾਂ ਦੇ ਇਕੱਠ 'ਚ ਵੀ ਕੀਤਾ। ਬਾਬਾ ਨਾਨਕ ਕਦੇ ਵੀ ਐਸਾ ਮੌਕਾ ਨਹੀਂ ਸੀ ਗਵਾਉਂਦੇ
ਜਿੱਥੇ ਇਕੱਠ ਹੋਵੇ ਉਹ ਹਾਜੀ ਬਣ ਕੇ ਮੱਕੇ ਗਏ, ਇਕੱਠ ਸੀਗਾ। ਧਿਆਨ ਉਹਨਾਂ ਨੇ ਉਹੀ ਕੀਤਾ, ਕੰਮ ਉਹਨਾਂ ਨੇ ਉਹੀ ਕੀਤਾ ਕਿ ਪਹਿਲਾਂ ਅਟੈਂਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਪੈਰ ਪੁੱਠੇ ਪਾਸੇ ਕਰਕੇ ਸੌਣ ਦੀ। ਬਨਾਰਸ ਗਏ, ਉੱਥੇ ਵੀ ਉਹਨਾਂ ਨੇ ਇਕੱਠ ਸੀਗਾ, ਇਕੱਠ ਦਾ ਕਦੇ ਉਹਨਾਂ ਨੇ ਮੌਕਾ ਨਹੀਂ ਗਵਾਇਆ। ਉੱਥੇ ਵੀ ਉਹਨਾਂ ਨੇ ਪਹਿਲਾਂ ਟੈਨਸ਼ਨ ਕ੍ਰੀਏਟ ਕੀਤੀ, ਪਾਣੀ ਪੁੱਠੇ ਪਾਸੇ ਪਾਉਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਉਹ ਕਰਤਾਰਪੁਰ ਸਾਹਿਬ ਵਾਪਸ ਆ ਗਏ, ਵੱਡੀ ਉਮਰ ਦੀ ਸੀਗੇ, ਜੇ ਅਸੀਂ ਧਿਆਨ ਦਈਏ ਤਾਂ ਉਹ ਉਹਨਾਂ ਦੇ ਪੂਰੇ ਹੋਣ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਵਾ ਕਿ ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਉਸ ਉਮਰ ਦੇ ਵਿੱਚ ਵੀ ਉਹਨਾਂ ਨੇ ਮੌਕਾ ਨਹੀਂ ਗਵਾਇਆ ਕਿ ਇੱਥੇ ਸ਼ਿਵਰਾਤ ਦਾ ਮੇਲਾ ਹੈ, ਸਾਰੇ ਇਕੱਠੇ ਹੋਏ ਨੇ ਤੇ ਜਾ ਕੇ ਗੱਲ ਕਰੀਏ ਔਰ ਮੈਂ ਆਪਣਾ ਮੈਸੇਜ ਉਹਨਾਂ ਤੱਕ ਪਹੁੰਚਾਵਾਂ। ਹੁਣ ਅਗਰ ਅੱਜ ਕੱਲ੍ਹ ਦੇ ਅਸੀਂ ਟਾਈਮ ਨੂੰ ਦੇਖੀਏ ਤਾਂ ਸਾਨੂੰ ਅਟੈਂਸ਼ਨ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਸਾਨੂੰ ਪਲੇਟਫਾਰਮ ਮਿਲ ਰਹੇ ਨੇ ਜਿਹੜੇ ਆਲਰੇਡੀ ਬਣੇ ਹੋਏ ਨੇ, ਜਿੱਥੇ ਲੋਕੀ ਇਕੱਠ ਹੋ ਰਹੇ ਨੇ। ਸਾਨੂੰ ਐਸਾ ਮੌਕਾ ਜਿਹੜਾ ਵਾ ਉਹ ਨਹੀਂ ਗਵਾਉਣਾ ਚਾਹੀਦਾ। ਅੱਜ ਕੱਲ੍ਹ ਜਗ੍ਹਾ ਜਗ੍ਹਾ ਤੇ ਇੰਟਰਫੇਥ ਸੈਮੀਨਾਰਸ ਹੋ ਰਹੇ ਨੇ, ਕਾਨਫਰੰਸਿਸ ਹੋ ਰਹੀਆਂ ਨੇ। ਹੁਣੇ ਪਾਰਲੀਮੈਂਟ ਵਰਲਡ ਰਿਲੀਜਨ ਦੀ ਕਾਨਫਰੰਸ ਹੋਣੀ ਹੈ। ਏਦਾਂ ਦੀ ਜਗ੍ਹਾ ਸਾਨੂੰ ਜਿਹੜਾ ਇਹ ਮੌਕੇ ਨਹੀਂ ਗਵਾਉਣੇ ਚਾਹੀਦੇ, ਜਿਸ ਤਰੀਕੇ ਨਾਲ ਬਾਬੇ ਨਾਨਕ ਨੇ ਕਿਤੇ ਮੌਕਾ ਨਹੀਂ ਗਵਾਇਆ। ਸਾਨੂੰ ਵੀ ਜਿੱਥੇ ਵੀ ਕਿਤੇ ਮੌਕਾ ਲੱਗੇ, ਜਿੱਥੇ ਪਬਲਿਕ ਇਕੱਠੀ ਹੋਈ ਹੈ, ਪਲੇਟਫਾਰਮ ਤਿਆਰ ਵਾ, ਸਾਨੂੰ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਦੇਣਾ ਚਾਹੀਦਾ ਆ। ਅਗਲੀ ਗੱਲ ਜਿਹੜੀ ਬਾਬੇ ਨਾਨਕ ਤੋਂ ਅਸੀਂ ਸਿੱਖੀਏ ਤਾਂ ਬਾਬੇ ਨਾਨਕ ਨੇ ਕਦੇ ਵੀ ਕਿਸੇ ਦੇ ਉੱਪਰ ਆਪਣਾ ਵਿਊ ਪੁਆਇੰਟ ਜ਼ਬਰਦਸਤੀ ਨਹੀਂ ਥੋਪਿਆ। ਉਹਨਾਂ ਨੇ ਇਹਦੀ ਜਿਹੜੀ ਐਗਜ਼ਾਮਪਲ ਹੈਗੀ ਹੈ, ਛੋਟੀ ਉਮਰ ਦੇ ਵਿੱਚ ਹੀ ਜਦੋਂ ਜਨੇਊ ਪਾਉਣ ਦਾ ਟਾਈਮ ਆਇਆ ਤਾਂ ਉਹਨਾਂ ਨੇ ਪਹਿਲਾਂ ਪਤਾ ਕੀਤਾ ਕਿ ਜਨੇਊ ਕੀ ਚੀਜ਼ ਵਾ, ਕਿਹਨੂੰ ਕਿਹਨੂੰ ਪਾਇਆ ਜਾ ਰਿਹਾ ਵਾ, ਕਿੰਨੇ ਨੂੰ ਪਹਿਲਾਂ ਪਾ ਚੁੱਕਾ ਆ। ਉਹਦੇ ਬਾਅਦ ਜਦੋਂ ਉਹਨੂੰ ਪਤਾ ਲੱਗਾ ਕਿ ਮੈਂ ਜਨੇਊ ਨਹੀਂ ਪਾਉਣਾ ਤਾਂ ਉਹ ਆਪਣੇ ਪਿਤਾ ਜੀ ਨੂੰ ਉਸ ਵੇਲੇ ਮਨਾ ਕਰ ਸਕਦੇ ਸੀਗੇ, ਪਰ ਉਹਨਾਂ ਨੇ ਨਹੀਂ ਕੀਤੀ। ਉਹਨਾਂ ਨੇ ਉਸ ਟਾਈਮ ਦੀ ਇੰਤਜ਼ਾਰ ਕੀਤੀ ਜਦੋਂ ਸਾਰੇ ਇਕੱਠੇ ਹੋ ਗਏ, ਹਰਦਿਆਲ ਪੰਡਿਤ ਆ ਗਏ, ਕੰਮ ਸ਼ੁਰੂ ਹੋਣ ਲੱਗਾ। ਉਹਦੇ ਬਾਅਦ ਉਹਨਾਂ ਨੇ ਜਨੇਊ ਨੂੰ ਰਿਜੈਕਟ ਨਹੀਂ ਕੀਤਾ, ਉਹਨਾਂ ਨੇ ਉਹਦੇ ਬਾਰੇ ਕੋਈ ਗਲਤ ਗੱਲ ਨਹੀਂ ਬੋਲੀ। ਸਿਰਫ ਉਹਨਾਂ ਨੇ ਲੌਜੀਕਲ ਪੁਆਇੰਟ ਆਫ ਵਿਊ ਆਪਣਾ ਪੇਸ਼ ਕੀਤਾ ਜੋ ਜਨੇਊ ਬਾਰੇ ਸੀਗਾ ਉਸ ਲਈ ਚਾਲੂ, ਔਰ ਆਪਣਾ ਪੁਆਇੰਟ ਆਫ ਵਿਊ ਕੀਤਾ ਕਿ ਮੈਂ ਕਿੱਦਾਂ ਦਾ ਜਨੇਊ ਪਾਉਣਾ ਆ। ਹੁਣ ਇਹ ਜਿਹੜੀ ਚੀਜ਼ਾਂ ਲੌਜਿਕ ਵਾਲੀ, ਇਹ ਸਾਨੂੰ ਜ਼ਰੂਰੀ ਹੈ ਕਿ ਅਸੀਂ ਜਦੋਂ ਇੰਟਰਫੇਥ ਕਾਨਫਰੰਸਿਸ ਵਿੱਚ ਜਾਈਏ ਤਾਂ ਸਾਨੂੰ ਉੱਥੇ ਉਹਨਾਂ ਦੇ ਜਿਹੜੇ ਵਿਊ ਪੁਆਇੰਟਸ ਨੇ ਬਾਕੀ ਧਰਮਾਂ ਦੇ, ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ। ਸਾਨੂੰ ਲੌਜੀਕਲੀ ਆਪਣਾ ਪੁਆਇੰਟ ਆਫ ਵਿਊ ਪੇਸ਼ ਕਰਨਾ ਹੈ ਤਾਂ ਕਿ ਬਾਕੀ ਦੇ ਜਿਹੜੇ ਨੇ ਉਹ ਇਸ ਚੀਜ਼ ਨੂੰ ਲੌਜੀਕਲੀ ਸਮਝ ਸਕਣ ਕਿ ਇਹ ਕੀ ਕਹਿ ਰਹੇ ਨੇ। ਔਰ ਇਹ ਜਿਹੜੀ ਚੀਜ਼ ਹੈਗੀ ਆ, ਇਹ ਸਾਡੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਉੱਪਰ ਵੀ ਲਾਗੂ ਹੁੰਦੀ ਆ। ਨਾ ਜ਼ਿਆਦਾਤਰ ਅਸੀਂ ਬੱਚਿਆਂ ਨੂੰ ਕਹਿੰਦੇ ਕਿ ਇਹ ਕੰਮ ਕਰੋ, ਗੁਰਦੁਆਰੇ ਜਾਓ, ਮੱਥਾ ਟੇਕੋ, ਪਾਠ ਕਰੋ, ਇਹ ਕਰੋ, ਉਹ ਕਰੋ। ਤੇ ਅਗਰ ਬੱਚੇ ਪੁੱਛਦੇ ਨੇ ਕਿ ਇਹਦਾ ਮਤਲਬ ਕੀ ਆ, ਤੇ ਜਵਾਬ ਹੁੰਦਾ ਹੈ ਕਿ ਸਵਾਲ ਨਹੀਂ ਕਰੀਦਾ, ਮੱਥਾ ਟੇਕ। ਪਰ ਉਹ ਜਿਹੜੇ ਚੀਜ਼ਾਂ ਨੇ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ, ਲੌਜਿਕ ਦੇ ਕੇ ਕਿ ਪਾਠ ਕਿਉਂ ਕਰਨਾ ਆ, ਇਹਦਾ ਮਤਲਬ ਕੀ ਆ। ਇਹ ਇੱਕ ਢੰਗ ਹੈ ਗੁਰੂ ਨਾਨਕ ਦਾ ਮੈਸੇਜ ਪਹੁੰਚਾਉਣ ਦਾ। ਫਿਰ ਅਗਰ ਗੁਰੂ ਨਾਨਕ ਨੂੰ ਅਸੀਂ ਦੇਖੀਏ ਤੇ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਸੀਗਾ
ਕਲਚਰਲੀ ਸੈਂਸਿਟਿਵ ਵੇ ਦੇ ਨਾਲ ਜਿੱਥੇ ਵੀ ਗਏ ਨੇ ਉਸ ਕਲਚਰ ਦੇ ਮੁਤਾਬਕ ਡਰੈਸ ਹੋ ਕੇ ਗਏ ਨੇ ਤੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਗੱਲ ਕੀਤੀ ਹੈ ਬਾਬਾ ਨਾਨਕ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਖੀਏ ਤੇ ਇਹਦੇ ਚ ਕਈ ਲੈਂਗੁਏਜਸ ਨੇ, ਭਾਵੇਂ ਲਿਖਿਆ ਗੁਰਮੁਖੀ ਦੇ ਵਿੱਚ ਹੈ, ਗੁਰਬਾਣੀ ਲਿਪੀ ਹੈ, ਪਰ ਲੈਂਗੁਏਜਸ ਇਕੱਲੀ ਪੰਜਾਬੀ ਨਹੀਂ ਹੈ, ਉਹਦੇ ਵਿੱਚ ਸੰਸਕ੍ਰਿਤ ਵੀ ਹੈ, ਪਰਸ਼ੀਅਨ ਵੀ ਹੈ, ਹੋਰ ਲੈਂਗੁਏਜਸ ਹੀ ਨੇ, ਬ੍ਰਿਜ ਭਾਸ਼ਾ ਹੈ। ਬਾਬੇ ਨੇ ਇੱਕ ਤਰੀਕੇ ਦੇ ਇਹ ਨਹੀਂ ਕਿ ਮੈਂ ਹੁਣ ਪ੍ਰਚਾਰ ਕਰਨ ਲੱਗਾ ਤਾਂ ਮੈਂ ਏਦਾਂ ਦੇ ਕੱਪੜੇ ਪਾਉਣੇ ਨੇ, ਜਿੱਦਾਂ ਸਾਡੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕ ਸਪੈਸ਼ਲ ਢੰਗ ਦੇ ਕੱਪੜੇ ਪਾਉਂਦੇ ਨੇ। ਭਾਈ ਗੁਰਦਾਸ ਜੀ ਵਾਰ ਸਾਰਾ ਲਿਖਦੇ ਨੇ, ਪਹਿਲੀ ਪੌੜੀ 32 ਹੈ ਕਿ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਰੀ, ਆਸਾ ਹੱਥ ਕਿਤਾਬ ਕੱਚ, ਕੁਜਾ ਬੰਗ ਮੁਸਲਾ ਧਾਰੀ। ਕਿ ਜਿਸ ਤਰੀਕੇ ਨਾਲ ਮੁਸਲਮਾਨ ਕੱਪੜੇ ਪਾ ਕੇ ਜਾ ਰਹੇ ਸੀਗੇ, ਉਹਨਾਂ ਨੇ ਉਸੇ ਤਰੀਕੇ ਦੇ ਹੀ ਕੱਪੜੇ ਪਾ ਕੇ ਉਹਨਾਂ ਦੇ ਕਲਚਰ ਦੇ ਵਾਂਗੂ ਹੀ ਬਣ ਕੇ ਉਹਨਾਂ ਦੇ ਪ੍ਰਚਾਰ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਹੁਣ ਉੱਥੇ ਬੈਠ ਕੇ ਉਹਨਾਂ ਨੇ ਕਰਤਾਰਪੁਰ ਆ ਕੇ ਜਦੋਂ ਬਿਰਧ ਅਵਸਥਾ ਚ ਉੱਥੇ ਆ ਗਏ ਤਾਂ ਉਹਨਾਂ ਨੇ ਆਮ ਬੰਦੇ ਵਾਂਗੂ ਉੱਥੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਵਾਪਿਸ ਆਏ ਸੁਣ ਮਿਲਾ ਸ਼ਿਵਰਾਜ ਦਾ, ਉੱਥੇ ਉਹਨੂੰ ਪੁੱਛੇ ਜੋਗੀ ਭੰਗਰਨਾਥ ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫੀਟਿਆ ਚਾਟਾ ਦੁੱਧ ਦਾ ਰੜਕਿਆ ਮੱਖਣ ਹੱਥ ਨਾਈ, ਵੇਖ ਉਤਾਰ ਉਦਾਸ ਦਾ ਮਤ ਕੋ ਸੰਸਾਰੀ ਵਿੱਚ ਚਲਾਈ। ਇਹ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤੇ ਬਾਬੇ ਨਾਨਕ ਨੇ ਜੋ ਪ੍ਰਚਾਰ ਕੀਤਾ, ਜਿਸ ਤਰੀਕੇ ਦਾ ਕਲਚਰ ਚ ਗਏ, ਜਿਸ ਤਰੀਕੇ ਦੀ ਬੋਲੀ ਬੋਲਣ ਵਾਲੇ ਲੋਕਾਂ ਦੇ ਵਿੱਚ ਗਏ, ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੇ ਕੱਪੜੇ ਪਾ ਕੇ ਉਹਨਾਂ ਦੇ ਵਾਂਗੂ ਦੇ ਬਣ ਕੇ ਉਹਨਾਂ ਨੇ ਪ੍ਰਚਾਰ ਕੀਤਾ। ਉਹ ਅਸੀਂ ਇਸ ਚੀਜ਼ ਤੋਂ ਇਹ ਸਿੱਖਣਾ ਆ ਕਿ ਸਾਨੂੰ ਪ੍ਰਚਾਰ ਕਰਨ ਦੇ ਬਾਅਦ ਕੋਈ ਖਾਸ ਤਰੀਕੇ ਦੇ ਕੱਪੜੇ ਪਾਉਣ ਦੀ ਜ਼ਰੂਰਤ ਨਹੀਂ। ਸਾਨੂੰ ਮੌਕੇ ਦੇ ਮੁਤਾਬਕ ਪਹਿਰਾਵਾ ਪਾਉਣਾ ਆ, ਜਿੱਦਾਂ ਦਾ ਮੌਕਾ ਹੈ, ਔਰ ਜਿੱਥੇ ਜਾ ਕੇ ਗੱਲ ਕਰਨੀ ਹੈ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਨੀ ਹੈ। ਇਹ ਨਹੀਂ ਕਿ ਪੰਜਾਬੀ ਦੇ ਵਿੱਚ ਹੀ ਮੈਂ ਗੱਲ ਕਰਨੀ ਹੈ। ਬੱਚਿਆਂ ਨਾਲ ਗੱਲ ਕਰਨੀ ਆ ਤੇ ਮੈਂ ਪੰਜਾਬੀ ਦੇ ਵਿੱਚ ਹੀ ਅਗਰ ਗੱਲ ਕਰਨੀ ਹੈ। ਅਗਰ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਸਿਖਾਉਣੀ। ਜੇ ਕਿਸੇ ਨੂੰ ਬ੍ਰਿਜ ਭਾਸ਼ਾ ਆਉਂਦੀ ਹੈ ਤਾਂ ਉਹਨੂੰ ਬ੍ਰਿਜ ਭਾਸ਼ਾ ਦੇ ਵਿੱਚ ਹੀ ਗੱਲ ਸਿਖਾਉਣੀ ਹੈ। ਜੇ ਬੱਚੇ ਜੇ ਕੋਲ ਅਸੀਂ ਪ੍ਰਚਾਰ ਕਰਨ ਜਾਣਾ ਤੇ ਅਸੀਂ ਕੁੜਤਾ ਪਜਾਮਾ ਪਾ ਕੇ ਨਹੀਂ, ਜਿੱਦਾਂ ਦੇ ਉਹਨਾਂ ਨੇ ਕੱਪੜੇ ਪਾਏ ਨੇ, ਟੀ-ਸ਼ਰਟ ਪਾ ਕੇ, ਉਦਾਂ ਦੇ ਬਣ ਕੇ ਉਸ ਤਰੀਕੇ ਦੇ ਨਾਲ ਬਣ ਕੇ ਅਸੀਂ ਬੱਚਿਆਂ ਦੇ ਨਾਲ ਪ੍ਰਚਾਰ ਕਰਨਾ ਵਾ। ਇੱਕ ਢੰਗ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ। ਹੁਣ ਅਸੀਂ ਅੱਜ ਇਹ ਗੁਰਦੁਆਰਿਆਂ ਦੇ ਉੱਤੇ ਗੁਰੂ ਕਹਿੰਦੇ ਨੇ ਕਿ ਗੁਰੂਦੁਆਰੇ ਹੋਏ ਸੋਝੀ ਪਾਈ ਸੀ। ਹੁਣ ਕੀ ਗੁਰਦੁਆਰਾ ਜਿੱਥੇ ਇਹ ਗੁਰੂਦੁਆਰੇ ਕਿਹਾ ਵਾ, ਇਹ 4 ਕੰਧਾਂ ਔਰ ਇੱਕ ਛੱਤ ਵਾਲੀ ਬਿਲਡਿੰਗ ਨੂੰ ਗੁਰਦੁਆਰਾ ਕਿਹਾ ਹੈ ਗੁਰੂ ਨੇ। ਗੁਰੂਦੁਆਰਾ ਜਿਹੜਾ ਵਾ ਇਹਦੇ ਦੋ ਲਫ਼ਜ਼ ਨੇ, ਗੁਰ ਜਿਹੜਾ ਸਾਡਾ ਗੁਰੂ ਹੈ, ਗੁਰੂ ਬਾਣੀ, ਬਾਣੀ ਗੁਰੂ ਹੈ ਬਾਣੀ, ਤੇ ਦੁਆਰਾ ਗੇਟਵੇ। ਮਤਲਬ ਕਿ ਉਹ ਗੇਟਵੇ, ਉਹ ਦੁਆਰਾ ਜਿਸ ਦੇ ਥਰੂ ਸਾਨੂੰ ਵਿਜ਼ਡਮ ਮਿਲ ਰਹੀ ਹੈ, ਸਪਿਰਿਚੁਅਲ ਨੌਲੇਜ ਮਿਲ ਰਹੀ ਹੈ ਬਾਣੀ ਦੇ ਬਾਰੇ। ਗੁਰ ਦਾ ਇੱਕ ਹੋਰ ਵੀ ਲਫ਼ਜ਼ ਦਾ ਮਤਲਬ ਹੈਗਾ ਵਾ, ਇਹਨੂੰ ਕਹਿੰਦੇ ਨੇ ਢੰਗ, ਮੈਥਡ, ਫਾਰਮੂਲਾ। ਇਹ ਤੇਰਾ ਕਿਹੜਾ ਗੁਰ ਹੋਵੇ ਜਿਹਦੇ ਨਾਲ ਤੂੰ ਇੰਨਾ ਕੁਝ ਬਣ ਗਿਆ ਵਾ। ਗੁਰ ਕੀ ਤੇਰਾ ਢੰਗ ਕੀ ਹੈ, ਤੇਰਾ ਫਾਰਮੂਲਾ ਕੀ ਹੈ, ਤੇਰਾ ਮੈਥਡ ਕੀ ਹੈ। ਤੇ ਜੇ ਇਸ ਨੂੰ ਗੁਰ ਨੂੰ ਇਹ ਵੀ ਦੇਖੀਏ ਢੰਗ, ਤੇ ਇਹਦਾ ਮਤਲਬ ਵੀ ਇਹੀ ਬਣ ਜਾਂਦਾ ਆ ਕਿ ਕਿਹੜੇ ਢੰਗ ਦੇ ਨਾਲ ਅਸੀਂ ਗੁਰੂ ਦੇ ਮੈਸੇਜ ਨੂੰ, ਸਪਿਰਿਚੁਅਲ ਨੌਲੇਜ ਨੂੰ, ਬਾਣੀ ਨੂੰ ਅਸੀਂ ਆਪਣੇ ਮਨ ਤੋਂ ਸੁਣਨਾ ਆ ਔਰ ਦੂਸਰਿਆਂ ਤੱਕ ਪਹੁੰਚਾਉਣਾ ਆ। ਜੇ ਅਸੀਂ 4 ਦੁਆਰੇ ਨੂੰ ਲੈ ਲਈਏ ਕਿ ਗੁਰਦੁਆਰਾ ਇਹ ਆ, ਕਿਉਂਕਿ ਅੱਜ ਕੱਲ੍ਹ ਤਾਂ ਹਰ ਮਹੱਲੇ 'ਚ ਗੁਰਦੁਆਰਾ ਖੁੱਲਿਆ ਹੋਇਆ ਵਾ, ਜਿੱਥੇ ਦੇਖੋ, ਪਰ
ਉਸ ਗੁਰਦੁਆਰੇ ਦੇ ਵਿੱਚ ਜਿਹੜਾ ਮੇਨ ਏਜੰਡਾ ਆ, ਭਾਵੇਂ ਉਹ ਗੁਰਦੁਆਰਾ ਅਸੀਂ ਲੈ ਲਈਏ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹੜਾ ਮੇਨ ਮਤਲਬ ਆ ਉੱਥੇ ਉਹ ਹੈ ਗੁਰਕ ਭਰਨੀ, ਪੈਸੇ ਕਮਾਉਣੇ, ਦੁਕਾਨਦਾਰੀ। ਜਿਸ ਤਰੀਕੇ ਦਾ ਉੱਥੇ ਮੈਨੇਜਮੈਂਟ ਕਮੇਟੀ ਹੋਏਗੀ, ਉਸ ਤਰੀਕੇ ਦੇ ਨਾਲ ਪ੍ਰਚਾਰ ਹੋਏਗਾ, ਉਸੇ ਤਰੀਕੇ ਦੀ ਉੱਥੇ ਸੰਗਤ ਹੋਏਗੀ ਜਿਹੜੀ ਉਸ ਢੰਗ ਨੂੰ ਪਸੰਦ ਕਰਦੀ ਹੋਏਗੀ। ਸਾਡੇ ਇੱਥੇ ਵੈਨਕੂਵਰ 'ਚ ਮੇਰੇ ਘਰ ਦੇ ਆਸੇ ਪਾਸੇ 3 ਗੁਰਦੁਆਰੇ ਹਨ। ਇੱਕ ਗੁਰਦੁਆਰਾ ਸਵੇਰੇ ਜਾਓ 4 ਵਜੇ तो वाहिगुरु 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 का जाप, उत्थे जाके अगर मैं बोल देता कि गुरु तो कह रहे हैं कि राम राम सबको कहे, कहिए राम ना होए, तो उन्होंने दोबारा अगली बारी मैंने बोलने नहीं देना, क्योंकि उत्थे एक काम होता है वो इस चीज को सुनना नहीं चाहते। एक गुरुद्वारे जाओ उत्थे 10-10 अखंड पाठ चल रहे ने, उत्थे जाके मैं बोलिया कि गुरु कहते हैं कि पढ़ पढ़ गड्डी लदी है, पढ़ पढ़ भरिए साथ, पढ़ पढ़ गड़ी पाइए, पढ़ पढ़ गड्डी खात। तो गुरु तो कहता है कि बाणी नूं आराम नाल पढ़ो, हौली हौली पढ़ो। उन्होंने अगली बारी फिर मैनूं टाइम नहीं दिता, क्योंकि उत्थे जिहड़ी संगत होंदी आ ओह अखंड पाठां वाली होंदी है। ते गुरुद्वारियां दे विच जिहड़े 4 बिल्डिंगां वाले ने, इन्हां दे विचों वो प्रचार गुरु ग्रंथ साहिब का मैसेज नहीं बाहर तक फैल रहा। इस वास्ते भाई गुरदास जी ने कहा, कहते कि घर घर अंदर धर्मसाल होवे कीर्तन सदा वसोवा। हुण एक घर घर के 2 लफ्ज आ जाते हैं कि जे असीं 4 दीवारी वाला अपना घर देख लीए तो हर घर के अंदर सानू धर्म का प्रचार करना है, गुरु की गल करनी है। ते इस कारण अगर साडा जिहड़ा मन वा तो असीं अपने मन दे विच साडा हर एक दा मन जिहड़ा वा वो एक धर्मसाल होना चाहिए है, जो भी 4 दीवारी नहीं। कोविड-19 जो आया वा इन्हें सानू बड़े वड्डे वड्डे लैसन सिखाए ने, बड़े सोहणे सोहणे लैसन सिखाए ने। सब तो वड्डा लैसन जिहड़ा सानू कोविड ने सिखाया वा वो है कि तुसीं घर बैठ के किद्दां काम कर सकते हो। कई ऑफिस बंद हो गए ने हुण तां कि सारे घरां तों काम कर रहे ने, ते जिहड़ा प्रचार है बाबे नानक दा वो भी घरों ही हुण सब तो बेटर हो रहा है, जिस तरीके नाल हुण असीं इस वक्त कर रहे हैं सोशल मीडिया के राही। असीं सारे खने किहड़ी कंट्री बैठे हुए हैं, पर असीं इस वक्त साध संगत बनी हुई है, सत्संगत हो रही है, बाबे नानक की गल हो रही है, बाणी की गल हो रही है, 4 दीवारी तो बहुत दूर। और इस बाणी नूं, इस प्रचार नूं असीं दुनिया तक पहुंचा सकते हाँ, खनी किड्डी दूर तक। ते जिहड़ा हुण अजकल गुरु ग्रंथ साहिब दा मैसेज सानूं पहुंचाउण दा ढंग हैगा साडे कोल इस वक्त, वो हैगा वा ई दीवान दे राही, जो असीं आज ये दीवान कर रहे हैं। लास्ट बट नॉट द लीस्ट जिहड़ा ढंग हैगा वा वो है कि ऑल ऑफ अस शुड बी द एंबेसडर ऑफ द गुरु। असीं गुरु दे एंबेसडर बणीए। सानू देख के लोकी पुछण कि तू कौन वा। मैं तुहानू इहदी एक एग्जाम्पल अपनी पर्सनल तुहानू देंगा कि मैं इत्थे काम करदा सी, जदों हुण तां मैं रिटायर हो गया, ते हॉस्पिटल पॉलिटिक्स, ऑफिस पॉलिटिक्स बहुत ज्यादा खराब सी, टॉक्सिक एनवायरनमेंट। ते मैं एक बारी घर बैठ के बच्चे दे नाल और घरवाली दे नाल गल भी कीती। मैं कहा भी मेरा दिल करदा कि मैं ना आई कांट टेक इट मोर, आई वांट टू रिजाइन। ते बच्चे भी कहंदे कि यस डैड यू डोंट हैव टू टेक दैट मच, यू हैव वर्कड अ लॉट, टेक रिटायरमेंट, रिजाइन कर दो, रिटायरमेंट। फिर मैं थोड़ी देर बाद सोचा, मैं क्या नहीं काला सिंह, मैं क्यों रिटायरमेंट लवा, क्यों रिजाइन करा इन्हां दे करके। जे मैं रिजाइन करना आ तो मैं अपने आप करके करके जो मेरी मन की इच्छा होगी। मैं फिर अपनी जी स्पिरिचुअलिटी सीगी उहदे उपर काम करना शुरू कर दिता। स्ट्रैस रहा
ਸਾਰਾ ਕੁਝ ਉਹੀ ਰਿਹਾ, ਪਰ ਮੈਂ ਆਪਣਾ ਕੰਮ ਆਰਾਮ ਦੇ ਨਾਲ ਕਰਦਾ ਰਿਹਾ। ਹੌਲੀ ਹੌਲੀ ਉਹਨਾਂ ਨੇ ਦੇਖਿਆ ਕਿ ਇਹਦੇ ਉੱਪਰ ਕੋਈ ਫਰਕ ਨਹੀਂ ਪੈ ਰਿਹਾ। 5-6 ਮਹੀਨੇ ਦੇ ਬਾਅਦ ਉਹ ਕੰਮ ਕੱਟਣਾ ਸ਼ੁਰੂ ਹੋ ਗਿਆ। ਹੁਣ ਜਿਹਦੇ ਥਰੂ ਮੈਨੂੰ ਇਹ ਸਾਰਾ ਕੁਝ ਸਟ੍ਰੈਸ ਦਿੱਤੀ ਜਾ ਰਹੀ ਸੀਗੀ, ਹੁਣ ਉਹ ਉਹਦੇ ਪਿੱਛੇ ਪੈ ਗਿਆ ਇਸ ਦੇ ਵਿੱਚ ਕਿ ਹੀ ਫੇਲਡ, ਉਹਦੇ ਪਿੱਛੇ ਪੈ ਗਿਆ, ਹੀ ਗॉट ਸਟ੍ਰੈਸਫੁਲ। ਉਹ ਬਕਾਇਦਾ ਆਫਿਸ ਤੋਂ ਬਾਹਰ ਨਿਕਲ ਕੇ ਜਿੱਥੇ ਸੈਕਟਰੀ ਬੰਦੀਆਂ ਨੇ ਕੰਮ ਕਰਦੇ ਨੇ, ਉੱਥੇ ਖੜਾ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਿਆ ਬੰਦਾ ਸੀ ਉਹ ਕਈ ਵਾਰੀ। ਮੈਂ ਸਮਝ ਗਿਆ, ਮੈਂ ਕਿਹਾ ਹੁਣ ਅੱਜ ਕੱਲ੍ਹ ਇਹਦੇ ਉੱਪਰ ਸਟ੍ਰੈਸ ਆ ਰਹੀ ਹੈ। ਉਹ ਗੋਰਾ ਸੀ ਇੱਥੇ ਦਾ ਲੋਕਲ। ਉਹਦੇ ਬਾਅਦ ਉਹ ਮੇਰੇ ਕੋਲ ਮੈਨੂੰ ਇੱਕ ਦਿਨ ਫੋਨ ਕਰਦਾ, ਕਹਿੰਦਾ ਕਿ ਡਾਕਟਰ ਸਿੰਘ ਆਈ ਵਾਂਟ ਟੂ ਟਾਕ ਟੂ ਯੂ। ਮੈਂ ਕਿਹਾ ਲੈ ਵੀ ਕੁਝ ਹੋਰ ਪ੍ਰੋਬਲਮ ਆ ਗਈ ਇਹਦੀ। ਤੇ ਉਹਨੂੰ ਮੈਂ ਕਿਹਾ ਓਕੇ ਲੈਟਸ ਸੀ ਦ ਫ੍ਰੀ ਟਾਈਮ ਫॉर ਬੋਥ ਆਫ ਅਸ। ਤੇ ਆ ਜਾ ਮੇਰੇ ਕੋਲ ਆ ਕੇ ਮੈਨੂੰ ਆ ਕੇ ਰੋਣ ਲੱਗ ਪਿਆ। ਕਹਿੰਦਾ ਕਿ ਮੇਰੇ को बहुत स्ट्रेस हुआ, मैं अपने स्ट्रेस रिड्यूस करने वास्ते बुद्धिस्ट से कोल गया हुआ। ਉਹਨਾਂ ਦਾ ਵੀ ਮੈਂ ਮੈਡੀਟੇਸ਼ਨ ਸ਼ੁਰੂ ਕੀਤੀ, ਪਰ ਮੈਨੂੰ ਫਰਕ ਨਹੀਂ ਪੈ ਰਿਹਾ। ਫਿਰ ਮੈਨੂੰ ਖਿਆਲ ਆਇਆ ਕਿ ਡਾਕਟਰ ਸਿੰਘ ਹੈਜ਼ ਡਨ ਇਟ। ਇਹਦੇ ਪਰ ਜਿੰਨਾ ਸਟ੍ਰੈਸ ਸੀਗਾ ਮੈਨੂੰ ਪਤਾ ਆ, ਬਟ ਹੀ ਮੈਨੇਜਡ। ਮੈਨੂੰ ਦੱਸ ਕਿ ਤੈਨੂੰ ਤੇਰੀ ਸਿੱਖੀ ਜਿਹੜੀ ਆ ਇਹ ਤੈਨੂੰ ਕੀ ਸਿਖਾ ਰਹੀ ਹੈ ਕਿ ਤੈਨੂੰ ਕੋਈ ਫਰਕ ਨਹੀਂ ਪਿਆ। ਮੈਂ ਘੰਟਾ ਭਰ ਬੈਠ ਕੇ ਉਹਨੂੰ ਸਿੱਖੀ ਬਾਰੇ ਦੱਸਿਆ ਉਹਨੂੰ ਮੈਂ ਸਿੱਖੀ ਦੀ ਕਾਉਂਸਲਿੰਗ ਦਿੱਤੀ। ਮੈਨੂੰ ਕਹਿੰਦਾ ਕਿ ਕੈਨ ਆਈ ਹੈਵ ਮੋਰ ਸੈਸ਼ਨਸ ਵਿਦ ਯੂ? ਮੈਂ ਕਿਹਾ ਯੈਸ। ਉਹਨੂੰ ਮੈਂ 5-6 ਸੈਸ਼ਨ ਦਿੱਤੇ ਮੇਰੇ ਕੋਲ ਜਦੋਂ ਟਾਈਮ ਹੁੰਦਾ ਸੀ ਕਿ ਅਸੀਂ ਦੋਨੋਂ ਇਕੱਠੇ ਬਹਿ ਜਾਂਦੇ ਸੀਗੇ। ਬਾਅਦ ਚ ਮੈਨੂੰ ਕਹਿੰਦਾ ਕਿ ਡਾਕਟਰ ਸਿੰਘ ਆਈ ਹੋਪ ਆਈ ਵਾਸ ਬੋਰਨ ਇਨ ਅ ਸਿਕ ਫੈਮਿਲੀ। ਆਈ ਹੋਪ ਆਈ ਵਾਸ ਬੋਰਨ ਇਨ। ਮੈਂ ਤਾਂ ਉਹਨੂੰ ਕਿਹਾ, ਮੈਂ ਕਿਹਾ ਕਿ ਡਾਕਟਰ there is no need to be born in a sick family, you can learn it now and you have learned it now। ਤੇ ਹੁਣ ਤੂੰ ਜਿਹੜਾ ਤੈਨੂੰ ਮੈਂ ਦੱਸਿਆ ਵਾ ਤੂੰ ਪ੍ਰੈਕਟਿਸ ਕਰ, that's all। ਤੇ ਇਹ ਹੈ ਕਿ if we are ambassadors, ਤੇ ਬਾਬਾ ਨਾਨਕ ਦਾ ਮੈਸੇਜ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਆਪਣੇ ਆਪ ਦੁਨੀਆ ਤੱਕ ਪਹੁੰਚੇਗਾ। ਪਰ ਜ਼ਰੂਰੀ ਨਹੀਂ ਹੋ ਕਿ ਉਹ ਮੈਸੇਜ ਸਾਡੇ ਘਰਾਂ ਦੇ ਵਿੱਚ ਵੀ ਪਹੁੰਚੇ। ਬਾਬਾ ਨਾਨਕ ਦਾ ਮੈਸੇਜ ਦੁਨੀਆ ਭਰ ਉਹ ਪਹੁੰਚਾ ਕੇ ਆਏ ਨੇ, ਪਰ ਉਹਨਾਂ ਦੇ ਆਪਣੇ ਘਰ ਨਹੀਂ ਪਹੁੰਚਿਆ। ਗੁਰੂ ਅਰਜਨ ਜੀ ਦੁਨੀਆ ਭਰ 'ਚ ਮੈਸੇਜ ਪਹੁੰਚਾਇਆ ਹੈ। ਚੌਥੇ ਗੁਰੂ ਨੇ ਦੁਨੀਆ ਭਰ 'ਚ ਮੈਸੇਜ ਪਹੁੰਚਾਇਆ, ਪਰ ਉਹਨਾਂ ਦੇ ਆਪਣੇ ਘਰ ਪ੍ਰਿਥੀ ਚੰਦ ਮੈਸੇਜ ਨਹੀਂ ਪਹੁੰਚਿਆ। ਸਾਨੂੰ ਉਹਦੇ ਨਾਲ ਡਿਸਕਰੇਜ ਨਹੀਂ ਹੋਣਾ ਆ, ਪਰ ਸਾਨੂੰ ਗੁਰੂ ਨੇ ਚੜ੍ਹਦੀ ਕਲਾ ਬਖਸ਼ੀ ਹੈ ਕਿ ਜਿੱਥੇ ਜਿੱਥੇ ਮੈਸੇਜ ਪਹੁੰਚਾ ਸਕਦੇ ਆ ਆਪਣੇ ਐਜ਼ ਐਨ ਐਂਬੈਸਡਰ ਐਂਡ ਥਰੂ ਈਦ1, ਅਸੀਂ ਉੱਥੇ ਉੱਥੇ ਜਿੱਦਾਂ ਬਾਬਾ ਨਾਨਕ ਨੇ ਸਾਨੂੰ ਸਮਝਾਇਆ ਹੈ ਉਸ ਨੂੰ ਦੇਖ ਕੇ ਗੁਰਦੁਆਰਿਆਂ ਤੋਂ ਬਾਹਰ ਨਿਕਲ ਕੇ, ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਅਸੀਂ ਇਹ ਮੈਸੇਜ ਦੁਨੀਆ ਤੱਕ ਪਹੁੰਚਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਥੈਂਕ ਯੂ ਵੈਰੀ ਮਚ ਜੀ, ਬਹੁਤ ਵਧੀਆ। ਤੁਸੀਂ ਕਈ ਪੁਆਇੰਟਸ ਬੜੇ ਇੰਪੋਰਟੈਂਟ ਟੱਚ ਕੀਤੇ। ਨਾਓ ਵੀ ਹੈਵ ਦੀ ਸਪੀਕਰਸ। ਸਰ ਜਗਜੀਤ ਸਿੰਘ ਜੀ, ਸਰ ਜਗਜੀਤ ਸਿੰਘ ਜੀ, ਤੇਜੀ ਸਾਹਿਬ ਤੁਸੀਂ ਹੈਗੇ ਹੋ ਸਪੀਕਰ? ਵਾਹਿਗੁਰੂ ਜੀ ਕਾ ਫਤਿਹ। ਹਾਂਜੀ, ਮੈਨੂੰ ਪਤਾ ਨਹੀਂ ਸੀ ਕਿ ਮੈਂ ਸਪੀਕਰ ਹੈਗਾ। ਅੱਛਾ, ਨਹੀਂ ਤੁਸੀਂ ਰਜਿਸਟਰ ਕੀਤਾ ਹੋਇਆ ਸੀ? ਨਹੀਂ ਜੀ। ਅੱਛਾ, ਫਿਰ ਕੋਈ ਹੋਰ ਜਗਜੀਤ ਸਿੰਘ ਹੋਣੇ ਆ। ਨਹੀਂ, ਮੇਰਾ ਨਾਮ ਤਾਂ ਜਗਜੀਤ ਸਿੰਘ ਤੇਜੀ ਹੈ, ਪਰ ਨਹੀਂ ਮੈਂ ਵੀ ਜਗਜੀਤ ਸਿੰਘ ਹਾਂ, ਪਰ ਮੈਂ ਵੀ ਐਜ਼ ਅ ਸਪੀਕਰ ਨਹੀਂ ਰਜਿਸਟਰ ਕੀਤਾ। ਚਲੋ ਕੋਈ ਨਹੀਂ। ਅੱਛਾ, ਅੰਮ੍ਰਿਤਪਾਲ ਸਿੰਘ ਜੀ ਹੈਗੇ? ਸਰ ਅੰਮ੍ਰਿਤਪਾਲ ਸਿੰਘ ਜੀ, ਅਮਰਜੀਤ ਕੌਰ, ਮੈਂ ਕਿਹਾ ਸਰਬਜੀਤ ਸਿੰਘ ਜੀ, ਡਾਕਟਰ ਸਰਬਜੀਤ ਸਿੰਘ ਹੋਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਵਾਲ ਇਹ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਕਿਸ ਤਰ੍ਹਾਂ ਪੇਸ਼ ਕੀਤਾ ਜਾਵੇ। ਇਸ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਇਹੋ ਜ਼ਰੂਰੀ ਹੈ, ਖੁਦ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਕਿਹੜੀ ਚੀਜ਼ ਦਾ ਪ੍ਰਚਾਰ ਕਰਨਾ। ਔਰ ਜੇ ਖੁਦ ਨੂੰ ਪਤਾ ਹੋਣਾ ਚਾਹੀਦਾ ਵਾ ਤੇ ਆਪ ਨੂੰ ਗਿਆਨ ਵੀ ਹੋਣਾ ਚਾਹੀਦਾ ਵਾ, ਤਾਂ ਜੋ ਅਸੀਂ ਦੂਸਰਿਆਂ ਤੱਕ ਪਹੁੰਚਾ ਸਕੀਏ। ਔਰ ਉਸ ਵਾਸਤੇ ਜ਼ਰੂਰੀ ਆ
ਕਿ ਸਭ ਤੋਂ ਪਹਿਲਾਂ ਖੁਦ ਅਸੀਂ ਆਪ ਜਿਹੜਾ ਹੈਗਾ ਵਾ ਉਸ ਨੂੰ ਜਿਹੜਾ ਅਪਣਾਈਏ, ਔਰ ਇਹ ਆਪ ਹੀ ਸਭ ਕੰਮ ਕਰਨੇ ਕਰਨੇ ਆ। ਔਰ ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਜੋ ਵੀ ਆਪਣੇ ਕਾਰਜ ਹੈਗੇ ਆ ਉਹ ਸਾਨੂੰ ਆਪ ਹੀ ਸਵਾਰਨੇ ਪੈਣੇ ਆ, ਦੂਸਰਿਆਂ ਦੇ ਆਸ ਨਹੀਂ ਰੱਖਣੀ ਪੈਣੀ। ਕਿਉਂਕਿ ਅੱਜ ਦੀ ਸਥਿਤੀ ਵੇਖੀਏ ਕਿ ਜੇ ਇਹ ਕੰਮ ਸਾਡੇ ਗੁਰਦੁਆਰਾ ਸਾਹਿਬ ਕਰ ਦੇਣਗੇ, ਨਹੀਂ ਕਰ ਸਕਦੇ ਔਰ ਨਾ ਹੀ ਕਰ ਰਹੇ ਆ। ਜੇ ਪੋਲੀਟੀਸ਼ੀਅਨ ਤੇ ਆਸ ਰੱਖੇ ਜੋ ਸਾਡੇ ਨੇਤਾ ਹੈਗੇ ਆ, ਉਹ ਨਹੀਂ ਕਰ ਰਹੇ। ਇਸ ਕਰਕੇ ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਹੀ ਕੰਮ ਕਰਨਾ ਵਾ। ਇਸੇ ਕਰਕੇ ਗੁਰਬਾਣੀ ਇਹੋ ਹੀ ਕਹਿੰਦੀ ਆ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਜਾਵੇ, ਰਾਮ ਨਾਮ ਜਪ ਹਿਰਦੇ ਜਾਪੇ, ਮੁਕਤੇ ਸਗਲ ਸੁਣਾਵੇ। ਪਹਿਲਾਂ ਆਪਣੇ ਆਪ ਨੂੰ ਹੀ ਪ੍ਰਬੋਧਨਾ ਪੈਣਾ ਵਾ, ਕਿਉਂਕਿ ਜੇ ਖੁਦ ਨੂੰ ਹੀ ਪਤਾ ਨਹੀਂਗਾ ਕਿ ਗੁਰਬਾਣੀ ਕੀ ਕਹਿੰਦੀ ਆ, ਗੁਰਬਾਣੀ ਦਾ ਸੰਦੇਸ਼ ਕੀ ਆ, ਤੇ ਮੈਂ ਦੂਸਰਿਆਂ ਤੱਕ ਵੀ ਨਹੀਂ ਪਹੁੰਚਾ ਸਕਦਾ। ਇਸੇ ਕਰਕੇ ਆਪਣੇ ਆਪ ਨੂੰ ਵਿਕਾਰਾਂ ਚੋਂ ਬਾਹਰ ਕੱਢਣਾ ਵਾ, ਆਪਣੇ ਅੰਦਰ ਗੁਰਬਾਣੀ ਦਾ ਜਿਹੜਾ ਹੈਗਾ ਉਹ ਗਿਆਨ ਪੈਦਾ ਕਰਨਾ ਵਾ। ਇਸ ਸੰਬੰਧ ਵਿੱਚ ਬੜਾ ਇੱਕ ਸੁੰਦਰ ਸ਼ਬਦ ਹੈ ਗੁਰਬਾਣੀ ਵਿੱਚ, ਗੁਰੂ ਅਰਜਨ ਸਾਹਿਬ ਦਾ, ਉਦਮ ਕਰਤ ਹੋਏ ਮਨ ਨਿਰਮਲ, ਨਾਚੇ ਆਪ ਨਿਵਾਰੇ। ਵੀ ਪਹਿਲੇ ਇੱਕ ਸਪਸ਼ਟ ਗੱਲ ਕਰ ਦਿੱਤੀ ਕਿ ਉਦਮ ਕਰਨਾ ਪੈਣਾ ਵਾ, ਬਿਨਾਂ ਉਦਮ ਤੋਂ ਕੁਝ ਨਹੀਂ ਹੋਣਾ। ਪੰਜ ਜਨਾਂ ਲੈ ਵਸਗਤ ਰਾਖੇ, ਮਨ ਮੇ ਏਕ ਅੰਕਾਰੇ। ਇਹ ਸਪਸ਼ਟ ਕਹਿ ਦਿੱਤਾ ਕਿ ਆਪਣੇ ਵਿਕਾਰਾਂ ਤੇ ਵੀ ਜਿਹੜਾ ਹੈਗਾ ਵਾ ਕਾਬੂ ਕਰਕੇ ਉਸ ਇੱਕ ਦੇ ਨਾਲ ਜੋੜਨਾ ਵਾ, ਤਾਂ ਅੱਗੇ ਅਸੀਂ ਵੱਧ ਸਕਦੇ ਹਾਂ। ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਗੁਰਬਾਣੀ ਦੇ ਗੁਣ ਗਾਇਨ ਕਰਨੇ ਉਸ ਅਕਾਲ ਪੁਰਖ ਦੇ, ਗੁਰਬਾਣੀ ਦੁਆਰਾ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਆ। ਰਬਾਬ ਖਵਾਜੇ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੇ। ਉਸ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਵਾ, ਅਨਹਦ ਸ਼ਬਦ ਦੇ ਦੁਆਰਾ ਇਹ ਸਾਰੇ ਹੀ ਕੰਮ ਸਾਨੂੰ ਕਰਨੇ ਪੈਣੇ ਆ। ਇਹਦੇ ਅੱਗੇ ਹੀ ਹੋਈ ਲਾਈਨ ਜਿਹੜੀ ਮੈਂ ਪਹਿਲਾਂ ਪੜ੍ਹ ਚੁੱਕਾ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਜਾਵੇ। ਕਿਉਂਕਿ ਜਿਵੇਂ ਆਪਣੇ ਆਪ ਨੂੰ ਇੱਕ ਸੈਂਪਲ ਨਹੀਂ ਪੇਸ਼ ਕਰ ਸਕਦਾ, ਮੈਂ ਇੱਕ ਮਾਡਲ ਨਹੀਂ ਪੇਸ਼ ਕਰ ਸਕਦਾ, ਤੇ ਜ਼ਰੂਰੀ ਗੱਲ ਆ ਦੂਸਰਾ ਵੀ ਮੇਰੀ ਗੱਲ ਨਹੀਂ ਸੁਣੇਗਾ। ਕਿਉਂਕਿ ਇਹ ਜਿਹੜਾ ਹੈਗਾ ਵਾ ਮਨੁੱਖਤਾ ਦਾ ਮਾਮਲਾ ਵਾ, ਸਾਂਝੀ ਵਾਲਤਾ ਦਾ ਮਾਮਲਾ ਵਾ। ਜਿੰਨੀ ਦੇਰ ਤੱਕ ਮੇਰੇ ਅੰਦਰ ਉਹ ਚੀਜ਼ਾਂ ਗੁਣ ਨਹੀਂ, ਮੈਂ ਦੂਸਰੇ ਦੇ ਅੰਦਰ ਐਕਸਪੈਕਟ ਨਹੀਂ ਕਰ ਸਕਦਾ, ਔਰ ਨਾ ਹੀ ਦੂਸਰਿਆਂ ਨੂੰ ਸਮਝਾ ਸਕੂੰਗਾ। ਕਰ ਸੰਗ ਸਾਧੂ ਚਰਨ ਪਖਾਰੇ, ਸੰਤ ਧੂਰ ਤਨ ਲਾਵੇ। ਇੱਥੇ ਗੱਲ ਆ ਗਈ ਆ, ਗੁਰਮੁਖਾਂ ਦੀ ਸੰਗਤ ਦੀ ਆ ਗਈ ਆ, ਔਰ ਗੁਰੂ ਦੀ ਵੀ ਸੰਗਤ ਦੀ ਆ ਗਈ ਆ। ਸਾਂਝੀ ਤੌਰ ਤੇ ਜਿੰਨਾ ਵੀ ਕਰ ਸਕਦੇ ਕਾਰਜ, ਜਿਸ ਤਰ੍ਹਾਂ ਅਸੀਂ ਹੁਣ ਇਕੱਠੇ ਹੋਏ ਆ, ਜੇ ਸਾਂਝੇ ਤੌਰ ਤੇ ਇਹ ਉਪਰਾਲੇ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਫਲਤਾ ਜ਼ਰੂਰ ਲੈ ਸਕਦੇ ਹਾਂ। ਇਸੇ ਕਰਕੇ ਆਮ ਕਹਾਵਤ ਹੈ ਨਾ, 1 ਤੇ 2 11। ਇਹ ਆਪਣੇ ਅੰਦਰ ਕਲੈਕਟਿਵਲੀ ਪੈਦਾ ਵੀ ਕਰਨੀ ਪੈਣੀ ਆ, ਕਿਉਂਕਿ ਸਾਡੇ ਅੰਦਰ ਅੱਜ ਉਹ ਕਲੈਕਟਿਵਨੈਸ ਨਹੀਂ, ਆਪਸੀ ਵਿਚਾਰਾਂ ਵਿੱਚ ਸਾਂਝੀਵਾਲਤਾ ਨਹੀਂ। ਕਿਉਂਕਿ ਅਸੀਂ ਮੇਨ ਟਾਰਗੇਟ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਣ ਦਾ ਨਹੀਂ ਲੈਂਦੇ, ਸਾਡਾ ਬਾਹਰੋਂ ਜ਼ਿਆਦਾ ਸਿੱਖਿਆ ਲੈਣ ਦਾ ਟਾਰਗੇਟ ਹੋ ਗਿਆ ਵਾ। ਇਸੇ ਕਰਕੇ ਜਿੰਨੇ ਵੀ ਸਾਡੇ ਵੱਡੇ ਪ੍ਰਚਾਰਕ ਵੀ ਆ ਜਾਂਦੇ ਆ, ਤੇ ਉਹਨਾਂ ਦੀ ਵੀ ਆਪਸ ਵਿੱਚ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹਨਾਂ ਦਾ ਨੌਲੇਜ ਦਾ ਬੇਸ ਕਿਤੇ ਹੋਰ ਹੁੰਦਾ ਵਾ। ਜੋ ਜੋ ਸੁਨੇ ਪੇਖੇ ਲਾਏ ਸ਼ਰਧਾ, ਤਾਂ ਕਾ ਜਨਮ ਮਰਨ ਦੁੱਖ ਲਾ ਭਾਗੇ। ਇੱਥੇ ਸ਼ਰਧਾ ਦੀ ਵੀ ਲੋੜ ਹੈ। ਸ਼ਰਧਾ ਉਹ ਨਹੀਂ ਜਿਹੜੀ ਸਾਡੀ ਸ਼ਰਧਾ ਵਾ ਗੁਰੂ ਤੇ ਥੋਪਣ ਦੀ। ਸ਼ਰਧਾ ਮੀਨਸ ਜੋ ਗੁਰੂ ਕਹਿੰਦਾ ਵਾ ਉਸ ਦੇ ਮੁਤਾਬਕ ਅਸੀਂ ਕਰਨਾ ਹੈ। ਐਸੀ ਨਿਰਤ ਨਰਕ ਨਿਵਾਰੇ, ਨਾਨਕ ਗੁਰਮੁਖ ਜਾਗੇ। ਤਾਂ ਜਿਹੜਾ ਹੈਗਾ ਅਸੀਂ ਇਸ ਨਰਕ ਚੋਂ ਵੀ ਨਿਕਲ ਸਕਦੇ ਹਾਂ ਕਿ ਜੇ ਇੰਨਾ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾਲ ਸਿੱਖਿਆ ਹੈਗੀ ਆ, ਔਰ ਉਸ ਨੂੰ ਅਸੀਂ ਦੁਨੀਆ ਤੱਕ ਨਹੀਂ ਪਹੁੰਚਾ ਸਕਦੇ। ਇੱਕ ਸਮਝਾ ਸਾਨੂੰ ਸਮਝ ਲੈਣਾ ਚਾਹੀਦਾ ਹੋ ਕਿ ਅਸੀਂ ਖੁਦ ਉਸ ਨਰਕ ਵਿੱਚ ਰਹਿ ਰਹੇ ਹਾਂ। ਗੁਰੂ ਮਹਾਰਾਜ ਨੇ ਤਾਂ ਸਾਨੂੰ ਬੜਾ ਵੱਡਾ ਸਵਰਗ ਦਿੱਤਾ ਸੀਗਾ, ਜਿਹੜਾ ਗੁਰਮੁਖ ਬਣ ਕੇ ਦੁਨੀਆ ਤੱਕ ਪਹੁੰਚਾਉਣਾ ਸੀਗਾ, ਪਰ ਅਸੀਂ ਨਹੀਂ ਪਹੁੰਚਾ ਸਕਿਆ। ਇਸ ਕਰਕੇ ਜਿਹੜਾ ਹੈਗਾ ਵਾ ਸਾਨੂੰ ਉਹ ਸਾਰੀਆਂ ਚੀਜ਼ਾਂ ਵੇਖਣੀਆਂ ਪੈਣੀਆਂ ਵਾ, ਹਰ ਇੱਕ ਪਹਿਲੂ ਤੋਂ, ਕਿ ਕਿਸ ਤਰ੍ਹਾਂ ਜਿਹੜਾ ਆਪਣੇ ਅੰਦਰ ਪੈਦਾ ਕਰ ਸਕਦੇ ਹਾਂ, ਔਰ ਦੂਸਰਿਆਂ ਨੂੰ ਜਿਹੜਾ ਹੈਗਾ ਵਾ ਉਹ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਆਮ ਅਸੀਂ ਕਹਿੰਦੇ ਨਾ, ਸਾਡੇ ਸਰੀਰ ਮੂੰਹ ਦੀਆਂ ਗ੍ਰੰਥੀਆਂ ਹੈਗੀਆਂ, ਜਦੋਂ ਅਸੀਂ ਬੁਰਕੀ ਪਾਉਂਦੇ ਹਾਂ ਤੇ ਉਹ ਇਕੱਠੀਆਂ ਹੋ ਕੇ ਰਸ ਪੈਦਾ ਕਰਕੇ ਤੇ ਪੇਟ ਦੇ ਵਿੱਚ ਰਸ ਪੈਦਾ ਕਰਕੇ ਖਾਣਾ ਹਜਮ ਦੀ ਗੱਲ ਕਰਦੀ ਆ। ਬਿਲਕੁਲ ਇਸੇ ਤਰ੍ਹਾਂ ਸਾਨੂੰ ਗ੍ਰੰਥੀ ਇਹੋ ਜਿਹੇ ਹੋਣੇ ਚਾਹੀਦੇ ਹੈਗੇ ਆ। ਜਿਹੜਾ ਸ਼ਬਦ ਗੁਰੂ ਗ੍ਰੰਥੀ ਦਾ ਮਤਲਬ ਇਹ ਨਹੀਂ ਕਿ ਮੈਂ ਅੱਜ ਕੱਲ੍ਹ ਦੇ ਪ੍ਰਚਾਰ ਜਿਹੜੇ ਪ੍ਰੀਚਰ ਦੀ ਗੱਲ ਕਰ ਰਿਹਾ ਵਾਂ। ਹਰ ਇੱਕ ਸਿੱਖ ਨੇ ਗ੍ਰੰਥੀ ਬਣਨਾ ਵਾ। ਗੁਰੂ ਸਾਹਿਬ ਦੀਆਂ ਜੇ ਸਿੱਖਿਆਵਾਂ ਨੂੰ ਜਿਹੜਾ ਹੈਗਾ ਵਾ ਉਹ ਦੂਸਰਿਆਂ ਨੂੰ ਆਸਾਨੀ ਨਾਲ ਸਮਝਾ ਸਕੇ। ਜੇ ਖੁਦ ਹੀ ਕਨਫਿਊਜ਼ਨ 'ਚ ਹੈਗਾ ਵਾ ਤੇ ਉਹ ਦੂਸਰਿਆਂ ਨੂੰ ਨਹੀਂ ਸਮਝਾ ਸਕੇ। ਇਸ ਕਰਕੇ ਆਪਣੇ ਆਪ ਦਾ ਉਹਦਾ ਇੰਨਾ ਹੋਣਾ ਚਾਹੀਦਾ ਕਿ ਦੂਸਰਿਆਂ ਤੱਕ ਜਿਹੜਾ ਹੈਗਾ ਵਾ ਉਹ ਠੀਕ ਤਰੀਕੇ ਨਾਲ, ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ, ਉਹਨਾਂ ਦੀ ਭਾਸ਼ਾ ਦੇ ਲਿਹਾਜ਼ ਨਾਲ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਠੀਕ ਤਰ੍ਹਾਂ ਸਮਝਾ ਸਕੇ। ਇਸ ਕਰਕੇ ਜ਼ਰੂਰੀ ਹੈ ਕਿ ਜੋ ਵੀ ਪ੍ਰਚਾਰਕ ਜਾਂ ਗ੍ਰੰਥੀ ਜਾਂ ਜੋ ਵੀ ਅਸੀਂ ਕਹਿ ਲਈਏ ਜਾਂ ਆਪਣੇ ਆਪ ਨੂੰ ਕਹਿ ਲਈਏ,
ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਜਿਹੜਾ ਆਪਣੇ ਆਪ ਨੂੰ ਵੀ ਪਛਾਣ ਸਕਦਾ ਵਾ ਤੇ ਉਸ ਅਕਾਲ ਪੁਰਖ ਨੂੰ ਬੁੱਝ ਵੀ ਸਕਦਾ ਵਾ। ਔਰ ਉਸ ਕਰਕੇ ਤੇ ਜ਼ਰੂਰੀ ਹੈਗਾ ਤੇ ਸਾਨੂੰ ਪਹਿਲੋਂ ਤੇ ਆਪ ਖੁਦ ਗੁਰਬਾਣੀ ਪੜ੍ਹਨੀ ਤੇ ਸਮਝਣੀ ਪੈਣੀ ਆ, ਉਸਦੇ ਭਾਵ ਅਰਥ ਸਮਝਣੇ ਪੈਣੇ ਆ, ਜੀਵਨ ਵਿੱਚ ਅਪਣਾਉਣਾ ਪੈਣਾ ਵਾ। ਔਰ ਖਾਸ ਤੌਰ ਤੇ ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਲੈਣੀ ਆ। ਜੋ ਮਨਕਰਤ ਕਹਾਣੀਆਂ ਜਾਂ ਕਰਾਮਾਤੀ ਕਹਾਣੀਆਂ ਸਾਨੂੰ ਪੇਸ਼ ਕੀਤੀਆਂ ਜਾਂਦੀਆਂ ਵਾ, ਉਹਨਾਂ ਤੋਂ ਦੂਰ ਕਰਨਾ ਆਪਣੇ ਆਪ ਨੂੰ ਵੀ ਔਰ ਦੂਸਰਿਆਂ ਨੂੰ ਵੀ ਦੂਰ ਕਰਨਾ। ਔਰ ਖਾਸ ਤੌਰ ਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਨਬਿਲਟ ਗ੍ਰਾਮਰ ਹੈਗੀ ਆ, ਔਰ ਉਸ ਗ੍ਰਾਮਰ ਦਾ ਵੀ ਸਾਨੂੰ ਨੌਲੇਜ ਹੋਣਾ ਚਾਹੀਦਾ ਵਾ ਤਾਂ ਜੋ ਦੂਸਰੇ ਅੱਗੇ ਅਸੀਂ ਪੇਸ਼ ਕਰ ਸਕੀਏ। ਔਰ ਇਹ ਸਭ ਵਾਸਤੇ ਜ਼ਰੂਰੀ ਹੈਗੀ ਆ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਉਹ ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ, ਆਪਣੇ ਆਪ ਨਾਲ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਖੋਜਣ ਦੀ ਕੋਸ਼ਿਸ਼ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਆਪ ਨਹੀਂ ਸਮਝ ਸਕਾਂਗੇ ਔਰ ਦੂਸਰਿਆਂ ਤੱਕ ਵੀ ਪੇਸ਼ ਨਹੀਂ ਕਰ ਸਕਾਂ। ਇਸ ਕਰਕੇ ਸਭ ਤੋਂ ਜ਼ਰੂਰੀ ਗੱਲ ਹੈਗੀ ਆ ਕਿ ਚੰਗੇ ਗ੍ਰੰਥੀ ਜਿਹੜੇ ਹੈਗੇ ਆ, ਹੋ ਸਕਦਾ ਸਾਨੂੰ ਨਾਲ ਲੱਭ ਸਕਣ, ਪਰੰਤੂ ਅਸੀਂ ਆਪ ਗੁਰਬਾਣੀ ਦੇ ਦੁਆਰਾ ਖੁਦ ਚੰਗੇ ਰਾਗੀ ਵੀ ਬਣ ਸਕਦੇ ਹਾਂ, ਚੰਗੇ ਗ੍ਰੰਥੀ ਵੀ ਬਣ ਸਕਦੇ ਹਾਂ। ਔਰ ਜੇ ਇਹ ਉਪਰਾਲਾ ਕਰੀਏ ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਹਰ ਇੱਕ ਸਿੱਖ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਮਾਡਲ ਪੇਸ਼ ਕਰੇ ਤਾਂ ਆਪਣੇ ਆਪ ਜਿਹੜਾ ਹੈਗਾ ਵਾ ਉਸ ਚੀਜ਼ ਨੂੰ ਅਸੀਂ ਅੱਗੇ ਵਧਾ ਸਕਦੇ ਹੈਗੇ ਹਾਂ। ਕਿਉਂਕਿ ਗੁਰਬਾਣੀ 'ਚ ਵੇਖਿਆ ਜਾਵੇ, ਕੀਰਤਨ ਵਿੱਚ ਗੁਰੂ ਮਹਾਰਾਜ ਨੇ ਸਪਸ਼ਟ ਕਿਹਾ ਹੈ, ਖਾਲੀ ਵਾਜੇ ਤੇ ਗਾਇਨ ਦੀ ਗੱਲ ਨਹੀਂ ਕੀਤੀ। ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਹਰ ਕੀਰਤਨ ਮੈਂ ਇਹ ਮਨ ਜਾਗੇ। ਕੀਰਤਨ ਦੇ ਉਹ ਵਾ ਜਿਹੜਾ ਸਾਡੇ ਦੇ ਮਨ ਦੇ ਅੰਦਰ ਜਾਗਰਤੀ ਪੈਦਾ ਕਰ ਦਿੰਦਾ। ਔਰ ਜਾਗਰਤੀ ਤਾਂ ਪੈਦਾ ਕਰਨੀ ਆ ਜੇ ਜੀਵਨ ਜਿਹੜਾ ਸ਼ਬਦ ਹੈਗਾ ਵਾ ਉਸਦੀ ਸਹੀ ਜਾਣਕਾਰੀ ਸਾਨੂੰ ਮਿਲਦੀ ਹੈਗੀ ਆ, ਔਰ ਸਹੀ ਜਾਣਕਾਰੀ ਨੂੰ ਜਿਹੜਾ ਹੈਗਾ ਵਾ ਉਹ ਅੱਗੇ ਪੇਸ਼ ਕਰ ਸਕਦੇ ਆ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਆ, ਗੁਰਬਾਣੀ ਵਿੱਚ ਸ਼ਬਦ ਹੈ, ਜਿੱਥੇ ਸੁਵਸਤ ਨਾ ਜਾਪੀ ਆਪੇ ਵਰਤੋ ਜਾਣ, ਨਾਨਕ ਗਾਹਕ ਕਿਉਂ ਲਏ ਲਖ ਸਕੇ ਨਾ ਵਸਤ ਪਛਾਣ। ਹੁਣ ਅਸੀਂ ਗੁਰਬਾਣੀ ਦੇ ਗਾਹਕ ਵੀ ਲੱਭਣੇ ਹੈਗੇ ਆ। ਹੁਣ ਗਾਹਕ ਜਿਹੜਾ ਹੈਗਾ ਵਾ ਉਹੀ ਚੀਜ਼ ਖਰੀਦਦਾ ਵਾ ਜਿਹੜੀ ਉਸ ਨੂੰ ਪਛਾਣ ਸਕਦਾ ਵਾ। ਉਸ ਦੇ ਅੰਦਰ ਅਸੀਂ ਅਗਰ ਪੈਦਾ ਕਰ ਦਿੱਤਾ ਕਿ ਵੇਖ ਇਹ ਚੀਜ਼ ਜਿਹੜੀ ਹੈਗੀ ਆ ਤੇਰੇ ਵਾਸਤੇ, ਤੈਨੂੰ ਰਿਕੁਆਇਰਡ ਵੀ ਆ ਔਰ ਤੇਰੇ ਵਾਸਤੇ ਸੂਟੇਬਲ ਵੀ ਹੈਗੀ ਆ। ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ, ਗੁਰਬਾਣੀ ਦੇ ਫਾਇਦੇ ਸਾਨੂੰ ਦੂਸਰਿਆਂ ਦੇ ਮਨ ਦੇ ਅੰਦਰ ਪਾਉਣੇ ਪੈਣੇ ਆ ਕਿ ਪਛਾਣਨਾ ਪੈਣਾ ਕਿ ਹਾਂ ਇਹ ਗੁਰਬਾਣੀ 'ਚ ਇਹ ਚੀਜ਼ ਹੈਗੀ ਆ ਔਰ ਤੈਨੂੰ ਇਸ ਚੀਜ਼ ਦਾ ਇਸ ਤਰ੍ਹਾਂ ਤੇ ਇਹ ਫਾਇਦਾ ਹੋ ਸਕਦਾ ਵਾ, ਉਹ ਚੀਜ਼ ਜ਼ਰੂਰੀ ਕਰਨੀ ਹੈਗੀ ਆ। ਔਰ ਦੂਸਰੀ ਗੁਰੂ ਮਹਾਰਾਜ ਨੇ ਇੱਕ ਹੋਰ ਬੜੀ ਸਾਨੂੰ ਵਾਰਨਿੰਗ ਵੀ ਦਿੱਤੀ ਹੈਗੀ ਆ, ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋਂ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਕਾਏ। ਜੇ ਗਾਹਕ ਨਹੀਂ ਹੈ ਨਾ ਤੇ ਉਸ ਚੀਜ਼ ਦੀ ਵੈਲਿਊ ਵੀ ਕੋਈ ਨਹੀਂ ਆਉਂਦੀ, ਔਰ ਜੇ ਉਸ ਚੀਜ਼ ਦੇ ਗਾਹਕ ਲੱਭ ਲਈਏ ਤਾਂ ਲੱਖਾਂ 'ਚ ਕੀਮਤ ਜਿਹੜੀ ਹੈਗੀ ਚੀਜ਼ ਵੇਖ ਸਕਦੀ ਹੈਗੀ ਆ। ਇਸ ਕਰਕੇ ਗੁਰਬਾਣੀ ਦੀ ਸਾਨੂੰ ਕਦਰ ਕੀਮਤ ਵੀ ਰੱਖਣੀ ਪੈਣੀ ਆ। ਜੋ ਅੱਜ ਅਸੀਂ ਸੜਕਾਂ ਤੇ ਲੰਗਰ ਨੂੰ ਰੋੜ ਰਹੇ ਹਾਂ, ਬਰਬਾਦੀ ਆਪਣੀ ਵੀ ਕਰ ਰਹੇ ਹਾਂ, ਬਦਨਾਮੀ ਵੀ ਕਰ ਰਹੇ ਹਾਂ। ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਵਾ ਕਿ ਗੁਰਬਾਣੀ ਦੇ ਗੁਣਾਂ ਦਾ, ਜੋ ਅਕਾਲ ਪੁਰਖ ਦੇ ਗੁਣ ਹੈ, ਉਹਨਾਂ ਦਾ ਵਪਾਰ ਕਰਨਾ ਔਰ ਉਹਨਾਂ ਦੀ ਖੁਦ ਕਦਰ ਵੀ ਕਰਨੀ ਆ ਔਰ ਲੋਕਾਂ ਦੇ ਅੰਦਰ ਵੀ ਉਹ ਕਦਰ ਪੈਦਾ ਕਰਨੀ ਆ ਤਾਂ ਜੋ ਜਿਹੜੀ ਹੈਗਾ ਲੋਕੀ ਉਸ ਸਹੀ ਦਿਸ਼ਾ ਵੱਲ ਜਾ ਸਕਣ। ਔਰ ਸਭ ਕੁਝ ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈਗੀ ਆ ਆਪਣੇ ਖੁਦ ਦੇ ਹਉਮੈ ਤੇ ਕਾਬੂ ਕਰਨਾ। ਹਉਮੈ ਮੇਟ ਸ਼ਬਦ ਸੁਖ ਹੋਈ, ਆਪ ਵਿਚਾਰੇ ਗਿਆਨੀ ਸੋਈ। ਆਪਣੇ ਹਉਮੈ ਨੂੰ ਖਤਮ ਕਰਨਾ ਵਾ। ਜਦੋਂ ਅਸੀਂ ਆਪਣੇ ਹਉਮੈ ਨੂੰ ਖਤਮ ਕਰ ਲਾਂਗੇ, ਆਪਣੇ ਆਪ ਨੂੰ ਨੀਵਾਂ ਕਰ ਲਾਂਗੇ, ਤਾਂ ਜ਼ਰੂਰੀ ਗੱਲ ਹੈ ਕਿ ਕੁਝ ਪ੍ਰਭਾਵ ਦੂਸਰੇ ਉੱਪਰ ਵੀ ਪਏਗਾ। ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੋ ਜਾਏਗਾ, ਔਰ ਜਦੋਂ ਗੱਲ ਸੁਣਨ ਨੂੰ ਤਿਆਰ ਹੋ ਜਾਏਗਾ, ਅਗਰ ਉਸ ਦੇ ਉੱਪਰ ਸ਼ਬਦ ਦੀ ਲੇਪ ਲਾ ਦਿੰਦੇ ਆ ਤਾਂ ਜ਼ਰੂਰੀ ਗੱਲ ਹੈਗਾ ਵਾ ਕਿ ਉਹ ਜਿਹੜਾ ਹੈਗਾ ਉਸ ਦਾ ਪ੍ਰਭਾਵ ਜ਼ਰੂਰ ਹੋਏਗਾ। ਗੁਰਬਾਣੀ ਖੁਦ ਸੱਚ ਦੇ ਆਧਾਰ ਤੇ ਹੈ ਔਰ ਇਸ ਦੇ ਵਿੱਚ ਗੁਰੂ ਮਹਾਰਾਜ ਨੇ ਖਾਸ ਤੌਰ ਤੇ ਉਪਰਾਲਾ ਕੀਤਾ ਕਿਸੇ ਤਰ੍ਹਾਂ ਦੀ ਮਿਲਾਵਟ ਨਾ ਹੋਵੇ। ਪਰ ਅੱਜ ਸਾਡੇ ਇੰਨੀ ਮਿਲਾਵਟ ਹੋ ਚੁੱਕੀ ਆ ਕਿ ਸਵਾਏ ਗੁਰਬਾਣੀ ਤੋਂ ਸਭ ਕੁਝ ਹੀ ਪ੍ਰਚਾਰਿਆ ਜਾਂਦਾ ਵਾ। ਇਸ ਕਰਕੇ ਲੋੜ ਹੈਗੀ ਆ ਜੋ ਗੁਰਬਾਣੀ ਦਾ ਸੱਚ ਹੈ ਉਸ ਨੂੰ ਆਪ ਸਮਝਿਆ ਜਾਵੇ ਤੇ ਉਸ ਨੂੰ ਪਛਾਣ ਕੇ ਅੱਗੇ ਪੇਸ਼ ਕੀਤਾ ਜਾਵੇ। ਇਸੇ ਕਰਕੇ ਗੁਰਬਾਣੀ 'ਚ ਵੀ ਕਹਿੰਦੇ ਆ, ਪ੍ਰਵਣਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ, ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਉਸ ਸ਼ਬਦ ਨੂੰ ਪਛਾਣਨਾ ਵਾ, ਉਸ ਸੱਚ ਨੂੰ ਪਛਾਣਨਾ ਵਾ, ਖੁਦ ਸਚਿਆਰ ਬਣਨ ਦੀ ਕੋਸ਼ਿਸ਼ ਕਰਨਾ ਵਾ
ਔਰ ਜਦੋਂ ਖੁਦ ਸਚਾਰ ਬਣਨ ਵਾਸਤੇ ਦੂਸਰਿਆਂ ਨੂੰ ਜਿਹੜਾ ਹੈਗਾ ਕਿ ਪ੍ਰਭਾਵਿਤ ਕਰਾਂਗੇ ਤਾਂ ਜ਼ਰੂਰੀ ਗੱਲ ਹੈਗਾ ਵਾ ਕਿ ਇਹ ਜਿਹੜੀ ਹੈਗੀ ਆ ਗੁਰੂ ਦੀ ਮੱਤ ਜਿਹੜੀ ਹੈਗੀ ਆ ਅਸੀਂ ਦੂਸਰਿਆਂ ਤੱਕ ਵੀ ਜਿਹੜਾ ਹੈਗਾ ਪਛਾਣ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਦੇ ਵਾਸਤੇ ਉਹੀ ਤਰੀਕਾ ਵਰਤਣਾ ਵਾ ਜੋ ਗੁਰੂ ਮਹਾਰਾਜ ਨੇ ਸੰਗਤ ਦੀ ਡੈਫੀਨੇਸ਼ਨ ਕੀ ਆ ਕਿਹਾ, ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਸਤ ਸੰਗਤ ਇੱਕ ਸਕੂਲ ਆ, ਇੱਕ ਪਾਠਸ਼ਾਲਾ ਵਾ ਜਿੱਥੇ ਹਰੀ ਦੇ ਗੁਣ ਸਿਖਾਏ ਜਾਂਦੇ ਆ। ਔਰ ਸਾਨੂੰ ਵੀ ਆਪਣੇ ਰਵਾਇਤੀ ਤਰੀਕੇ ਜੋ ਸਾਡੇ ਗੁਰਦੁਆਰਾ ਚੱਲ ਰਹੇ ਆ ਉਹਨਾਂ ਨੂੰ ਛੱਡ ਕੇ ਬਿਲਕੁਲ ਉਹੀ ਤਰੀਕੇ ਅਪਣਾਉਣੇ ਆ ਜੋ ਸਕੂਲਾਂ 'ਚ, ਕਾਲਜਿਸ, ਯੂਨੀਵਰਸਿਟੀਜ਼ ਵਿੱਚ ਵਰਤੇ ਜਾਂਦੇ ਆ। ਕਿਉਂਕਿ ਗੁਰਬਾਣੀ ਵੀ ਇੱਕ ਮਨ ਨੂੰ ਗਿਆਨ ਦੇਣ ਦਾ ਸਬਜੈਕਟ ਹੈਗਾ ਵਾ, ਬੜੇ ਟੌਪ ਲੈਵਲ ਦਾ ਸਾਈਕੋਲੋਜੀ ਹੈਗੀ ਆ, ਜਿਹੜੀ ਕਿ ਇੱਕ ਸਬਜੈਕਟ ਦੇ ਤੌਰ ਤੇ ਜਿਸ ਤਰ੍ਹਾਂ ਬਾਕੀ ਸਬਜੈਕਟ ਪੜ੍ਹਦੇ ਆ ਉਸ ਤਰੀਕੇ ਦੇ ਸਬਜੈਕਟ ਤੌਰ ਤੇ ਪਹਿਲਾਂ ਆਪ ਪੜ੍ਹਨੀ ਆ, ਫਿਰ ਦੂਸਰਿਆਂ ਤੱਕ ਪਹੁੰਚਾਉਣੀ ਆ। ਔਰ ਉਹਦੇ ਵਾਸਤੇ ਬਿਲਕੁਲ ਉਹ ਟੈਕਨੀਕ ਜਿਸ ਤਰ੍ਹਾਂ ਚੈਪਟਰ ਵਾਈਜ਼ ਚੈਪਟਰ ਅਸੀਂ ਗਿਆਨ ਲੈਂਦੇ ਆ, ਗੁਰਬਾਣੀ ਦਾ ਵੀ ਚੈਪਟਰ ਵਾਈਜ਼ ਚੈਪਟਰ ਗਿਆਨ ਦੇਣਾ ਹੈਗਾ। ਜਿਸ ਤਰ੍ਹਾਂ ਰਿਸਰਚ ਕਰਨ ਵਾਸਤੇ ਪਾਰਟੀਕੂਲਰ ਫੀਲਡਸ ਲੈਣੇ ਹੈਗੇ ਆ, ਇਸੇ ਤਰ੍ਹਾਂ ਗੁਰਬਾਣੀ ਜੀਵਨ ਦੇ ਹਰ ਇੱਕ ਪਹਿਲੂ ਤੇ ਗੁਰਬਾਣੀ ਕਿਸ ਤਰ੍ਹਾਂ ਸਾਨੂੰ ਗਾਈਡਲਾਈਨ ਦਿੰਦੀ ਹੈਗੀ ਆ, ਉਹੋ ਜਿਹੇ ਲੈਕਚਰ ਤਿਆਰ ਕੇ ਦੁਨੀਆ 'ਚ ਪੇਸ਼ ਕਰਨੇ ਆ। ਬਿਲਕੁਲ ਸਾਰੇ ਸੈਮੀਨਾਰ ਕਹਿ ਲਓ, ਦੂਸਰੇ ਕਹਿ ਲਓ, ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਕਰਨੀ ਹੈਗੀ ਆ। ਔਰ ਦੂਸਰੀ ਗੱਲ ਗੁਰਬਾਣੀ 'ਚ ਕਿਹਾ, ਅਸੀਂ ਪੜ੍ਹਦੇ ਵੀ ਹੈਗੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ। ਗੁਰਬਾਣੀ ਨੂੰ ਇੱਕ ਰਿਸਰਚ ਦਾ ਫੀਲਡ ਵੀ ਬਣਾਉਣਾ, ਕਿਉਂਕਿ ਜਿਉਂ-ਜਿਉਂ ਗੁਰਬਾਣੀ ਦੇ ਅੰਦਰ ਅਸੀਂ ਡੀਪਲੀ ਜਾਂਦੇ ਆ ਸਾਨੂੰ ਹੋਰ ਕਈ ਜਿਹੜੀ ਗਿਆਨ ਮਿਲਦਾ ਹੈ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਜਿਉਂ-ਜਿਉਂ ਡੀਪਲੀ ਜਾਓ ਤੇ ਉਹਨੇ ਜਿਹੜੇ ਹੈਗੇ ਮਿਨਰਲਸ ਮਿਲਣੇ ਸ਼ੁਰੂ ਹੋ ਜਾਂਦੇ ਆ। ਠੀਕ ਉਸੇ ਤਰ੍ਹਾਂ ਗੁਰਬਾਣੀ ਦਾ ਜਿਉਂ-ਜਿਉਂ ਡੀਪਲੀ ਜਾਵਾਂਗੇ, ਖੋਜ ਕਰਕੇ ਜਾਵਾਂਗੇ ਤਾਂ ਉਹ ਖੋਜ ਜਿਹੜੀ ਹੈਗੀ ਹੈ ਸਾਨੂੰ ਹੋਰ ਗਿਆਨ ਦੇਵੇਗੀ ਔਰ ਉਹ ਗਿਆਨ ਜਿਹੜਾ ਹੈਗਾ ਅਸੀਂ ਦੂਸਰੀਆਂ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਇਸ ਕਰਕੇ ਲੋੜ ਹੈਗਾ ਵਾ ਕਿ ਅਸੀਂ ਸਾਰੀਆਂ ਗਾਈਡਲਾਈਨਸ ਦਾ ਜਿਹੜੇ ਹੈਗੀ ਆ ਗੁਰਬਾਣੀ ਤੋਂ ਲਈਏ। ਔਰ ਗੁਰਬਾਣੀ ਸਾਨੂੰ ਇਹੋ ਹੀ ਕਹਿੰਦੀ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਇੰਪੋਰਟੈਂਟ ਕਈ ਚੀਜ਼ਾਂ ਛੂ ਲਈਆਂ ਜਿਹੜੀਆਂ ਅਸੀਂ ਕਰਨੀਆਂ ਚਾਹੁੰਦੇ ਆ। ਹੁਣ ਸਾਡੇ ਕੋਲ ਸਰਦਾਰ ਮਨਮੋਹਨ ਸਿੰਘ ਜੀ। ਵੀਰ ਜੀ ਮੈਂ ਜਗਜੀਤ ਸਿੰਘ ਬੋਲਦਾ, ਮੈਂ ਪ੍ਰਪੇਅਰ ਨਹੀਂ ਕੀਤਾ ਪਰ ਮੈਂ ਬੋਲਣ ਨੂੰ ਤਿਆਰ ਹਾਂ। ਅੱਛਾ ਜੀ, ਮੈਂ 1 ਮਿੰਟ ਆਨਾ ਜੀ। ਕਰਨਲ ਮਨਮੋਹਨ ਸਿੰਘ ਜੀ, ਤੁਸੀਂ ਆਈ ਕੁਡ ਸੀ ਯੂ, ਤੁਸੀਂ ਪਹਿਲੇ ਕਰਨਾ। ਹਾਂਜੀ ਵੀਰ ਜੀ, ਮੈਂ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਰਜਿਸਟਰ ਸਪੀਕਰ ਲਈ ਨਹੀਂ ਕਰਵਾਇਆ ਸੀ। ਮੈਂ ਭੈਣ ਜੀ ਬੀਬਾ ਮਨਦੀਪ ਕੌਰ ਜੀ ਨੂੰ ਕਿਹਾ ਸੀ ਕਿ ਮੈਂ ਐਜ਼ ਆਡੀਅੰਸ ਹੀ ਇਸ ਤੇ ਕੋਈ ਗੱਲ ਨਹੀਂ। ਥੈਂਕ ਯੂ। ਹਾਂਜੀ, ਡਾਕਟਰ ਜਗਜੀਤ ਸਿੰਘ ਜੀ। ਹਾਂਜੀ, ਹੋ ਸਕਦਾ ਹੈ ਅਖੀਰ ਵਿੱਚ ਕੁਝ ਅਗਰ ਕੁਝ ਪੁਆਇੰਟ ਹੋਣਗੇ। ਠੀਕ ਹੈ, ਵੀ ਵਿਲ ਓਪਨ ਅਪ। ਹਾਂਜੀ, ਜਗਜੀਤ ਸਿੰਘ ਤੇਜੀ ਜੀ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਵਕਤ ਕੰਮ ਤੇ ਹੈਗਾ, ਮੇਰੇ ਕੋਲ ਟਾਈਮ ਹੈਗਾ ਬੋਲਣ ਦਾ, ਤੇ ਮਾਫ ਕਰਨਾ ਮੈਂ ਚੰਗੀ ਤਰ੍ਹਾਂ ਆਪਣੇ ਆਪ ਨੂੰ ਕੱਪੜੇ ਕੁਪੜੇ ਨਹੀਂ ਪਾਏ। ਤੇ ਮੇਨ ਚੀਜ਼ ਜਿਹੜੀ ਹੁਣੇ ਪਹਿਲੋਂ ਵਾਲੇ ਸਪੀਕਰ ਨੇ ਬੋਲਿਆ ਹੈਗਾ, ਕੋਟੇਸ਼ਨ ਸਭ ਲਾਗੂ ਹੈ। ਅਸੀਂ ਆਪਣੇ, ਇਹਦਾ ਮਤਲਬ ਕਿ ਜਦੋਂ ਇੱਥੇ ਕੋਈ ਗੁਰਦੁਆਰੇ ਨਹੀਂ ਹੁੰਦੇ ਸੀਗੇ ਤੇ ਜੇ ਅਸੀਂ ਵੇਟ ਕਰੀਏ ਕਿ ਉਹ ਆਉਣ ਤੇ ਸਾਨੂੰ ਸਮਝਾਉਣ, ਤੇ ਗੁਰੂਆਂ ਨੇ ਸਾਨੂੰ ਸ਼ੁਰੂ ਤੋਂ ਹੀ ਪੋਥੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖ ਕੇ ਪੜ੍ਹ ਕੇ ਦਿੱਤੀ ਹੈ, ਜਿਹੜੀ ਅਸੀਂ ਚਾਹੁੰਦੇ ਕਿ ਕੋਈ ਹੋਰ ਸਾਨੂੰ ਸੁਣਾ ਕੇ ਜਾਵੇ। ਤੇ ਮੈਂ ਆਪਣੇ ਆਪ ਦੇ ਵਿੱਚ ਅਗਰ ਦੇਖਦਾ ਹੈਗਾ ਤੇ ਇਹਦਾ ਮਤਲਬ ਕਿ ਜਦੋਂ ਮੈਂ 56 ਸਾਲ ਪਹਿਲਾਂ ਆਇਆ ਸੀ, 13 ਸਾਲ ਦਾ, ਇਹਦਾ ਮਤਲਬ ਕੁਝ ਸਿੱਖਿਆ ਨਹੀਂ ਹੋਣਾ ਚਾਹੀਦਾ ਸੀ। ਜਿਹੜੀ ਕੋਈ ਚੀਜ਼ ਪਿਆਰੀ ਲੱਗਦੀ ਹੈ ਪੇਰੈਂਟਸ ਨੂੰ, ਆਪਣੇ ਬੱਚਿਆਂ ਨੂੰ, ਉਹੀ ਅਸੀਂ ਸਿਖਾਉਂਦੇ ਹਾਂ। ਐਂਡ ਦੈਟ ਇਜ਼ ਵਾਟ ਮਾਈ ਪੇਰੈਂਟਸ ਟੌਟ ਮੀ, ਕਿ ਟਾਈਮ ਸੇ ਟਾਈਮ ਜਦੋਂ ਟਾਈਮ ਆਉਂਦਾ ਗਿਆ, ਪਾਠ ਵੀ ਆ ਗਿਆ, ਗੁਰੂ ਦੀ ਚਰਨੀ ਵੀ ਬਹਿ ਗਏ, ਅੰਮ੍ਰਿਤ ਵੀ ਛਕ ਲਿਆ, ਵਿਆਹ ਵੀ ਹੋ ਗਿਆ, ਹੁਣ ਬੱਚੇ ਹੋਏ। ਬੱਚਿਆਂ ਨੂੰ ਵੀ ਤੁਸੀਂ ਆਪੇ ਹੀ ਕਰਨਾ ਜੋ ਤੁਸੀਂ ਕਰ ਰਹੇ ਹੋ। ਇਹਦੇ 'ਚ ਕੋਈ ਸਪੈਸ਼ਲ ਆਡੀਅנס ਜਾਂ ਕੋਈ ਪਲੇਟਫਾਰਮ ਦੀ ਲੋੜ ਨਹੀਂ ਹੈ।
ਅਸੀਂ ਬਾਕੀ ਚੀਜ਼ਾਂ ਅਗਰ ਬੱਚਿਆਂ ਨੂੰ ਸਿਖਾ ਸਕਦੇ ਆ ਬਗੈਰ ਦੱਸੇ ਸਮਝਾਏ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇੱਥੇ ਕੀ ਦਿੱਕਤ ਹੁੰਦੀ ਹੈ ਕਿ ਅਸੀਂ ਅਗਰ ਬੱਚੇ ਨੂੰ ਕਹੀਏ ਵੀ ਕਹਿਣਾ ਨਹੀਂ ਪੈਂਦਾ ਕਿ ਤੂੰ ਟੈਲੀਫੋਨ ਤੇ ਕਿੱਦਾਂ ਗੱਲਬਾਤ ਕਰਨੀ ਹੈ, ਜਾਂ ਕੋਈ ਆਂਦਾ ਤੇ ਫਤਿਹ ਕਿੱਦਾਂ ਬੁਲਾਣੀ ਹੈ, ਬੱਚਾ ਆਪੇ ਹੀ ਸਿੱਖ ਜਾਂਦਾ ਹੈ। ਅਗਰ ਅਸੀਂ ਬੱਚਿਆਂ ਨੂੰ ਟਾਈਮ ਸਿਰ ਆਪਣੇ ਚਰਨੀ ਬਿਠਾਈਏ ਗੁਰੂ ਦੇ, ਉਹਦੀ ਇੰਪੋਰਟੈਂਸ ਦਸੀਏ, ਹਰ ਰੈਫਰੈਂਸ ਦੇ ਵਿੱਚ ਗੁਰੂ ਦੀ ਪ੍ਰੈਜ਼ੈਂਸ ਤੇ ਬਲੈਸਿੰਗ ਤੇ ਅਕਾਲ ਪੁਰਖ ਪਰਮਾਤਮਾ ਦੀ ਬਲੈਸਿੰਗ ਮੰਨੀਏ, ਇਹ ਵਾਹਿਗੁਰੂ ਦਾ ਹੁਕਮ ਹੈ। ਅੱਗੇ ਫਿਰ ਬੱਚੇ ਜੋ ਹੁੰਦੇ ਆ ਉਹਨਾਂ ਨੂੰ ਅਸੀਂ ਚਰਨੀ ਬਿਠਾਈਏ, ਠੀਕ ਹੈ ਨਾ। ਹਰ ਵਿਆਹ ਤੇ ਹਰ ਪੇਰੈਂਟਸ ਆਪਣੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਪ੍ਰੈਜ਼ੈਂਟ ਕਰੇ ਜਾਂ ਮੀਨਿੰਗ ਪ੍ਰੈਜ਼ੈਂਟ ਕਰੇ। ਇਹ ਤੁਸੀਂ ਕਹਿੰਦੇ ਹੋ ਨਾ ਕਿ ਕਿੱਦਾਂ ਗੁਰਬਾਣੀ ਬਣੀ ਹੈ, ਦਿਸ ਇਜ਼ ਸੋ ਇੰਪੋਰਟੈਂਟ ਕਿ ਹਰ ਇਨਸਾਨ, ਹਰ ਸਿੱਖ ਆਪਣੇ ਬੱਚਿਆਂ ਨੂੰ ਵਿਆਹ ਤੇ ਇਹ ਪ੍ਰੈਜ਼ੈਂਟ ਕਰੇ। ਅੱਜ ਕੱਲ ਇੰਨੇ ਇੰਟਰਨੈਟ ਤੇ ਹੋ ਗਏ ਆ, ਪੋਥੀਆਂ ਵੀ ਹੋ ਗਈਆਂ, ਮਗਰ ਇੱਕ ਜਦੋਂ ਤੁਸੀਂ ਦਿੰਦੇ ਹੋ ਕੋਈ ਪ੍ਰੈਜ਼ੈਂਟ ਆਪਣੇ ਬੱਚੇ ਨੂੰ, ਇਹ ਦਿਓ। ਮੇਰੀ ਤਾਂ ਇਹੀ ਅਰਦਾਸ ਹੈ ਰੋਜ਼ ਦੀ। ਤੁਸੀਂ ਕਿਹਾ ਪ੍ਰਪੇਅਰ ਮੈਂ ਰੋਜ਼ ਦਾ ਮੇਰੀ ਦਿਸ ਇਜ਼ ਅ ਲੈਕਚਰ ਐਵਰੀ ਡੇ, whether I'm talking to Americans, whether I'm talking to my family or anybody, it's the same thing। ਬਸ ਇਹੀ ਮੈਂ ਕਹਿਣਾ ਅਰਜ਼ ਹੈ ਕਿ ਅਸੀਂ ਗੁਰਬਾਣੀ ਬਣੀਏ, ਆਪਣੇ ਐਕਸ਼ਨਸ ਆਪੇ ਚੇਂਜ ਹੋ ਜਾਣਗੇ। ਦੁਨੀਆ ਆਪੇ ਹੀ ਕਹੇਗੀ ਕਿ ਤੁਸੀਂ ਕਿਉਂ ਇਦਾਂ ਕਰਦੇ ਹੋ, ਕਿੱਦਾਂ ਆਪਣੇ ਬੱਚਿਆਂ ਨੂੰ ਰੇਸ ਕਰਦੇ ਹੋ। ਮੈਂ ਤਾਂ ਕੁਛ ਨਹੀਂ ਕੀਤਾ, ਗੁਰੂ ਦੇ ਲੜ ਲਾ ਦਿਓ। ਟਰਾਂਸਫਰਮੇਸ਼ਨ ਦੀ ਲੋੜ ਹੈ, ਟਰਾਂਸਫਰਮੇਸ਼ਨ ਹੋ ਜਾਏਗੀ। ਜਿਹੜੀਆਂ ਬਾਕੀ ਦੀਆਂ ਚੀਜ਼ਾਂ 24 ਘੰਟੇ 'ਚ ਕਰ ਕਰਕੇ ਅਸੀਂ ਐਕਸਪਰਟਸ ਹੋ ਜਾਂਦੇ ਹਾਂ, ਇੱਥੇ ਵੀ ਹੋ ਜਾਵਾਂਗੇ। ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਕਿਸੇ ਨੂੰ ਲੈਕਚਰ ਦੇਣ ਦੀ ਲੋੜ ਨਹੀਂ ਹੈ। ਫॉर ਮੀ ਲਾਈਫ ਇਜ਼ ਅ ਐਕਸਪੀਰੀਅੰਸ ਹੀ ਹੈ। ਤੇ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸਮਝ ਕੇ ਪੜ੍ਹੀਏ, ਤੇ ਅਸੀਂ ਆਪਣੀ ਰਾਗੀ ਬਣ ਜਾਂਦੇ ਹਾਂ ਤੇ ਆਪਣੀ ਅਸੀਂ ਗ੍ਰੰਥੀ ਬਣ ਜਾਂਦੇ ਹਾਂ। ਤੇ ਅਸੀਂ ਇਹ ਤਾਂ ਹੈ ਨਹੀਂ ਕਿ 2039 ਸਾਲ ਦੇ ਲਿਖੀ ਹੋਈ ਇੱਕਦਮ ਆ ਜਾਏ। ਅਗਰ ਅਸੀਂ ਕਹੀਏ ਟਰਾਂਸਫਰਮੇਸ਼ਨ ਓਵਰਨਾਈਟ ਹੋ ਜਾਏ, ਓਵਰਨਾਈਟ ਨਹੀਂ ਹੋਏਗੀ। ਜਿਹੜੀ ਚੀਜ਼ ਨੂੰ ਇੰਨੇ ਸਾਲ ਲੱਗੇ ਵਿਗੜੀ ਨੂੰ, ਉਨੇ ਹੀ ਸਾਲ ਅੱਗੇ ਲੱਗਣੇ ਠੀਕ ਕਰਨ ਨੂੰ। ਸੋ ਵਨ ਸ਼ਾਰਟ ਸੋਲੂਸ਼ਨ ਇਜ਼ ਨਾਟ ਦੀ ਆਂਸਰ। 2-3 ਜਨਰੇਸ਼ਨ ਅੱਗੇ ਸੋਚ ਕੇ ਟਰਾਂਸਫਰਮੇਸ਼ਨ ਹੋਏਗੀ। ਕੈਨ ਵੀ ਲਿਵ ਆਊਟ ਆਫ ਦ ਬਾਡੀ, ਜਿਸ ਤਰ੍ਹਾਂ ਆਪਣੇ ਗੁਰੂਆਂ ਨੇ ਅੱਜ ਵੀ ਜੀ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬੜੇ ਇੰਪੋਰਟੈਂਟ, ਬਹੁਤ ਵਧੀਆ ਤਰੀਕੇ ਨਾਲ ਮੈਨੂੰ ਯਾਦ ਆ ਗਿਆ। ਸਾਡੇ ਇੱਥੇ ਮੈਂ ਕਿਹਾ ਮੋਸਟ ਆਫ ਯੂ ਮਾਈਟ ਬੀ ਨੋਇੰਗ ਡਾਕਟਰ ਗੁਰਬਖਸ਼ ਸਿੰਘ ਗਿੱਲ। ਉਹਨਾਂ ਦੀ ਕਿਤਾਬ ਦੇ ਵਿੱਚ ਇੱਕ ਥਾਂ ਤੇ ਉਹਨਾਂ ਨੇ ਕੋਈ ਨੋਟਸ ਲਿਖੇ ਤਾਂ ਉਹ ਮੈਂ ਪੜ੍ਹ ਰਿਹਾ ਸੀ। ਉਹਨਾਂ ਨੂੰ ਕਿਉਂਕਿ ਬਜ਼ੁਰਗ ਸੀ ਤੇ ਉਹ ਕਈਆਂ ਦੇ ਘਰਾਂ ਵਿੱਚ ਵੀ, ਜਦੋਂ ਇੱਥੇ ਵੈਂਕੂਵਰ ਦੀ ਗੱਲ ਦੱਸ ਰਹੇ ਸੀ, ਉਹ ਕਹਿੰਦੇ ਕਿਸੇ ਦੇ ਘਰ ਗਏ ਤਾਂ ਉਹਨਾਂ ਨੇ ਉਹਨੂੰ ਕਿਹਾ ਬਈ ਸਾਡੇ ਬੱਚੇ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੀ ਜਾਂਦੇ ਆ, ਤੇ ਤੁਸੀਂ ਸਮਝਾਓ, ਕਿਉਂਕਿ ਤੁਸੀਂ ਬਜ਼ੁਰਗ ਹੋ, ਤੁਹਾਡੀ ਗੱਲ ਜ਼ਿਆਦਾ ਮੰਨਦੇ ਆ ਬੱਚੇ, ਤੇ ਪਲੀਜ਼ ਬੱਚਿਆਂ ਨੂੰ ਸਮਝਾਓ। ਕਹਿੰਦੇ ਬੁਲਾਓ ਬਾਈ। ਬੁਲਾ ਕੇ ਬੇਟੇ ਨੂੰ ਬਿਠਾਇਆ। ਹੀ ਵਾਜ਼ ਇਨ ਮੈਡੀਕਲ ਸਟੂਡੈਂਟ, ਮੈਚਿਓਰ ਐਨਫ। ਤੇ ਉਹਨਾਂ ਨੂੰ ਉਹ ਪੁੱਛਦੇ ਆ ਕਿ ਬਾਈ ਕਾਕਾ ਤੇਰੇ ਫਾਦਰ ਕਹਿੰਦੇ ਆ ਕਿ ਪੇਰੈਂਟਸ ਬੈਠੇ ਸਾਹਮਣੇ, ਕਹਿੰਦੇ ਤੂੰ ਗੁਰਬਾਣੀ ਨਹੀਂ ਬਹੁਤੀ ਪੜ੍ਹਦਾ ਜਾਂ ਕੀ ਨਹੀਂ ਕਰਦਾ। The child immediately responded, I was not a child, he was a medical college student। ਕਹਿੰਦੇ ਜੀ ਇਹਨਾਂ ਨੂੰ ਪੁੱਛੋ ਕਿ ਜਦੋਂ ਮੈਂ ਮੈਡੀਕਲ ਕਾਲਜ ਜਾ ਗਿਆ ਜਾਂ ਮੈਂ ਇੰਟਰੈਂਸ ਕੀਤੀ ਹੈ ਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਸੀ ਕਿ ਬੁੱਕਸ ਪੜ੍ਹ ਕੇ ਇਗਜ਼ਾਮ ਦੇ, ਸਭ ਕੁਝ ਕਰ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਲ ਆਉਂਦਾ ਤੇ ਮੈਨੂੰ ਕਹਿੰਦੇ ਮੱਥਾ ਟੇਕ ਕੇ ਜਾਈ। ਕਹਿੰਦਾ ਇਹਨਾਂ ਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਬਈ ਪੜ੍ਹ ਜਾ ਕੇ ਉੱਤੇ ਗੁਰੂ ਗ੍ਰੰਥ ਸਾਹਿਬ ਪੜ੍ਹ ਲਾ। ਤੇ ਜਦੋਂ ਅਸੀਂ ਬੱਚਿਆਂ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਰੱਖ ਲਾਂਗੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਲੋਜ਼ ਕਰਕੇ ਰੱਖਾਂਗੇ ਤੇ ਮੈਸੇਜ ਤਾਂ ਕਨਵੇ ਹੋਇਆ ਹੀ ਨਹੀਂ।
It is a note written in one of the books. I think it is the Sikh Heritage Teaching Youth Sikh Heritage, ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਇਸ ਚੀਜ਼ ਨੂੰ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਪਰ ਇੱਕ ਦੋ ਪਹਿਲੂ ਜਿਹੜੇ ਮੈਂ ਫੀਲ ਕੀਤੇ ਆ, ਇੱਕ ਤਾਂ ਬਿਲਕੁਲ ਡਾਕਟਰ ਤੇਜੀ ਹੋਰਾਂ ਨੇ ਜਿਹੜਾ ਕਿਹਾ ਕਿ ਆਉਣ ਵਾਲੇ ਆਰ ਵੀ ਪ੍ਰਪੇਅਰਡ for how the religion will look after 50 years? Are we prepared कि की technology आ रही है, कि असी technology पुरानी 100 साल दी यूज करके ते अगले 50 सालों में लियाना चाहते हैं? ये एक बड़े मैथड है। सोशल मीडिया बैठे पाल जी बैठे बड़ा सोशल मीडिया से भी काम करते पे है। So how is social media going to affect it? Dr. Sarabjit Singh होरां ने बड़ा important issue raise किया कि content ते effectiveness। content भी तो सही पहुंचे, किधरे तो नहीं कि कोई गलत content ही असीं पहुंचा रहे हैं, ते वो कितना effectiveness हुंदा, उहदी effectiveness कितना दी है। So these are some of the aspects जिहड़े बड़े important आज दे विचों उठ रहे हैं। Now we open up, मेरे ख्याल मैं फिर तो कहां किसी ने रजिस्टर किया होवे तो प्लीज रेज योर हैंड्स, मैं मिस ना कर गया होवां, कोई मेरे को गुस्ताखी ना हो जाए। ते जे नहीं है तो देन वी ओपन अप फॉर डिस्कशन। अपने हैंड रेज कर दिओ ताकि मैं बुलांदा रवां बार बार। प्रोफैसर गुरचरण सिंह जी, तुसी कुछ कहना चाहते हो? Professor Gurcharan Singh ji. Anybody? Please. हाँ जी, सुच्चा सिंह जी, प्लीज अनम्यूट कर लो जी। हाँ जी, हाँ जी, मेरी आवाज आ रही जी? हाँ जी, हाँ जी। सारे जी वाहिगुरू जी का खालसा वाहिगुरू जी की फतेह जी। वाहिगुरू जी खालसा फतेह जी। नंबर 1 ਤੇ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਤੁਸੀਂ ਜਿਹੜਾ ਜੀ ਆਰਗੇਨਾਈਜ਼ ਕੀਤਾ ਤੇ ਡਾਕਟਰ ਕਾਲਾ ਸਿੰਘ ਜੀ ਹੋਰੀ ਦੇ ਲਾਈਕ ਆਲਵੇਜ਼ ਵੈਰੀ ਗੁੱਡ। ਥੋੜਾ ਉੱਚਾ ਬੋਲੋ ਜੀ, ਜਰਾ ਸੁੱਚਾ ਸਿੰਘ ਜਰਾ ਸੁਣ ਨਹੀਂ ਰਿਹਾ ਜਰਾ। ਇੱਕ ਸੈਕਿੰਡ। Is it better now? हाँ जी। Yes, now it's better, much better. हाँ जी, better है। ਸੋ ਜੀ ਮੈਂ ਨਾ ਜੀ ਜਿਹੜਾ ਟੌਪਿਕ ਬੜਾ ਵਧੀਆ ਇਫੈਕਟਿਵਨੈਸ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ, ਸਿੱਖੀ ਦਾ ਮੈਸੇਜ ਕੈਰੀ ਔਨ ਕਰਨਾ, ਇਹਨੂੰ ਲੈ ਜਾਣ ਦੇ ਵਾਸਤੇ ਲੋਕਾਂ ਤੱਕ, ਸੰਸਾਰ ਤੱਕ, ਆਪਣੇ ਬੱਚਿਆਂ ਤੱਕ। ਸੋ ਇਸ ਚੀਜ਼ ਨੂੰ ਜੀ ਅਸੀਂ ਜਿਹੜਾ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਅਸੀਂ ਕਹਿੰਦੇ ਆ ਕਿ ਵਹੀਕਲ ਦਾ ਕੰਮ ਕਰਨਾ, ਰਾਈਟ। ਸੋ ਮੈਸੇਜ ਤੇ ਹੈ, ਲੇਕਿਨ ਉਹਨੂੰ ਵਹੀਕਲ ਕਿਹੜੀ ਪ੍ਰੋਵਾਈਡ ਕਰਨੀ ਹੈ। ਸੋ ਉਹਦੇ ਵਿੱਚ ਜਿਹੜਾ ਇੱਕ ਤੇ ਕੀਰਤਨ ਦਾ, ਜਿਹੜਾ ਕੀਰਤਨ ਨੂੰ ਅਸੀਂ ਕਹੀਦਾ ਕਿ ਕੀਰਤਨ ਇਜ਼ ਅ ਵਹੀਕਲ ਟੂ ਸਪਰੈਡ ਦਾ ਮੈਸੇਜ, ਟੂ ਕੈਰੀ ਔਨ ਦਾ ਮੈਸੇਜ ਟੂ ਦਾ ਅਦਰਸ। ਸੋ ਉੱਥੇ ਹੁਣ ਨਾ ਉਹ ਜਿਹੜੀ ਗੱਲ ਐਂਡ ਤੇ ਹੋਈ ਆ ਨਾ ਜੀ ਕਿ ਰਾਈਟ ਕੰਟੈਂਟ ਦੀ, ਸੋ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਹੁਣ ਜਿਸ ਵੇਲੇ ਥਰੂ ਮੈਸੇਜ ਅਸੀਂ ਜਿਹੜਾ ਕਨਵੇ ਕਰਦੇ ਆ, ਉਹ ਯੂਜਲੀ ਪ੍ਰੋਫੈਸ਼ਨਲ ਕੀਰਤਨੀਏ ਕਰਦੇ ਆ। ਆਈ ਐਮ ਆਲਸੋ ਵਨ ਆਫ ਦੈਮ, ਠੀਕ ਹੈ ਜੀ। ਸੋ ਦੇਖੋ ਉਸ ਤੋਂ ਬਾਅਦ ਉਹ ਹੁਣ ਜਿਹੜਾ ਰਾਈਟ ਕੰਟੈਂਟ ਨੂੰ ਕਨਵੇ ਕਰਨ ਦੇ ਵਾਸਤੇ ਜਿਹੜੀ ਉਹਦੀ ਸਮਝ ਜ਼ਰੂਰੀ ਹੈ, ਠੀਕ ਹੈ ਜੀ। ਹੁਣ ਸਮਝ ਜਿਸ ਵੇਲੇ ਨਹੀਂ ਹੁੰਦੀ ਤੇ ਅਸੀਂ ਕਈ ਵਾਰੀ ਜਿਹੜਾ ਗੁਰੂ ਜੀ ਦਾ ਖਿਆਲ ਹੁੰਦਾ, ਉਸ ਤੋਂ ਟੋਟਲੀ ਆਪੋਜ਼ਿਟ ਖਿਆਲ ਜਿਹੜਾ ਸੰਗਤਾਂ ਨੂੰ ਦੇਈ ਜਾਂਦੇ ਆ। ਸੋ ਕਈ ਵਾਰੀ ਕਈ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਆ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗੁਰੂ ਮਹਾਰਾਜ ਦਾ 5ਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁੱਧ ਦੇ। ਹੁਣ ਇਹ ਗੁਰੂ ਦਾ ਖਿਆਲ ਨਹੀਂ, ਇਹ ਗੁਰੂ ਦਾ ਮੈਸੇਜ ਨਹੀਂ ਸਾਨੂੰ ਦਿੱਤਾ ਗਿਆ ਕਿ ਤੁਸੀਂ ਇਹ ਮੰਗੋ। ਤੇ ਉੱਥੇ ਜਿਹੜਾ ਅਸਲ ਜਿਹੜਾ ਮੈਸੇਜ ਹੈਗਾ ਉਹ ਹੈਗਾ ਕਿ ਜਨ ਕੋ ਪ੍ਰਭ ਸੰਗੇ ਅਸਨੇਹ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਹਿ ਰਹਾਓ। ਸੋ ਇਹ ਰਹਾਓ ਹੈ, ਠੀਕ ਹੈ ਜੀ। ਇਹ ਹੈਗਾ ਸਟਾਪਿੰਗ ਪੁਆਇੰਟ, ਜਿੱਥੇ ਆ ਕੇ ਇਸ ਰੁਕਣਾ ਹੁੰਦਾ ਹੈ।
ਸੋ ਹੁਣ ਇੱਕ ਚੀਜ਼ ਇੱਥੇ ਜੇ ਮੈਂ ਪਹਿਲਾਂ ਇਹ ਵੀ ਕਹਾਂ ਕਿ ਜਿਹੜਾ ਰਹਾਓ ਹੈ ਇਸ ਨੂੰ ਤੇ ਅਸੀਂ ਕਦੀ ਇੰਪੋਰਟੈਂਸ ਦਿੱਤੀ ਨਹੀਂ ਬਾਣੀ ਦੇ ਵਿੱਚ। ਜਦੋਂ ਦੁਨੀਆ ਦੇ ਵਿੱਚ ਜਿਸ ਰੋਡ ਦੇ ਉੱਪਰ ਅਮਰੀਕਾ ਕੈਨੇਡਾ ਚ ਸਾਰੀ ਜਗ੍ਹਾ ਤੇ ਸਟਾਪ ਸਾਈਨ ਹੈਗੇ ਤੇ ਸਟਾਪ ਸਾਈਨ ਦਾ ਮਤਲਬ ਹੈ ਕਿ ਯੂ ਹੈਵ ਟੂ ਸਟਾਪ ਫॉर 3 seconds, your wheels should be jammed for 3 seconds, then you can go. Doesn't matter ਕਿ ਦੂਸਰੀ ਸਾਈਡ ਤੋਂ ਕੋਈ ਆ ਰਿਹਾ ਜਾਂ ਨਹੀਂ ਆ ਰਿਹਾ। ਜੇ ਤੁਸੀਂ ਉਦਾਂ ਚੱਲਦੇ ਜਾਂਦੇ ਆ ਰੋਲ ਕਰਦੇ ਜਾਂਦੇ ਵੀਲ ਤੇ ਤੁਹਾਡਾ ਉਹ ਤੁਸੀਂ ਜਿਹੜਾ ਉਹਦੇ ਵਿੱਚ ਗਿਲਟੀ ਫੀਲ ਹੁੰਦੇ ਆ ਹੈਗੇ ਆ ਹਾਂਜੀ ਤੁਹਾਡੀ ਗਲਤੀ ਹੈ। ਸੋ ਹੁਣ ਜਿਸ ਵੇਲੇ ਰਹਾਓ ਦੀ ਤੁਕ ਆਉਂਦੀ ਹੈ ਤੇ ਉਹ ਸਾਡੇ ਕੋਲ ਹੁੰਦਾ ਸਟਾਪ, ਉਹਨੂੰ ਇੱਕ ਵਾਰੀ ਨਹੀਂ 2 ਵਾਰੀ 4 ਵਾਰੀ ਜਦੋਂ ਤੱਕ ਸਮਝ ਨਹੀਂ ਲੱਗਦੀ ਉਹਨੂੰ ਪੜ੍ਹੀ ਜਾਈਏ ਤੇ ਇਹ ਇਹੋ ਹੀ ਰੀਜ਼ਨ ਹੋਣਾ ਗੁਰੂ ਮਹਾਰਾਜ ਜੀ ਦਾ ਕਿ ਉਹਨਾਂ ਨੇ ਸਪੈਸੀਫਿਕਲੀ ਹਰ ਇੱਕ ਸ਼ਬਦ ਦੇ ਵਿੱਚ ਤਕਰੀਬਨ ਇੱਕ ਜਿਹੜੀ ਸੈਂਟਰਲ ਆਈਡੀਆ ਦੀ ਤੁਕ ਹੈ ਉਹਨੂੰ ਰਹਾਓ ਦੇ ਅੰਡਰ ਲਿਖਿਆ। ਜੇਕਰ ਨਹੀਂ ਹੈ ਤੇ ਵਾਰ ਆਉਂਦੀ ਹੈ ਤੇ ਵਾਰ ਦੇ ਵਿੱਚ ਪੌੜੀ ਦੀ ਆਖਰੀ ਜਿਹੜੀ ਤੁਕ ਹੁੰਦੀ ਹੈ ਉਹ ਰਹਾਓ ਦੀ ਤੁਕ ਹੁੰਦੀ ਹੈ, ਸੈਂਟਰਲ ਆਈਡੀਆ ਹੁੰਦਾ। ਸਲੋਕ ਹੁੰਦਾ ਤੇ ਉਹਦੇ ਵਿੱਚ ਪਹਿਲਾ ਸਮਟਾਈਮਸ ਅਖੀਰਲਾ ਲਾਈਨ ਜਿਹੜੀ ਹੁੰਦੀ ਹੈ ਉਹ ਜਿਹੜਾ ਸੈਂਟਰਲ ਆਈਡੀਆ ਹੁੰਦਾ। ਤਾਂ ਹੁਣ ਜਿਹੜਾ ਮੈਂ ਇਹ ਜਿਹੜਾ ਫੋਰ ਐਗਜ਼ਾਮਪਲ ਸ਼ਬਦ ਲਿਆ ਕਿ ਉਹ ਹੈਗਾ ਜਨ ਕੋ ਪ੍ਰਭ ਸੰਗੇ ਅਸਨੇਹ, ਸੇਵਕ ਨੂੰ ਤੇ ਪ੍ਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ। ਤੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਿ ਸੱਜਣ ਮਿੱਤਰ ਪ੍ਰਮਾਤਮਾ ਤੇਰੇ ਘਰ ਦੇ ਵਿੱਚ ਸਾਰਾ ਕੁਝ ਹੈ, ਮੈਨੂੰ ਡਰਨ ਦੀ ਘਬਰਾਉਣ ਦੀ ਕੀ ਲੋੜ ਹੈ, ਮੈਨੂੰ ਮੰਗਣ ਦੀ ਵੀ ਕੀ ਲੋੜ ਹੈ, ਜਦ ਪਤਾ ਤੂੰ ਮੇਰਾ ਮਿੱਤਰ ਨੇ ਤੇਰੇ ਘਰ ਦੇ ਵਿੱਚ ਸਾਰਾ ਕੁਝ ਹੈ, ਮੈਂ ਜਦੋਂ ਮਰਜ਼ੀ ਜਾ ਕੇ ਚੁੱਕ ਲਾਂਗਾ, ਮੈਨੂੰ ਮੰਗਣ ਦੀ ਤੇ ਲੋੜ ਕੋਈ ਨਹੀਂ। ਪਰ ਹੁਣ ਉਹ ਰਹਾਓ ਉਸ ਤੋਂ ਬਾਅਦ ਜਿਹੜੀ ਤੁਕ ਆਉਂਦੀ ਹੈ ਉਹ ਹੈਗੀ ਮਾਣ ਮੰਗੋ ਤਾਣ ਮੰਗੋ ਤਨ ਲਖਮੀ ਸੁੱਧ ਦੇ। ਇਹ ਉੱਥੇ ਸਾਡਾ ਖਿਆਲ ਦੱਸਿਆ ਸੀ ਕਿ ਬੰਦੇ ਇਨਸਾਨ ਕੀ ਕਰਦੇ ਆ, ਇਹ ਆਹਾ ਹੀ ਕੁਛ ਮੰਗਦੇ ਰਹਿ ਜਾਂਦੇ ਆ, ਧਨ ਲਖਮੀ ਸੁੱਧ ਦੇ ਜਾਂ ਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੈ ਜਾਉ। ਸੋ ਜਿਸ ਚੀਜ਼ ਤੋਂ ਕਿਸੇ ਨੇ ਸੁੱਖ ਨਹੀਂ ਪਾਇਆ ਉਸ ਚੀਜ਼ ਨੂੰ ਅਸੀਂ ਮੰਗ ਬਣਾ ਕੇ ਸੰਗਤਾਂ ਦੇ ਅੱਗੇ ਪੇਸ਼ ਕਰਦੇ ਰਹਿੰਦੇ। ਇਹ ਜਸਟ ਇੱਕ ਐਗਜ਼ਾਮਪਲ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਜੀ ਕਿ ਇਹ ਕੀਰਤਨੀਆਂ ਦਾ ਇਹ ਹਾਲ ਹੈ। ਹੁਣ ਜਿਸ ਵੇਲੇ ਕੀਰਤਨ ਸਾਨੂੰ ਸਿਖਾਇਆ ਜਾਂਦਾ ਉਸ ਵੇਲੇ ਸਾਨੂੰ ਮਿਊਜ਼ਿਕ ਸਿਖਾਇਆ ਜਾਂਦਾ, ਉਹਦੇ ਵਿੱਚ ਕੰਪੋਜੀਸ਼ਨ ਗੁਰੂ ਦੀ ਲੈ ਲਈਏ ਬਸ ਦੈਟਸ ਆਲ, ਇੰਨਾ ਹੀ ਫਰਕ ਪੈਂਦਾ ਮਿਊਜ਼ਿਕ ਤੇ, ਹੋਰ ਤਾਂ ਕੁਝ ਨਹੀਂ ਹੈਗਾ। ਲੇਕਿਨ ਉਹਦੇ ਵਿੱਚ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਦਿੱਤੀ ਜਾਂਦੀ। ਤੇ ਇੱਥੇ ਮੈਂ ਪੁਆਇੰਟਸ ਨੋਟ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਸਿਖਾਲਣ ਦੇ ਵਾਸਤੇ ਜਿਸ ਤਰ੍ਹਾਂ ਹੁਣ ਪੁਆਇੰਟ ਆਇਆ ਸੀਗਾ ਕਿ ਸਮਝਾਉਣ ਦੀ ਦੱਸਣ ਦੀ ਲੋੜ ਨਹੀਂ ਤੇ ਉਹ ਜਿਹੜਾ ਸਾਡੇ ਵੱਲ ਦੇਖ ਕੇ ਸਿੱਖਦੇ ਆ ਬਹੁਤ ਕੁਝ, ਪਰ there are needs to be taught। ਸੋ ਬੱਚੇ ਨੂੰ ਅਸੀਂ ਗੇਮ ਤੇ ਲੈ ਕੇ ਜਾਂਦੇ ਹਾਂ, ਬੱਚਿਆਂ ਨੂੰ ਅਸੀਂ ਮਿਊਜ਼ਿਕ ਦੀਆਂ ਕਲਾਸਾਂ ਤੇ ਲੈ ਕੇ ਜਾਂਦੇ ਹਾਂ, ਪੈਸੇ ਵੀ ਦਿੰਦੇ ਹਾਂ, ਸਾਰਾ ਕੁਝ ਕਰਦੇ ਹਾਂ, ਪੜ੍ਹਾਉਣ ਵਾਸਤੇ ਟਿਊਸ਼ਨ ਵੀ ਉਹਨਾਂ ਨੂੰ ਰੱਖ ਕੇ ਦਿੰਦੇ ਹਾਂ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬੱਚੇ ਦੀ ਡਿਵੈਲਪਮੈਂਟ ਦੇ ਵਾਸਤੇ ਸਿਖਾਉਣ ਉਹਦੇ ਵਾਸਤੇ ਕਰਦੇ ਹਾਂ। ਇਸੇ ਤਰ੍ਹਾਂ ਗੁਰਬਾਣੀ ਦੀ ਕੋਈ ਫਾਰਮਲ ਸਟੱਡੀ, ਗੁਰੂ ਗ੍ਰੰਥ ਸਾਹਿਬ ਜੀ ਦੀ ਫਾਰਮਲ ਸਟੱਡੀ ਦਾ ਅੱਜ ਤੱਕ ਕੋਈ ਵੀ ਉਪਰਾਲਾ ਨਹੀਂ ਹੋਇਆ, ਵਰਲਡ ਵਾਈਡ ਨਹੀਂ ਹੋਇਆ ਇੱਕ ਵੀ ਕਹਿਣ ਦੇ ਵਾਸਤੇ ਫਾਰਮਲ ਸਟੱਡੀ ਦੇ ਵਾਸਤੇ। ਤਾਂ ਇਹਦੇ ਵਾਸਤੇ ਇੱਕ ਪੁਆਇੰਟ ਜਿਹੜਾ ਮੈਂ ਕਈ ਦੇਰ ਤੋਂ ਰੇਜ਼ ਕੀਤਾ ਕਈ ਜਗ੍ਹਾ ਤੇ ਉਹ ਇਹ ਹੈਗਾ ਸੀ ਕਿ ਬਾਈ ਦਾ ਟਾਈਮ our kids are graduated from high school, they should be able to understand whole Guru Granth Sahib. So that means ਕਿ kindergarten ਤੋਂ ਲੈ ਕੇ 12th grade ਤੱਕ 13 years ਬਣ ਜਾਂਦੇ ਆ। 13 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਫਾਰਮਲ ਸਟੱਡੀ ਨਹੀਂ ਹੋ ਸਕਦੀ, ਜੈਸ ਹੋ ਸਕਦੀ ਹੈ। ਹੁਣ ਉਹਦੇ ਵਾਸਤੇ kindergarten ਦਾ ਫਸਟ ਸੈਕੰਡ ਲੈਵਲ ਦੇ ਉੱਪਰ ਆਣ ਕੇ ਕੀ ਸਿਖਾਉਣਾ ਅਸੀਂ, ਜਪਜੀ ਸਾਹਿਬ ਤੇ ਸਿੱਖਣੋਂ ਰਹੇ। ਉਸ ਵਕਤ ਛੋਟੇ ਛੋਟੇ ਮੈਸੇਜ ਜਿਹੜੇ ਆ, ਮੈਸੇਜ ਜਿਹੜਾ ਅਸੀਂ ਕਹਿੰਦੇ ਕਿ ਮੈਸੇਜ ਸੰਗਤਾਂ ਤੱਕ ਪਹੁੰਚਾਉਣਾ, ਮੈਸੇਜ ਆਪ ਸਮਝਣਾ। ਸੋ ਉਹ ਮੈਸੇਜਸ ਜਿਹੜੇ ਹੈਗੇ ਨਾ ਜੀ ਉਹਨਾਂ ਨੂੰ ਅਸੀਂ ਕਦੇ ਵੀ ਬਾਹਰ ਨਹੀਂ ਕੱਢਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਾਂ ਉਹ ਨਹੀਂ ਕਦੇ ਵੀ ਸੰਗਤਾਂ ਨੂੰ ਦੱਸ ਸਕੇ। ਉਹਨਾਂ ਦੇ ਉੱਪਰ ਇੱਕ ਛੋਟੀ ਜਿਹੀ ਲਾਈਨ ਲਿਖ ਕੇ, ਛੋਟਾ ਜਿਹਾ ਸ਼ਬਦ ਸਿਰਫ ਇੰਗਲਿਸ਼ ਦੇ ਵਿੱਚ ਹੀ ਲਿਖ ਦਿਓ ਤੇ ਉਹਨੂੰ ਜਿਹੜਾ ਉਹਦੇ ਉੱਤੇ ਛੋਟੀ ਜਿਹੀ ਇੱਕ ਕਹਾਣੀ ਬਣਾ ਕੇ, ਜਿਹੜੀ ਸਟੋਰੀ ਬਣਾ ਕੇ, ਜਿਹੜੀ ਇਸ ਤਰ੍ਹਾਂ ਦੀ ਕਿਤਾਬਾਂ ਬਣ ਸਕਣ ਉਹ ਦਿੱਤਾ ਜਾਵੇ। ਦੂਸਰੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਈਵਨ ਦੋ ਹੁਣ ਇੰਟਰਨੈਟ ਦੇ ਉੱਪਰ ਤੇ ਹੈ ਨਾ ਜੀ, ਮੇਰੇ ਫੋਨ ਦੇ ਵਿੱਚ ਹੀ 3-4 ਵਰਜਨ ਹੈਗੇ ਗੁਰੂ ਗ੍ਰੰਥ ਸਾਹਿਬ ਦੇ, ਲੇਕਿਨ ਕਾਪੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਉੱਪਰ ਸਾਡੇ ਪੰਥ ਵੱਲੋਂ ਸੋ ਕਾਲਡ ਪੰਥ ਆਈ ਵੁੱਡ ਸੇ, ਸੋ ਉਹਦੇ ਤੋਂ ਕਿੰਨੀ ਜਿਹੜੀ ਉਹਦੇ ਉੱਤੇ ਜਿਹੜਾ ਕੰਟਰੋਲ ਕੀਤਾ ਗਿਆ ਕਿ ਤੁਸੀਂ ਇੰਡੀਆ ਤੋਂ ਲਿਆ ਹੀ ਨਹੀਂ ਸਕਦੇ ਆਪਣੇ ਆਪ ਬਾਹਰ, ਚਾਰਟਰ ਜਹਾਜ਼ ਕਰੋ ਜੀ, ਤੁਸੀਂ ਨੰਗੇ ਪੈਰੀ ਜਾਓ ਜੀ, ਪਾਣੀ ਲੈ ਕੇ ਆਓ ਨਾਲ ਜੀ। ਸੋ ਇਸ ਤਰ੍ਹਾਂ ਦੀ 3600 ਜਿਹੜੀਆਂ ਨਾ ਲਾਈਆਂ ਹੋਈਆਂ ਉਹਦੇ ਤੇ ਬੈਨ ਲੱਗੇ ਹੋਏ ਆ, ਉਹਨਾਂ ਨੇ ਵੀ ਸਾਨੂੰ ਰੋਕਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਅਸੀਂ ਬਾਹਰ ਨਹੀਂ ਲੈ ਕੇ ਜਾ ਸਕਦੇ। ਨਹੀਂ ਤਾਂ ਕੀ ਅਸੀਂ ਗੁੱਟ ਕੇ ਇੰਗਲਿਸ਼ ਦੇ ਵਿੱਚ ਲਿਖ ਕੇ, ਜਿਸ ਤਰ੍ਹਾਂ ਬਾਈਬਲ ਪਿਆ ਹਰ ਜਗ੍ਹਾ ਦੇ ਉੱਪਰ, ਆਪਣੇ ਹੋਟਲ ਰੂਮਸ ਦੇ ਵਿੱਚ ਵੀ ਪਿਆ, ਹਾਂ ਇਸ ਤਰ੍ਹਾਂ ਦੇ ਕੋਈ ਚੰਗੀਆਂ ਸਾਫ਼ ਸੁਥਰੀ ਜਗ੍ਹਾ ਦੇ ਉੱਪਰ ਅਸੀਂ ਨਹੀਂ ਰੱਖ ਸਕਦੇ? ਵਾਈ ਕੈਂਟ ਬੀ, ਵਾਈ ਸ਼ੁਡਨਟ ਬੀ ਅਲਾਉਡ ਫॉर दैट वन?
ਸੋ ਇਸ ਤਰ੍ਹਾਂ ਦੇ ਜਿਹੜੇ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਜਿਹੜਾ ਜੀ ਜੇ ਪ੍ਰਚਾਰਨਾ ਸਿੱਖ ਧਰਮ ਤੇ ਇਸ ਤਰ੍ਹਾਂ ਦੀ ਹੋਣੀ ਚਾਹੀਦੀ। ਦੂਸਰੀ ਜਿਹੜੀ ਗੁਰਦੁਆਰੇ ਦੀ ਨੀਡ ਦੀ ਗੱਲ ਆਈ ਸੀ ਜੀ ਵਿੱਚ ਗੁਰਦੁਆਰੇ ਬਹੁਤ ਵਧੀਆ ਕਨਸੈਪਟ ਸੀ ਲੈਂਦਾ ਸੀਗਾ। ਉਹਦੇ ਵਿੱਚ ਮੈਂ ਕਹਾਂਗੇ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ अवरा को उपदेश ते मुख में पर है रेत रात रास बनाई रखते राया खाया कर का खेत। सो ये साडी हालत है प्रचारकां दी ते ओवरऑल सिख कौम दी ये हैगी है। देन जे हिस्टोरिकली देखते हैं कि तुसी देखो कि गुरु ग्रंथ साहब सातों सांभिया नहीं गया, ईवन दो जिस वेले बहुत थोड़ियां कॉपियां सी, गुरु गोबिंद सिंह जी तो बाद ही गुरु ग्रंथ साहब नहीं सी लभदा। गुरु गोबिंद सिंह जी नूं लिखाउणा पिया सीगा। कई कह दिंदे आ भी उन्होंने जवानी लिखा दिता सी सारा, बट दैट्स नॉट पॉसिबल। हो सकता कोई ना कोई किधरे पिया होवे है जी। ते ओहदे विच जड़ियां भाई बन्नों दी बीड़ ते होर खारी बीड़ इस तरह दे कई इतिहासक तत्थ आउंदे आ कि उस वेले तो ओहदे विच रला होना शुरू हो गया सी। दैट टेल्स कि सिख कौम तो गुरु ग्रंथ साहब उदों तो ही हुण तक नहीं सांभिया गया ते हुण इस वेले विद्वान लोग दसदे आ कि मोर दैन 5000 मिस्टेक्स आर देयर, टाइपिकल एरर्स जिहड़े हैगे आ। सो उन्हां दे उपर ਜਦੋਂ ਕਿਤੇ ਉਹਨਾਂ ਨੂੰ ਸੁਧਾਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਬਹੁਤ ਵੱਡਾ ਬਵੇਲਾ ਖੜਾ ਕਰ ਦਿੱਤਾ ਜਾਂਦਾ। ਸੋ देयर आर सो मैनी ਪੁਆਇੰਟਸ। ਪਰ ਓਵਰਆਲ ਗੱਲ ਇਹ ਹੈ ਕਿ ਜੇ ਇਸ ਮੈਸੇਜ ਨੂੰ ਕਨਵੇ ਕਰਨਾ ਤਾਂ ਜਿਹੜਾ ਮੇਨ ਜਿਹੜਾ ਪੋਡੀਅਮ ਹੈਗਾ ਨਾ ਜੀ ਉਹ ਹੈਗਾ ਗੁਰਦੁਆਰਾ ਹੀ, ਸਿੰਪਲ। ਸੋ ਕਿਉਂਕਿ ਤੁਹਾਨੂੰ ਉੱਥੇ ਸੰਗਤ ਇਕੱਠੀ ਨਹੀਂ ਕਰਨੀ ਪੈਂਦੀ, ਸੰਗਤ ਆਪਣੇ ਆਪ ਤੁਹਾਡੇ ਕੋਲ ਆ ਜਾਂਦੀ ਹੈ। ਹੁਣ ਉੱਥੇ ਪ੍ਰਚਾਰ ਕਰਨ ਦੇ ਵਾਸਤੇ ਅਗਰ ਤੁਸੀਂ ਚੰਗੇ ਪ੍ਰਚਾਰਕ ਪੈਦਾ ਕਰ ਲਓ ਤੇ ਆਈ ਥਿੰਕ ਦੈਟ ਵੁੱਡ ਬੀ ਦਾ ਬੈਸਟ ਸੋਲੂਸ਼ਨ ਟੂ ਆਵਰ ਬਿਗੇਸਟ ਪ੍ਰੋਬਲਮ। थैंक यू जी। वाहिगुरू जी का खालसा वाहिगुरू जी की फतेह। थैंक यू डॉक्टर सुच्चा सिंह जी। गुरचरण सिंह जी ਤੁਸੀਂ हैंड रेस ਕੀਤਾ ਜੀ प्लीज। हाँ जी, वाहिगुरू जी का खालसा वाहिगुरू जी की फतेह। वैसे मेरा डिटेल एज ए स्पीकर कल सवेरे हैगा। अच्छा, ਵਿੱਚੋਂ 2-3 ਪੁਆਇੰਟਸ ਮੈਂ ਆਪ ਨਾਲ ਸ਼ੇਅਰ ਕਰਾਂਗਾ। हाँ जी जरूर। ਇੱਕ ਤਾਂ ਜਿਹੜਾ ਪਹਿਲਾ ਗੱਲਬਾਤ ਕੀਤੀ ਸੀਗੀ ਵੀ ਗ੍ਰੰਥ ਸਿੰਘ ਤਿਆਰ ਕਰਨ ਬਾਰੇ ਆਨਰੇਰੀ, ਪ੍ਰੋਫੈਸ਼ਨਲ, ਫੁੱਲ ਟਾਈਮ, ਪਾਰਟ ਟਾਈਮ, ਜਿਵੇਂ ਸੁੱਚਾ ਸਿੰਘ ਜੀ ਨੇ ਹੁਣੇ ਗੱਲ ਕੀਤੀ ਹੈ, ਇਹਨੂੰ ਅਸੀਂ ਇੱਕ ਚੰਗੇ ਢੰਗ ਨਾਲ ਆਰਗੇਨਾਈਜ਼ ਕਰ ਸਕਦੇ ਹਾਂ। ਇਹ ਮੇਰੇ ਕੋਲ ਪੂਰਾ ਪ੍ਰੋਜੈਕਟ ਹੈ। ਟਾਈਮਿੰਗ, ਸਟੂਡੈਂਟ, ਉਹਨਾਂ ਦੇ ਫੰਡ ਕਿੱਥੋਂ ਆਉਣਗੇ, ਕਿਵੇਂ ਐਕਸਪੈਂਸ ਹੋਣਗੇ, we can discuss. Second, ਅਸੀਂ ਮਾਪਿਓ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਐਜੂਕੇਸ਼ਨ ਕਿਵੇਂ ਦਈਏ ਏਜ ਵਾਈਜ਼, ਤਾਂ ਉਹ ਮੇਰੀ ਪ੍ਰੈਜੈਂਟੇਸ਼ਨ ਹੈਗੀ ਆ। ਉਹ ਮੈਂ ਪਿਛਲੇ ਮਹੀਨੇ ਸਿੱਖ ਮਿਸ਼ਨ ਕਾਲਜ ਦੀ ਕਲਾਸ ਵਿੱਚ ਜ਼ੂਮ ਕਲਾਸ ਵੀ ਕੀਤੀ ਹੈ ਤੇ ਉਹਨਾਂ ਦੀ ਰਿਕਾਰਡਿੰਗ ਉੱਥੇ ਮਿਲ ਜਾਏਗੀ। ਏਜ ਵਾਈਜ਼ ਕਿਵੇਂ ਅਸੀਂ ਕਰਾਈਏ ਤੇ ਉਹਦੇ ਵਿੱਚ ਫॉर ਐਗਜ਼ਾਮਪਲ ਜਨਮ ਤੋਂ 4 ਸਾਲ ਦੇ ਬੱਚੇ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਕਿਵੇਂ ਸਟੱਡੀ ਕਰਾਓਗੇ? ਇਹ ਅੰਦਾਜ਼ਾ ਲਾਓ ਵੀ ਕਿੰਨਾ ਇੰਪੋਰਟੈਂਟ ਔਰ ਟਫ ਸਬਜੈਕਟ ਹੈ। ਬਟ ਆਈ ਹੈਵ ਐਕਸਪਲੇਨ ਇਨ ਵੈਰੀ ਨਾਈਸ। ਜਿੰਨੇ ਕੁ ਸਮਤ ਹੈ ਤੇ ਉਹ ਆਪ ਕੋਈ ਵੀ ਉੱਥੋਂ ਕਲੈਕਟ ਕਰ ਸਕਦੇ ਹੋ ਜਾਂ ਮੈਂ ਆਪ ਜੀ ਨੂੰ ਭੇਜ ਦਿਆਂਗਾ। ਬਾਕੀ ਕੱਲ ਰਾਤ ਨੂੰ ਡਿਟੇਲ ਦਰਸ਼ਨ ਕਰਾਂਗੇ ਤੇ ਹੋਰ ਗੱਲਾਂ ਕਰਾਂਗੇ। ਧੰਨਵਾਦ ਜੀ। थैंक यू जी, थैंक यू। वाहिगुरू जी का खालसा वाहिगुरू जी की फतेह वाहिगुरू जी। जी की फतेह। हाँ जी, ब्रह्मलीन कौर जी। ब्रह्मलीन कौर जी ਤੁਸੀਂ हैंड रेस ਕੀਤਾ प्लीज। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, ਮੇਰੀ ਆਵਾਜ਼ ਕਲੀਅਰ ਹੈ ਜੀ? हाँ जी, हाँ जी। ਹਾਂਜੀ, ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਮੇਰਾ ਫਰਸਟ ਸੈਮੀਨਾਰ ਹੈ ਜਿਹੜਾ ਮੈਂ ਅਟੈਂਡ ਕਰ ਰਹੀ ਹਾਂ। हाँ जी, ਤੇ ਜਿਹੜੇ ਸਪੀਕਰਸ ਨੂੰ ਮੈਂ ਇਸ ਤੋਂ ਪਹਿਲਾਂ ਸੁਣਿਆ, ਬਹੁਤ ਸੋਹਣਾ ਔਰ ਬਹੁਤ ਕੰਕਰੀਟ ਜਿਹੜਾ ਆਈਡੀਆਜ਼ ਜਿਹੜੇ ਅਸੀਂ ਮਤਲਬ ਸਾਹਮਣੇ ਰੱਖ ਪਾਏ ਔਰ ਸਮਝ ਪਾਏ ਕਿ ਜਿਹੜਾ ਇਸ ਵੇਲੇ ਨੀਡ ਆਫ ਦਾ ਆਰ ਹੈ, ਦੈਟ ਇਜ਼ ਕਿ ਜਿਹੜੀ ਗੱਲ ਜਿਹੜੇ ਪਹਿਲੇ ਸਪੀਕਰਸ ਨੇ ਕਹੀ ਕਿ ਜਿਹੜਾ ਗੁਰਦੁਆਰਾ, ਜਿਵੇਂ ਗੁਰਦੁਆਰਾ ਅਗਰ ਅਸੀਂ ਸਮਝੀਏ, ਜਿਹੜਾ ਗੁਰਦੁਆਰਾ ਸਾਹਿਬ ਦਾ ਕੰਸੈਪਟ ਹੈ, ਤੇ ਜਦੋਂ ਗੁਰੂ ਨਾਨਕ ਦੇਵ ਜੀ ਪੂਰੇ 4 ਉਦਾਸੀਆਂ ਵਿੱਚ ਸਾਰੇ ਸੰਸਾਰ ਵਿੱਚ ਗਏ ਤੇ ਉਹਨਾਂ ਨੇ ਉਸੇ ਵੇਲੇ ਧਰਮਸਾਲ ਜਿਹੜੀ ਹੈ ਉਹ ਜਿੱਥੇ ਵੀ ਜਾਂਦੇ ਤੇ ਉੱਥੇ ਜਿਹੜੀ ਸੰਗਤ ਇਕੱਠੀ ਹੁੰਦੀ ਤੇ ਧਰਮਸਾਲ ਜਿਹੜਾ ਉੱਥੇ ਸਥਾਪਿਤ ਹੁੰਦਾ
ਜੇਕਰ ਅਗਰ ਅਸੀਂ ਭਾਈ ਵੀਰ ਸਿੰਘ ਜੀ ਦੀ ਲਿਖਤ ਜਨਮ ਸਾਖੀ ਪੜ੍ਹੀਏ ਤੇ ਉਹਦੇ ਵਿੱਚ ਭਾਈ ਵੀਰ ਸਿੰਘ ਜੀ ਬੜੇ ਇਲੈਬੋਰੇਟਿਡ ਵੇ ਨਾਲ ਪੂਰੀ ਇੱਕ ਇੱਕ ਚੀਜ਼ ਐਕਸਪਲੇਨ ਕਰਦੇ ਨੇ ਕਿ ਕਿਵੇਂ ਗੁਰੂ ਸਾਹਿਬ ਨੇ ਉੱਥੇ ਧਰਮਸਾਲ ਐਸਟੈਬਲਿਸ਼ ਕਰਨੇ ਸ਼ੁਰੂ ਕਰਤੇ ਤੇ ਜਿਸ ਦਾ ਮੁੱਖ ਮੰਤਵ ਜਿਹੜਾ ਹੈ ਸੰਗਤ ਨੂੰ ਇਕੱਠਾ ਕਰਨਾ ਤੇ ਜਿਵੇਂ ਡਾਕਟਰ ਸਾਹਿਬ ਜੀ ਨੇ ਪਹਿਲੇ ਗੱਲ ਕੀਤੀ ਕਿ ਉਹ ਜਿਹੜੇ ਇਕੱਠ ਨੂੰ ਸੰਬੋਧਨ ਕਰਕੇ ਆਪਣੀ ਗੱਲ ਪ੍ਰਚਾਰਦੇ ਸਨ। ਤੇ ਅਗਰ ਅਸੀਂ ਅੱਜ ਦੇ ਕੰਟੈਕਸਟ ਦੀ ਗੱਲ ਕਰੀਏ ਕਿ ਅੱਜ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਮਤਲਬ ਬੱਚਿਆਂ ਦੇ ਵਿੱਚ ਸਿੱਖੀ ਨੂੰ ਲੈ ਕੇ ਜਿਹੜੀ ਇੱਕ ਮੋਟੀਵੇਸ਼ਨ ਹੈ ਜਾਂ ਸਿੱਖੀ ਨੂੰ ਲੈ ਕੇ ਜੋ ਚੀਜ਼ ਅਸੀਂ ਘਰੋਂ ਸਿਖਾ ਸਕਦੇ ਹਾਂ ਉਹ ਸ਼ਾਇਦ ਘਰੋਂ ਐਬਸੈਂਟ ਹੋਣ ਦੀ ਵਜ੍ਹਾ ਨਾਲ ਉਹ ਜਿਹੜਾ ਬੱਚਾ ਸਾਡਾ ਉਹ ਭਟਕ ਗਿਆ ਔਰ ਉਹਨੂੰ ਨਹੀਂ ਸਮਝ ਪਈ ਕਿਉਂਕਿ ਘਰੋਂ ਗੁੜਤੀ ਨਹੀਂ ਮਿਲੀ। ਜਿਹੜੀ ਗੱਲ ਡਾਕਟਰ ਸਰਬਜੀਤ ਸਿੰਘ ਜੀ ਨੇ ਵੀ ਕੀਤੀ ਤੇ ਉਹਨਾਂ ਤੋਂ ਬਾਅਦ ਜਗਜੀਤ ਸਿੰਘ ਜੀ ਨੇ ਵੀ ਕੀਤੀ ਕਿ ਜਿਹੜੀ ਘਰੋਂ ਗੁੜਤੀ ਮਿਲਦੀ ਹੈ ਉਹ ਬਹੁਤ ਇਫੈਕਟਿਵ ਹੁੰਦੀ ਹੈ ਤੇ ਉਹ ਬਹੁਤ ਵੱਡਾ ਕੰਮ ਜਿਹੜਾ ਕਿਉਂਕਿ ਦੇਖੋ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਚਾਰ ਤੇ ਫਿਰ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣ ਗਈ। ਹੁਣ ਗੱਲ ਕਰੀਏ ਕਿ ਜਿਹੜੀ ਪ੍ਰੋਬਲਮ ਅਸੀਂ ਰੇਜ਼ ਕੀਤੀ ਹੈ ਤੇ ਉਸਦਾ ਸੋਲਿਊਸ਼ਨ ਕੀ ਹੈ। ਸੋਲਿਊਸ਼ਨ ਅਗਰ ਅਸੀਂ ਗੱਲ ਕਰੀਏ ਤੇ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਤਕਰੀਬਨ ਪਿਛਲੇ 25 ਸਾਲਾਂ ਤੋਂ ਜੁੜੀ ਹੋਈ ਹਾਂ ਤੇ ਉੱਥੇ ਅਸੀਂ ਵੱਖ-ਵੱਖ ਪ੍ਰੋਗਰਾਮਸ ਜਿਵੇਂ ਸ਼ਾਇਦ ਆਪ ਜੀ ਨੂੰ ਵੀ ਜਾਣਕਾਰੀ ਹੋਏਗੀ ਕਰਦੇ ਰਹਿੰਦੇ ਹਾਂ। ਹੁਣੇ ਹਾਲ ਦੇ ਵਿੱਚ ਹੀ ਫਤਿਹਗੜ੍ਹ ਸਾਹਿਬ ਅਸੀਂ ਇੱਕ ਸਿੱਖ ਯੂਥ ਪਾਰਲੀਮੈਂਟ ਕਰਵਾਇਆ ਜਿਹੜਾ ਕਿ ਫਸਟ ਐਵਰ ਸਿੱਖ ਯੂਥ ਪਾਰਲੀਮੈਂਟ ਸੀ ਜਿਸ ਤੋਂ ਸਾਡੇ ਕੋਲ ਦੇਸ਼ ਵਿਦੇਸ਼ ਤੋਂ ਤਕਰੀਬਨ 100 ਸਿੱਖ ਮਤਲਬ ਬੱਚਿਆਂ ਦੀ ਰਜਿਸਟ੍ਰੇਸ਼ਨ ਜ਼ਿਆਦਾ ਸੀ ਪਰ ਅਸੀਂ 100 ਬੱਚਿਆਂ ਨੂੰ ਚੁਣਿਆ ਜਿਨ੍ਹਾਂ ਦੇ ਅਸੀਂ ਟੈਸਟ ਦੇ ਆਧਾਰ ਤੇ ਰਿਟਨ ਔਰ ਇੰਟਰਵਿਊਜ਼ ਦੇ ਆਧਾਰ ਤੇ ਉਹਨਾਂ ਦੀ ਚੋਣ ਕੀਤੀ ਤੇ ਉੱਥੇ 3 ਦਿਨ ਦੇ ਪਾਰਲੀਮੈਂਟ ਸੈਸ਼ਨਸ ਜਿਹੜੇ ਨੇ ਉਹ ਲੱਗੇ। ਕੰਕਰੀਟ ਗੱਲ ਐਵੇਂ ਕਿ ਉਸ ਪਾਰਲੀਮੈਂਟ ਚੋਂ ਕੀ ਨਿਕਲਿਆ ਬਾਕੀ ਡਿਟੇਲਸ ਜਿਹੜੀਆਂ ਅਸੀਂ ਸ਼ਾਮ ਦੇ ਸੈਸ਼ਨ 'ਚ ਜਾਂ ਕੱਲ ਦੇ ਸੈਸ਼ਨ 'ਚ ਕਰ ਸਕਦੇ ਹਾਂ ਕਿ ਜਿਹੜੀ ਕੰਕਰੀਟ ਡਿਟੇਲਸ ਨਿਕਲੀ ਕਿ ਜਿਹੜੀ ਸਾਡੀ ਐਜੂਕੇਸ਼ਨ ਮਿਨਿਸਟਰੀ ਸੀ ਅਸੀਂ ਜਿਹੜੇ ਆਪਣੇ ਗਰੁੱਪ ਸੀਗੇ ਉਹਨਾਂ ਨੂੰ 5 ਮਿਨਿਸਟਰੀਜ਼ ਵਿੱਚ ਜਿਹੜਾ ਉਹ ਡਿਵਾਈਡ ਕੀਤਾ ਜਿਨ੍ਹਾਂ ਨੇ ਡਿਸਕਸ਼ਨ ਕੀਤੀ ਕਿ ਕਿਵੇਂ ਸਾਨੂੰ ਸੋਸ਼ਲ ਮੀਡੀਆ ਟੈਕਨੋਲੋਜੀ ਐਜੂਕੇਸ਼ਨ ਸਪੋਰਟਸ ਤੇ ਇਨਵਾਇਰਨਮੈਂਟ ਨੂੰ ਮਤਲਬ ਸੰਭਾਲਣਾ ਚਾਹੀਦਾ ਹੈ। ਤੇ ਜਿਹੜੀ ਅਸੀਂ ਅਗਰ ਜੀ ਐਜੂਕੇਸ਼ਨ ਮਿਨਿਸਟਰੀ ਦੀ ਗੱਲ ਕਰੀਏ ਤੇ ਜਿਹੜਾ ਸਾਡਾ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਕੰਮ ਚੱਲ ਰਿਹਾ ਹੈ ਜਿਵੇਂ ਹੁਣ ਗੱਲ ਹੋਈ ਕਿ ਅਸੀਂ ਸਕੂਲਸ ਦੇ ਵਿੱਚ ਮਤਲਬ 13 ਸਾਲ ਜਿਹੜਾ ਬੱਚੇ ਦਾ ਕਿੰਡਰਗਾਰਟਨ ਤੋਂ ਲੈ ਕੇ ਸਕੂਲ ਤੱਕ ਹੈ ਸਿਲੇਬਸ ਜਿਹੜਾ ਫਾਰਮਲ ਐਜੂਕੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ ਉਸਨੂੰ ਕਿਵੇਂ ਪ੍ਰਚਾਰੀਏ ਤੇ ਅਸੀਂ ਸਾਰੇ ਜਿਹੜੇ ਬੱਚੇ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਆਏ ਅੱਜ ਕੱਲ ਉਹ ਕੰਮ ਕਰ ਰਹੇ ਨੇ ਕਿ ਅਸੀਂ ਉਹ ਸਿਲੇਬਸ ਡਿਜ਼ਾਈਨ ਕਰ ਰਹੇ ਹਾਂ ਜਿੰਦੇ ਵਿੱਚ ਅਸੀਂ ਗੁਰਬਾਣੀ ਫਿਲਾਸਫੀ ਹਿਸਟਰੀ ਇਹਨਾਂ ਤਿੰਨ ਨੂੰ ਮੇਨ ਰੱਖ ਕੇ ਫਿਰ ਸਾਖੀਜ਼ ਔਰ ਪਲੱਸ ਜਿਹੜਾ ਟੈਕਨੋਲੋਜੀ ਨੇ ਕਿੱਥੇ ਕਿੱਥੇ ਕਿਹੜੀ ਐਪ ਹੈ ਕਿਹੜਾ ਸੋਰਸ ਹੈ ਇਹ 5 ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਸਿਲੇਬਸ ਡਿਜ਼ਾਈਨ ਕਰ ਰਹੇ ਹਾਂ ਜਿੰਦਾ ਕਿੰਡਰਗਾਰਟਨ ਦਾ ਸਿਲੇਬਸ ਜਿਹੜਾ ਡਿਜ਼ਾਈਨ ਹੋ ਚੁੱਕਾ ਹੈ ਕਿ ਬੱਚਾ ਗੁਰਬਾਣੀ ਮਤਲਬ ਪਲੇ ਵਿੱਚ ਕਿਹੜੀ ਪੜ੍ਹੇ 3 ਸਾਲ ਨੇ ਕਿੰਡਰਗਾਰਟਨ UKG LKG ਫਿਰ ਉਸ ਤੋਂ ਬਾਅਦ 1st ਤੋਂ ਲੈ ਕੇ 5th ਤੱਕ ਦਾ ਸਿਲੇਬਸ ਡਿਜ਼ਾਈਨ ਹੋ ਰਿਹਾ ਹੈ ਔਰ 5th ਤੋਂ ਬਾਅਦ 10th ਤੱਕ ਦਾ ਸਿਲੇਬਸ ਜਿਹੜਾ ਅਸੀਂ ਸੋਚਿਆ ਕਿ ਵਿਸਾਖੀ ਤੱਕ ਅਸੀਂ ਡਿਜ਼ਾਈਨ ਜਿਹੜੇ ਬੱਚਿਆਂ ਨੇ ਕਰਨਾ ਹੈ ਤੇ ਇਹ ਜਿਹੜਾ ਕਿੰਡਰਗਾਰਟਨ ਦਾ ਸਿਲੇਬਸ ਡਿਜ਼ਾਈਨ ਹੋਇਆ ਮੈਂ ਆਪ ਜੀ ਨਾਲ ਸਭ ਨਾਲ ਸ਼ੇਅਰ ਕਰ ਸਕਦੀ ਹਾਂ ਜਿੰਦੇ 'ਚ ਅਸੀਂ ਕੁਝ ਰਿਫਾਈਨਮੈਂਟਸ ਹੋਰ ਜਿਹੜੀਆਂ ਡਿਸਕਸ਼ਨਸ ਚੱਲ ਰਹੀਆਂ ਨੇ ਤੇ ਉਹ ਸਿਲੇਬਸ ਦੇ ਵਿੱਚ ਅਸੀਂ ਇਹ ਡਿਜ਼ਾਈਨ ਕੀਤਾ ਹੈ ਕਿ ਬੱਚੇ ਨੂੰ ਜਿਵੇਂ ਕਿੰਡਰਗਾਰਟਨ ਦੇ ਨੂੰ ਕਿਹੜੇ ਸ਼ਬਦ ਪੜ੍ਹਾਏ ਜਾਣ ਛੋਟੇ 2 ਲਾਈਨਾਂ ਦੇ 3 ਲਾਈਨਾਂ ਦੇ 4 ਪੰਕਤੀਆਂ ਦੇ ਤਾਂ ਕਿ ਬੱਚਾ ਜਿੱਥੇ ਪੋਇਮਸ ਰਾਈਮਸ ਯਾਦ ਕਰਦਾ ਹੈ ਉੱਥੇ ਨਾਲ ਪੰਕਤੀਆਂ ਯਾਦ ਕਰੇ ਫਿਰ ਛੋਟੀਆਂ ਕਨਸੈਪਟਸ ਨੇ ਜਿਹੜੇ ਉਹਦੇ ਲੈਵਲ ਤੱਕ ਜਿਹੜੇ ਡਿਜ਼ਾਈਨ ਕੀਤੇ ਗਏ ਸਿੱਖ ਕੀ ਹੈ ਸਿੱਖੀਜ਼ਮ ਕੀ ਹੈ ਗੁਰੂ ਕੀ ਹੈ ਉਸਨੂੰ ਅਸੀਂ ਡਿਜ਼ਾਈਨ ਕੀਤਾ ਸਾਖੀਆਂ ਦੇ ਨਾਲ ਤੇ ਉਹ ਇੱਕ ਸਿਲੇਬਸ ਜਿਹੜਾ ਅਸੀਂ ਤਿਆਰ ਕੀਤਾ ਤੇ ਦੂਜੀ ਜਿਹੜੀ ਛੋਟੀ ਜੀ ਗੱਲ ਕਰਕੇ ਮੈਂ ਵਾਈਂਡ ਅਪ ਕਰਾਂ ਤੇ ਦੂਜੀ ਗੱਲ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਕਿ ਗੁਰਦੁਆਰੇ ਜਿਹੜੇ ਨੇ ਇਸ ਵੇਲੇ ਜਿਹੜੇ ਰੋਲ ਉਹਨਾਂ ਨੂੰ ਅਦਾ ਕਰਨੇ ਚਾਹੀਦੇ ਹਨ ਉਹ ਨਹੀਂ ਕਰ ਪਾ ਰਹੇ ਉਸ ਵਿੱਚ ਕੀ ਕੀਤਾ ਜਾ ਸਕਦਾ ਹੈ ਅਸੀਂ ਜਿਵੇਂ ਇੱਥੇ ਪਲਾਨ ਕੀਤਾ ਕਿ ਕਿਉਂ ਨਾ ਗੁਰਦੁਆਰਾ ਦੇ ਜਿੰਨੀਆਂ ਪ੍ਰੀਮਿਸਿਸ ਵਾਲਸ ਨੇ ਉਹਨਾਂ ਉੱਤੇ ਕਨਸੈਪਟਸ ਨੂੰ ਲਿਖ ਕੇ ਪੰਜਾਬੀ ਹਿੰਦੀ ਇੰਗਲਿਸ਼ ਵਿੱਚ ਲਗਾਇਆ ਜਾਏ ਜਿਵੇਂ ਸਿੱਖੀਜ਼ਮ ਕੀ ਹੈ 1 ਲਾਈਨ 2 ਲਾਈਨ ਦੇ ਵਿੱਚ ਡਿਫਾਈਨ ਕਰਕੇ ਇੱਕ ਓਂਕਾਰ ਦਾ ਅਸਲੀ ਭਾਵ 2 ਲਾਈਨਸ ਦੀ ਡਿਜ਼ਾਈਨ ਕਰਕੇ ਸਿੱਖ ਕੀ ਹੈ ਜਾਂ ਫਿਰ ਜਿਵੇਂ ਅਸੀਂ ਟੈਰੀਟੋਰੀਅਲ ਮੈਪ ਆਫ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਨੇ ਜਿਹੜੇ ਇੰਪੋਰਟੈਂਟ ਉਹਨਾਂ ਦੇ
ਪੁਆਇੰਟ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਇੰਪੋਰਟੈਂਟ ਪੁਆਇੰਟ ਸੀ। ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਸਿੱਖ ਰਾਜ ਨਹੀਂ ਕਰ ਸਕਦਾ, ਪਰ ਜਦੋਂ ਅਸੀਂ ਆਪਣੇ ਸਿੱਖ ਰਾਜ ਨੂੰ ਕੋਟ ਕਰੀਏ, ਜੋ ਹਿਸਟਰੀ ਨੂੰ ਕੋਟ ਕਰੀਏ, ਫਿਰ ਅਸੀਂ ਥੱਲੇ ਲਿਖ ਸਕਦੇ ਹਾਂ ਕਿ ਸਿੱਖ ਬਿਨਾਂ ਕੋਈ ਹੋਰ ਰਾਜ ਕਰ ਵੀ ਨਹੀਂ ਸਕਦਾ। ਤੇ ਐਸੀਆਂ ਬਹੁਤ ਸਾਰੇ ਨੁਕਤੇ ਹਨ, ਅਗਰ ਅਸੀਂ ਇਹਨਾਂ ਨੂੰ ਪ੍ਰਚਾਰੀਏ ਤੇ ਜਾਂ ਸਮਝੀਏ ਤੇ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਸਿਰਫ ਜਾ ਕੇ ਮੱਥਾ ਟੇਕ ਕੇ ਆ ਰਿਹਾ ਹੈ, ਉਹ ਵੀ ਆਪਣੇ ਨਾਲ ਕੰਕਰੀਟ ਮੈਸੇजेस ਕਿ ਵਹਿਮ ਭਰਮ ਬਾਰੇ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਤੁਹਾਡੇ ਲਾਈਕ ਇਟਸ ਅ ਵੇ ਆਫ ਲਾਈਫ, ਤੁਹਾਡੀ ਵੇ ਆਫ ਲਾਈਫ ਬਾਰੇ ਗੁਰਬਾਣੀ ਕੀ ਕਹਿੰਦੀ ਹੈ, ਉਹ ਪੜ੍ਹ ਕੇ ਆਪਣੇ ਨਾਲ ਮੈਸੇਜ ਲੈ ਕੇ ਜਾ ਸਕਦਾ ਹੈ। ਤੇ ਉਹ ਬੋਰਡਸ ਵੀ ਤਕਰੀਬਨ ਡਿਜ਼ਾਈਨ ਕਰ ਦਿੱਤੇ ਗਏ ਨੇ, ਤੇ ਉਹ ਵੀ ਅਗਰ ਆਪ ਜੀ ਚਾਹੁੰਦੇ ਹੋ ਤੇ ਆਪ ਜੀ ਨਾਲ ਸ਼ੇਅਰ ਕਰ ਦਿੱਤੇ ਜਾਣਗੇ। ਤੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ, ਖੈਰ ਸਮਾਂ ਆਪਣੇ ਇੱਕ ਸੀਮਾ ਮੰਗਦਾ ਹੈ ਤੇ ਮੈਂ ਬਹੁਤ ਜ਼ਿਆਦਾ ਨਾ ਬੋਲਾਂ। ਤੇ ਬਾਕੀ ਜੋ ਤੁਸੀਂ ਆਪਣੇ ਪਲੇਟਫਾਰਮ ਤੋਂ ਕਰ ਰਹੇ ਹੋ, that is like awesome and like ਗੁਰੂ ਸਾਹਿਬ ਮਿਹਰ ਕਰਨ, ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਚਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੈਣ ਜੀ, ਥੈਂਕ ਯੂ। ਤੁਸੀਂ ਆਪਣੇ ਮਨਦੀਪ ਕੌਰ ਹੋਰਾਂ ਨਾਲ ਸਾਰਾ ਇਹ ਇਨਫੋਰਮੇਸ਼ਨ ਸ਼ੇਅਰ ਕਰ ਦੇਣੀ, ਜਾਂ ਸਾਡੇ ਗਲੋਬਲ ਸਿੱਖ ਕੌਂਸਲ ਨਾਲ, ਤਾਂ ਕਿ ਅਸੀਂ ਉਹਨੂੰ ਅੱਗੇ ਫਿਰ ਕਿਸ ਤਰੀਕੇ ਨਾਲ। ਬਟ ਦੇਰ ਆਰ, ਮੇਰੀ ਨੌਲੇਜ ਵਿੱਚ ਹੈ, ਦੇਰ ਆਰ ਮੈਨੀ ਵਰਲਡ ਵਾਈਡ ਐਫਰਟਸ ਵਿਚ ਆਰ ਗੋਇੰਗ ਔਨ, ਤੇ ਸਾਰਿਆਂ ਨੂੰ ਜੇ ਕੰਬਾਈਨ ਕਰ ਦਈਏ ਤਾਂ that would be a very good effort, instead ਕਿ ਇੰਡੀਵਿਜੂਅਲ ਨਾਲੋਂ ਇੱਕ ਦੂਜੇ ਨੂੰ ਓਵਰਲੈਪ, ਅਨਨੈਸੈਸਰੀ ਲੇਬਰ ਨਾ ਕੀਤੀ ਜਾਏ, ਓਵਰਲੈਪਿੰਗ ਨਾ ਹੋਵੇ। ਜਿੱਦਾਂ ਕੈਲਗਰੀ ਵਿੱਚ ਉਹਨਾਂ ਨੇ ਪੂਰਾ ਸਿਲੇਬਸ ਇੱਕ ਤਿਆਰ ਕਰ ਲਿਆ ਫਰੋਮ ਲੋਅਰ KG ਟੂ 12th ਗ੍ਰੇਡ, ਐਸੇ ਤਰ੍ਹਾਂ ਸਿੱਖਰੀ ਵਾਲਿਆਂ ਨੇ ਵੀ ਕੁਝ ਕੀਤਾ, ਕਾਫੀ ਕੰਮ ਕਰ ਲਿਆ। ਤੋ there are many organizations which are doing it. I would like ਕਿ ਸਾਰੇ ਜੇ ਰਲ ਕੇ ਕਰਨ ਤਾਂ ਬਹੁਤ ਉਹਦੇ ਨਾਲ minds together can do many things in a better way. ਖੈਰ ਹਾਂਜੀ, ਅੱਗੇ ਚੱਲੀਏ ਜੀ। ਹੋਰ ਕੋਈ anybody wants to raise hands and or we come towards an end? It's very encouraging ਜਸਵੰਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਬਹੁਤੀ ਨਵੀਂ ਗੱਲ ਤਾਂ ਨਹੀਂ ਕਹਿਣ ਲੱਗਿਆ, ਪਰ ਦੋ ਚਾਰ ਗੱਲਾਂ ਜਿਹੜੀਆਂ ਕਿ ਇਹਨਾਂ ਵਿੱਚੋਂ ਹੀ ਸੁਣ ਕੇ, ਤੁਹਾਡੇ ਵਿੱਚੋਂ ਹੀ ਸੁਣ ਕੇ ਮੈਂ ਗੱਲ ਕਰਨੀ ਚਾਹੁੰਦਾ। ਮੇਰੇ ਹਿਸਾਬ ਨਾਲ ਚਾਰ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ। ਨੰਬਰ 1, ਘਰਾਂ ਵਿੱਚ ਬੱਚਿਆਂ ਨੂੰ। ਨੰਬਰ 2, ਗੁਰਦੁਆਰੇ ਵਿੱਚ ਸੰਗਤ ਨੂੰ। ਤੇ ਨੰਬਰ 3, ਸੰਗਤ ਬਿਯਾਂਡ, ਜਿਹੜੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਥਰੂ ਸਾਰੀ ਕਹਾਣੀ ਚੱਲ ਰਹੀ ਹੈ, ਜਿਵੇਂ ਆਪਾਂ ਕਰ ਰਹੇ ਹਾਂ। ਤੇ ਨੰਬਰ 4, ਐਟ ਯੂਅਰ ਵਰਕ। ਹੁਣ ਬੱਚਿਆਂ ਨੂੰ ਘਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਟੌਪਿਕ ਲੈ ਲਈਏ ਤਾਂ ਬੱਚਿਆਂ ਨੂੰ ਘਰ ਵਿੱਚ ਟ੍ਰੇਨ ਕਰਨ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਯੂ ਹੈਵ ਟੂ ਸੈਟ ਐਨ ਐਗਜ਼ਾਮਪਲ। ਪਰ ਜੇਕਰ ਘਰ ਦੇ ਵਿੱਚ ਅਸੀਂ ਬੱਚਿਆਂ ਵਾਸਤੇ ਕ੍ਰਾਈਟੇਰੀਆ ਬਣਾ ਲਈਏ ਤੇ ਆਪਣੇ ਵਾਸਤੇ ਦੂਸਰਾ, ਕਿ ਚਲੋ ਠੀਕ ਹੈ, ਜਿਹੜੀ ਸ਼ਰਾਬ ਪਈ ਹੈ ਇਹ ਬੱਚਾ ਨਾ ਟੱਚ ਕਰੇ, ਸ਼ਾਮ ਨੂੰ ਜਦੋਂ ਮੈਂ ਬੈਠਣਾ ਤੇ ਚਲੋ ਬੱਚਿਓ ਤੁਸੀਂ ਉੱਧਰ ਖੇਡ ਲਓ, ਪਾਪਾ ਦਾ ਟਾਈਮ ਹੈ ਹੁਣ ਥੋੜਾ ਜਿਹਾ ਆਪਣਾ ਬਿਜ਼ੀ ਹੋਣ ਦਾ। ਤੇ ਉਹ ਫਿਰ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਬੱਚੇ ਨੂੰ, ਉਹਦੇ ਦਿਮਾਗ 'ਚ ਇਨਗ੍ਰੇਨ ਹੋ ਜਾਂਦੀ ਹੈ ਕਿ ਵਟ ਐਵਰ ਪਾਪਾ ਕੈਨ ਡੂ ਮਸਟ ਬੀ ਰਾਈਟ, ਤੇ ਮੈਂ ਤਾਂ ਉਹਦਾ ਬੱਚਾ ਦੇ ਉਹ ਕਰਦਾ ਤੇ ਮੈਨੂੰ ਵੀ ਕਰਨ ਨੂੰ ਅਲਾਉਡ ਹੋਣਾ ਚਾਹੀਦਾ। ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਸਿੱਖੀ। ਇੱਕ ਗੱਲ ਜਗਜੀਤ ਨੇ ਬੜੀ ਅੱਛੀ ਕੀਤੀ ਸੀਗੀ ਕਿ ਉਹਨਾਂ ਨੂੰ ਯੈਸ ਐਟ ਦੀ ਟਾਈਮ ਆਫ ਵੈਡਿੰਗ ਵੀ ਸ਼ੁੱਡ ਬੀ ਗਿਵਿੰਗ ਦੈਮ ਏ ਕਾਪੀ ਆਫ ਗੁਰੂ ਗ੍ਰੰਥ ਸਾਹਿਬ ਜਾਂ ਉਹਦੀ ਪੋਥੀ ਦੀ ਕਾਪੀ, ਵਟ ਐਵਰ। ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਬੱਚਾ ਜਦੋਂ ਕੋਈ ਐਗਜ਼ਾਮ ਪਾਸ ਕਰਦਾ ਹੈ ਘਰ ਦੇ ਵਿੱਚ, ਜਾਂ ਕੋਈ ਅੱਛੀ ਚੀਜ਼ ਕਰਦਾ ਹੈ, ਉਹਨੂੰ ਜ਼ਰੂਰ ਪੈਸੇ ਦਿਓ, ਉਹਨੂੰ ਜ਼ਰੂਰ ਉਹਦੀ ਉਮਰ ਦੇ ਲਿਹਾਜ਼ ਨਾਲ ਟਾਏ ਲਿਆ ਕੇ ਦਿਓ ਜੇ ਲਿਆ ਕੇ ਦੇਣਾ ਹੈ, ਪਰ ਨਾਲ ਉਹਦੀ ਏਜ ਰਿਲੇਟਿਡ ਕੋਈ ਗੁਰਬਾਣੀ ਦੀ ਚੀਜ਼ ਇਨ ਦੀ ਫਾਰਮ ਆਫ ਟ੍ਰਾਂਸਲੇਸ਼ਨ ਆਫ ਗੁਟਕਾ, ਜਾਂ ਕੋਈ ਗੁਰਬਾਣੀ ਦਾ ਕਨਸੈਪਟ ਲੈ ਕੇ ਉਹਦੇ ਰਿਲੇਟਿਡ ਚੀਜ਼ ਬੱਚੇ ਨੂੰ ਦਿੱਤੀ ਜਾਵੇ, ਤਾਂ ਜੋ ਬੱਚੇ ਨੂੰ ਇਹ ਪਤਾ ਲੱਗ ਸਕੇ ਕਿ ਮੇਰੇ ਕਨੈਕਸ਼ਨ ਕਿੱਥੇ ਹੈਗੇ ਤੇ ਮੈਂ ਕੀ ਸਿੱਖਣਾ ਹੈ, ਤੇ what my parents are actually willing or wanting out of me. ਨੰਬਰ 2, ਗੁਰਦੁਆਰਿਆਂ ਵਿੱਚ ਇਹ ਗੱਲ ਬੜੀ ਆਪਾਂ ਡਿਸਕਸ ਕਰ ਲਈ ਹੈ ਕਿ ਗੁਰਦੁਆਰਿਆਂ ਦੇ ਵਿੱਚ ਕੁਝ ਖਾਸ ਨਹੀਂ ਹੋ ਰਿਹਾ, ਇਸ ਕਰਕੇ ਗੁਰਦੁਆਰੇ ਆਰ ਰਿਡੰਡੈਂਟ। ਮੈਂ ਨਹੀਂ ਸਮਝਦਾ ਕਿ ਗੁਰਦੁਆਰੇ ਰਿਡੰਡੈਂਟ ਹੈ। ਜੋ ਮਰਜ਼ੀ ਅਸੀਂ ਕਰ ਲਈਏ, ਜਿਹੜਾ ਕਨਸੈਪਟ ਆ ਗੁਰਦੁਆਰਾ ਉਹਦਾ ਕੋਈ ਰੀਜ਼ਨ ਸੀਗਾ। ਸੰਗਤ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ, ਇੱਕ ਦੂਜੇ ਦੇ ਦਰਸ਼ਨ ਕਰਨੇ, ਫਤਿਹ ਬੁਲਾਉਣੀ, ਉਹ ਤੋਂ ਬਾਅਦ
ਆਪਣਾ ਓਪੀਨੀਅਨ ਤੇ ਉਹਦਾ ਓਪੀਨੀਅਨ ਜਿਹਨੂੰ ਆਪਾਂ ਸੰਗਤ ਦੇ ਵਿੱਚ ਸੰਗਤੀ ਰਿਲੇਟਡ ਜਿਹੜੀ ਗੱਲਬਾਤ ਕਰਦੇ ਆ ਉਹ ਜ਼ਰੂਰੀ ਹੈ। ਪ੍ਰੋਬਲਮ ਇਹ ਹੈ ਕਿ ਜਿਵੇਂ ਕਿਹਾ ਗਿਆ ਕਿ ਉਹਦੇ ਕੰਟੈਂਟ ਅਨਫੋਰਚੂਨੇਟਲੀ ਉਹ ਨਹੀਂ ਹੈਗੇ ਜਿਹੜੇ ਹੋਣੇ ਚਾਹੀਦੇ ਸੀਗੇ, ਤੇ ਉਹਦੇ ਵਿੱਚ ਪ੍ਰੋਬਲਮ ਬੜੀ ਸਿਰ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਰਾਗੀ ਜਥੇ ਵਗੈਰਾ ਸਾਡੇ ਇੱਥੇ ਆ ਰਹੇ ਆ, ਇੱਕੋ ਹੀ ਹੈ ਕਿ ਗੁਰਦੁਆਰੇ ਵਿੱਚ ਪਹਿਲਾਂ ਆਉਣਗੇ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਚਾਹੀਦੀ ਹੈ, ਉਦੋਂ ਤੱਕ ਉਹ ਕਰਨਗੇ ਜੋ ਮੈਨੇਜਮੈਂਟ ਉਹਨਾਂ ਨੂੰ ਚਾਹੁੰਦੀ ਹੈ। ਜਦੋਂ ਇਮੀਗ੍ਰੇਸ਼ਨ ਮਿਲ ਗਈ ਫਿਰ ਉਹਨਾਂ ਦਾ ਧਿਆਨ ਸਿਰਫ ਉਹ ਵਕੀਲਾਂ ਨੂੰ ਪੈਸੇ ਦੇ ਕੇ ਤੇ ਇਮੀਗ੍ਰੇਸ਼ਨ ਪੱਕੀ ਕਰਨ ਵਾਸਤੇ, ਤੇ ਇਸ ਕਰਕੇ ਜਿੰਨੇ ਕਮਾਉਣੇ ਆ ਉਧਰ ਲਾ ਦੇਣੇ ਆ, ਤੇ ਉਹਨਾਂ ਨੇ ਕੰਮ ਉਹੀਓ ਕਰਨੇ ਆ ਜਿਹਦੇ ਨਾਲ ਕਿ ਉਹਨਾਂ ਦੇ ਪੈਸੇ ਉਹਨਾਂ ਦੇ ਪੂਰੇ ਹੋ ਸਕਣ। ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ ਆਪਾਂ ਸਿਸਟਮ ਹੀ ਕੋਈ ਬਣਾਇਆ ਹੋਇਆ ਹੈ। ਪ੍ਰੋਬਲਮ ਸਿਰਫ ਇਹ ਹੈ ਕਿ ਉੱਥੋਂ ਚੱਲਣ ਤੋਂ ਪਹਿਲਾਂ had somebody use some kind of screening process ਕਿ ਭਾਈ ਇਹ ਬੰਦਾ ਧਰਮ ਬਾਰੇ ਠੀਕ ਗੱਲ ਕਰ ਸਕਦਾ ਹੈ ਕਿ ਸਿਰਫ ਇਹਨੂੰ ਵਾਜੇ ਤੇ ਉਂਗਲਾਂ ਮਾਰ ਕੇ ਤੇ ਨਾਲ ਜੋੜੀ ਵਜਾ ਕੇ ਮਿੱਠੀ ਆਵਾਜ਼ ਵਿੱਚ ਇੱਕ ਜਿਹੜੀ ਗਾਣੇ ਦੀ ਟਿਊਨ ਹੈ ਉਹਦੇ ਉੱਤੇ ਸ਼ਬਦ ਗਾ ਕੇ ਸੰਗਤ ਦੇ ਕੰਨ ਰਸ ਨੂੰ ਪੂਰਾ ਕਰਨ ਵਾਸਤੇ ਉੱਥੇ ਜਾ ਰਿਹਾ ਹੈ। ਇਹ ਪ੍ਰੋਬਲਮ ਹੈ ਸਾਡੇ ਲੀਡਰਸ਼ਿਪ ਦੀ, ਜਿਹੜੀ ਕਿ ਰਿਲੀਜੀਅਸ ਹਾਇਰਾਰਕੀ ਹੈ, ਜਿਨ੍ਹਾਂ ਨੇ ਕਿ ਉਹਨਾਂ ਨੂੰ ਟ੍ਰੇਨ ਕਰਨਾ ਹੈ ਤੇ ਜਿਨ੍ਹਾਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਸਰਟੀਫਿਕੇਟ ਦੇਣਾ ਹੈ, ਜਿਹੜਾ ਕਿ ਕਿਸੇ ਵੀ ਗੁਰਦੁਆਰੇ ਵਾਸਤੇ ਇਹ ਫਰਜ਼ ਬਣਦਾ ਹੈ ਕਿ ਭਾਈ ਉਹ ਬੰਦੇ ਲਿਆਏ ਜਾਣ ਜਿਹੜੇ ਕਿ ਸਰਟੀਫਾਈਡ ਕੀਤੇ ਹੋਏ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਧਰਮ ਦੀ ਗੱਲ ਕਿਵੇਂ ਹੈ, ਤੇ ਬੇਸਡ ਔਨ ਦੀ ਪਾਪੂਲੇਸ਼ਨ ਦੇ ਆਰ ਗੋਇੰਗ ਟੂ ਸਰਵ। ਉਹਨਾਂ ਨੂੰ ਉੱਥੋਂ ਦੀ ਲੈਂਗੁਏਜ ਆਉਂਦੀ ਹੈ, ਉੱਥੋਂ ਉਹਨਾਂ ਦੀ ਗੱਲ ਸਮਝਾਣੀ ਆਉਂਦੀ ਹੈ, ਉੱਥੋਂ ਦੇ ਬੱਚਿਆਂ ਨਾਲ ਕਨੈਕਸ਼ਨ ਕਰਨਾ ਆਉਂਦਾ ਹੈ। ਕਿਸੇ ਵੀ ਗੁਰਦੁਆਰੇ ਵਿੱਚ ਚਲੇ ਜਾਓ ਤੇ ਗੁਰਦੁਆਰਿਆਂ ਦੇ ਵਿੱਚ ਰਾਗੀਆਂ ਦਾ ਇੱਕੋ ਹੀ ਰਿਲੇਸ਼ਨਸ਼ਿਪ ਹੁੰਦਾ ਹੈ, ਜਿਹੜੀ ਕਿ ਐਲਡਰਲੀ ਇਮੀਗ੍ਰੈਂਟ ਪਾਪੂਲੇਸ਼ਨ ਹੈਗੀ। ਜੇ ਉਹ ਖੁਸ਼ ਹੈ ਤੇ ਸਾਰੇ ਖੁਸ਼ ਹੈ, ਕਿਉਂਕਿ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ, ਬਾਕੀ ਸਾਰੇ ਬੰਦੇ ਉਹੀ ਹੁੰਦੇ ਆ। ਕੋਈ ਨਹੀਂ ਧਿਆਨ ਦਿੰਦਾ ਬੱਚੇ ਵੱਲ ਕਿ ਬੱਚੇ ਦੀ ਰਿਕੁਆਇਰਮੈਂਟ ਕੀ ਹੈ, ਮੈਂ ਕੀ ਕਮਿਊਨੀਕੇਟ ਬੱਚੇ ਨਾਲ ਅੰਗਰੇਜ਼ੀ 'ਚ ਕਰ ਸਕਦਾ, ਜਿਹੜੀ ਕਿ ਇੱਥੋਂ ਦੀ ਲੈਂਗੁਏਜ ਹੈ। ਜੇ ਆਫਕੋਰਸ ਕਿਸੇ ਹੋਰ ਕੰਟਰੀ ਜਾਣਾ ਤੇ ਉੱਥੋਂ ਦੀ ਲੈਂਗੁਏਜ ਉਸ ਜਿਹੜਾ ਜਾ ਰਿਹਾ ਉੱਥੇ ਉਹਨੂੰ ਉੱਥੇ ਦੀ ਲੈਂਗੁਏਜ ਸਮਝ ਹੈ ਵੀ ਕਿ ਨਹੀਂ, ਤੇ ਉਹ ਤੇ ਫਿਰ ਜਿਵੇਂ ਕਿ ਬੀਨ ਵਜਾਈ ਜਾਓ ਤੇ ਸੱਪ ਆਪਣਾ ਸਿਰ ਹਿਲਾਈ ਜਾਏਗਾ, ਤੇ ਉਹਦੇ ਨਾਲ ਤੇ ਕੰਮ ਨਹੀਂ ਬਣਨਾ ਮੇਰੇ ਪਿਆਰਿਓ। ਪ੍ਰੋਬਲਮ ਹੈ ਰਾਗੀਆਂ ਦੀ ਵੀ ਨਹੀਂ ਹੈ, ਜਿਹੜੇ ਇੰਡੀਆ ਤੋਂ ਬੰਦੇ ਆਉਂਦੇ ਉਹਨਾਂ ਦੀ ਵੀ ਨਹੀਂ ਹੈ, ਪ੍ਰੋਬਲਮ ਹੈ ਉਹਨਾਂ ਦੀ ਠੀਕ ਟ੍ਰੇਨਿੰਗ ਦੀ, ਤੇ ਉਹਨਾਂ ਨੂੰ ਦੇਖਣ ਦੀ ਲੋੜ ਹੈ ਕਿ ਭਾਈ ਉਹ ਕਿਸ ਪਰਪਸ ਵਾਸਤੇ ਜਾ ਰਹੇ ਹਨ, ਕਿ ਉਹ ਧਰਮ ਪ੍ਰਚਾਰ ਵਾਸਤੇ ਜਾ ਰਹੇ ਹਨ ਕਿ ਆਪਣੀ ਲਿਵਿੰਗ ਉੱਥੇ ਬਣਾ ਰਹੇ ਹਨ। ਮੈਂ ਇਹਦੇ ਅਗੇਂਸਟ ਨਹੀਂ ਹੈਗਾ ਕਿ ਲਿਵਿੰਗ ਉਹਨਾਂ ਨੂੰ ਵੀ ਬਣਾਉਣੀ ਚਾਹੀਦੀ ਹੈ। ਦੇ ਸ਼ੁੱਡ ਹੈਵ ਕੰਫਰਟੇਬਲ ਲਾਈਫ ਲਾਈਕ ਐਨੀਬਡੀ ਐਲਸ ਹੂ ਕਮਸ ਆਊਟ ਆਫ ਹਿਜ਼ ਓਨ ਕੰਟਰੀ। ਸਾਰਾ ਕੁਝ ਛੱਡ ਕੇ, ਪਰਿਵਾਰ ਨੂੰ ਛੱਡ ਕੇ ਦੂਰ ਆਉਂਦਾ ਹੈ, ਉਹਨੂੰ ਹਰ ਇੱਕ ਚੀਜ਼ ਦੀ ਰਿਕੁਆਇਰਮੈਂਟ ਦੀ ਜ਼ਰੂਰਤ ਹੈ, ਪਰ ਜਿਹੜਾ ਉਹ ਪਰਪਸ ਉੱਥੇ ਕਰਨ ਚੱਲਿਆ, ਕੈਨ ਹੀ ਡੂ ਦੈਟ ਪਰਪਸ। ਕਿ ਜੇ ਮੈਨੂੰ ਇੱਥੇ ਡਾਕਟਰ ਹਾਇਰ ਕੀਤਾ ਗਿਆ ਸੀ ਤਾਂ ਉਹਨਾਂ ਨੇ ਪਹਿਲਾਂ ਦੇਖ ਲਿਆ ਸੀ ਕਿ ਬਈ ਆਈ ਹੈਵ ਕੁਆਲੀਫਿਕੇਸ਼ਨ ਆਫ ਬੀਇੰਗ ਏ ਫਿਜ਼ੀਸ਼ੀਅਨ, ਤੇ ਫਿਰ ਉਹਨਾਂ ਨੇ ਮੈਨੂੰ ਹਾਇਰ ਕੀਤਾ ਸੀ। ਤੇ ਅਸੀਂ ਕਿਉਂ ਨਹੀਂ ਇਦਾਂ ਕਰ ਸਕਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਉਣ ਤੋਂ ਪਹਿਲਾਂ ਆਲ ਸ਼ੁੱਡ ਬੀ ਚੈੱਕਡ ਕਿ ਇਹਨੂੰ ਸਮਝ ਕਿੰਨੀ ਹੈ ਗੁਰਬਾਣੀ ਦੀ, ਕਿ ਇਹ ਟ੍ਰਾਂਸਲੇਸ਼ਨ ਕਰਕੇ ਬੱਚਿਆਂ ਨੂੰ ਸਮਝਾ ਸਕਦਾ ਹੈ, ਕਿ ਇਹਨੂੰ ਇੰਗਲਿਸ਼ ਆਉਂਦੀ ਹੈ, ਤਾਂ ਇਹਦਾ ਤਰੀਕੇ ਨਾਲ ਜੇਕਰ ਗੁਰਦੁਆਰਿਆਂ ਵਿੱਚ ਇੰਪਰੂਵ ਕਰ ਦਿੱਤੀ ਜਾਵੇ। ਤੇ ਤੀਸਰੀ ਗੱਲ ਜਿਹੜੀ ਆਪਾਂ ਸੰਗਤ ਬਿਆਨ, ਜਿਹਨੂੰ ਕਿ ਆਪਾਂ ਸੋਸ਼ਲ ਮੀਡੀਆ ਨਾਲ ਅੱਜ ਕੱਲ੍ਹ ਕਰ ਰਹੇ ਹਾਂ, ਥਾਂ ਸੈਮੀਨਾਰ ਚੱਲ ਰਹੇ ਹਨ। ਇਨ ਏ ਵੇ ਆਈ ਐਮ ਥੈਂਕਫੁਲ ਟੂ ਕੋਵਿਡ ਕਿ ਉਸਨੇ ਇਹ ਪ੍ਰੋਸੈਸ ਸ਼ੁਰੂ ਕਰਾ ਦਿੱਤਾ ਕਿ ਥਾਂ ਤੇ ਅੱਜ ਜ਼ੂਮ ਤੇ ਮੀਟਿੰਗਸ ਹੋ ਰਹੀਆਂ, ਜਿਹਦੇ ਵਿੱਚ ਸੰਗਤ ਇਕੱਠੀ ਹੋ ਰਹੀ ਹੈ, ਜਿਹਦੇ ਵਿੱਚ ਆਪਾਂ ਰਲ ਮਿਲ ਕੇ ਬੈਠ ਕੇ ਇਸ਼ੂ ਨੂੰ ਡਿਸਕਸ ਕਰ ਰਹੇ ਹਾਂ, ਜਿਵੇਂ ਹੁਣ ਕਰ ਰਹੇ ਹਾਂ। ਤੇ ਇਹ ਇਦਾਂ ਹੀ ਵਧਣਾ ਚਾਹੀਦਾ। ਸਾਡੇ ਕੋਲੇ ਇਹੋ ਜਿਹੇ ਸਪੀਕਰ ਹੋਣੇ ਚਾਹੀਦੇ ਆ ਜਿਹੜੇ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਜੇ ਦੂਜੇ ਪਾਸੇ ਕੋਈ ਅੱਛਾ ਸਪੀਕਰ ਤੁਹਾਨੂੰ ਮਿਲਿਆ ਤਾਂ ਉਹਨੂੰ ਜ਼ਰੂਰ ਬੁਲਾਓ, ਉਹਦੀ ਗੱਲ ਸੁਣੋ, ਉਹਦੀ ਗੱਲ ਨੂੰ ਅੱਗੇ ਵਧਾਓ, ਤਾਂ ਜੋ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾਵੇ। ਤੇ ਫਾਈਨਲ ਗੱਲ ਹੈਗੀ ਐਟ ਯੂਅਰ ਵਰਕ, ਜਿੱਥੇ ਕਿ ਤੁਸੀਂ ਐਜ਼ ਏ ਇੰਡੀਵਿਜੂਅਲ ਪਰਸਨ, ਐਂਡ ਆਈ ਐਮ ਸ਼ੋਰ ਹਰ ਸਿੱਖ ਜਿਹੜਾ ਇੱਥੇ ਬੈਠਿਆ ਹੈ, ਜਿੱਥੇ ਵੀ ਉਹ ਕੰਮ ਕਰ ਰਿਹਾ ਉੱਥੇ ਇੱਕ ਜਾਂ ਦੋ ਉਹਦੇ ਵਰਗੇ ਹੋਣਗੇ, ਵਿਦਿਨ 100 or 200 or 300 or 500 ਪੀਪਲ। ਤਾਂ ਭਾਈ ਅਸੀਂ ਚਲਦੀ ਹੋਈ ਇੱਕ ਐਗਜ਼ਾਮਪਲ ਹੈਗੇ ਆ ਆਪਣੇ ਆਪ ਵਿੱਚ। ਵੀ ਆਰ ਰਿਪਰੈਜ਼ੈਂਟਿੰਗ ਦੀ ਐਂਟਾਇਰ ਸਿੱਖ ਕਮਿਊਨਿਟੀ, ਸਿੱਖ ਧਰਮ ਐਜ਼ ਅੰਬੈਸਡਰ ਆਫ ਸਿੱਖ। ਦੇਅਰਫੋਰ ਸਾਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਣੀ ਪਏਗੀ ਹਰ ਇੱਕ ਸਿੱਖ ਨੂੰ, ਕਿ ਉਹ ਆਪਣੇ ਹਰ ਕੰਮ ਜਿਹੜਾ ਉਹ ਕਰਦਾ ਹੈ ਉਹਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੇਕਰ ਮੈਂ ਕੋਈ ਗਲਤ ਕੰਮ ਕਰ ਰਿਹਾ ਤਾਂ ਇਹ ਮੈਂ ਸਾਰੀ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਗਲਤ ਕੰਮ ਸਾਰੀ ਸਿੱਖ ਕਮਿਊਨਿਟੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਤੇ ਜੇ ਮੈਂ ਕੋਈ ਠੀਕ ਕੰਮ ਕਰ ਰਿਹਾ ਤਾਂ ਰੈਸਟ ਆਫ ਦੀ ਕਮਿਊਨਿਟੀ, ਰੈਸਟ ਆਫ ਮਾਈ ਕੋਲੀਗ ਐਂਡ ਜਿਹੜੇ ਹੋਰ ਵੀ ਉੱਥੇ ਬੰਦੇ ਕੰਮ ਕਰਦੇ ਆ, ਉਹਨਾਂ ਤੇ ਸਿੱਖ ਧਰਮ ਦਾ ਅੱਛਾ ਇੰਪ੍ਰੈਸ਼ਨ ਪਏਗਾ। ਤੇ ਉਹਦੇ ਵਾਸਤੇ ਕਮਿਊਨਿਟੀ ਨਾਲ ਜਿੱਥੇ ਤੁਸੀਂ ਕੰਮ ਕਰਦੇ ਹੋ, ਚਾਹੇ ਤੁਹਾਡਾ ਉਸ ਡਿਪਾਰਟਮੈਂਟ ਨਾਲ ਕਨੈਕਸ਼ਨ ਹੋਵੇ ਨਾ ਹੋਵੇ, ਇੱਕ
ਇਨੀਸ਼ੀਅਲ ਆਪਣੀ ਇਨੀਸ਼ੀਏਸ਼ਨ ਕਰਕੇ ਆਪ ਹਿੰਮਤ ਕਰਕੇ ਮਿਲਣ ਦੀ ਲੋੜ ਹੈ। ਜਿੱਥੇ ਮੌਕਾ ਲੱਗੇ ਉਹ ਧਰਮ ਬਾਰੇ ਉਹਨਾਂ ਨੂੰ ਦੱਸਿਆ ਜਾਵੇ। ਉਹ ਜ਼ਰੂਰ ਹਰ ਇੱਕ ਦੂਸਰਾ ਬੰਦਾ ਪਹਿਲੀ ਗੱਲ ਇਹ ਪੁੱਛਦਾ ਹੈ ਕਿ ਵਾਟ ਇਜ਼ ਔਨ ਟਾਪ ਆਫ ਯੂਰ ਹੈਡ, ਇਹ ਕੀ ਹੈ ਮਤਲਬ ਧਰਮ ਦਾ। that opens up the channel for you to discuss about your faith। ਪਰ ਉਹ ਦੱਸੋਗੇ ਤਾਂ ਜੇ ਤੁਹਾਨੂੰ ਆਪ ਗੁਰਬਾਣੀ ਦੀ ਸਮਝ ਹੋਏਗੀ, ਤੁਹਾਨੂੰ ਆਪ ਸਮਝ ਹੋਏਗਾ ਕਿ ਜੇ ਮੈਂ ਸਿਰ ਤੇ ਪੱਗ ਰੱਖੀ ਹੋਈ ਹੈ ਤੇ ਇਹਦਾ ਪਰਪਸ ਕੀ ਹੈ। ਇਹ ਸਾਰੀਆਂ ਗੱਲਾਂ ਜੇਕਰ ਸਾਨੂੰ ਪਤਾ ਹੋਣਗੀਆਂ, ਅਸੀਂ ਆਪਣੇ ਤਰੀਕੇ ਨਾਲ ਆਪਣੇ ਕੰਮ ਕਰਨ ਲਈ ਥਾਂ ਤੇ ਬਾਕੀ ਕੁਲੀਗਸ ਨੂੰ ਦੱਸ ਸਕਾਂਗੇ ਤੇ ਇੱਕ ਇੱਕ ਕੁਲੀਗ ਨੇ ਜਿਹਦੇ ਤੁਹਾਡੇ ਨਾਲ ਇੰਟਰੈਕਟ ਕੀਤਾ ਉਹ 10 ਬੰਦਿਆਂ ਹੋਰਾਂ ਨੂੰ ਬਾਹਰ ਜਾ ਕੇ ਦੱਸੂਗਾ, provided you throw a good image upon that person। ਸੋ ਮੇਰੀਆਂ ਇਹ 4 ਰਿਕੁਐਸਟ ਸੀਗੀਆਂ ਕਿ ਭਾਈ ਇਹ ਸਾਰੀਆਂ ਗੱਲਾਂ ਕਰਨ ਦੀ ਲੋੜ ਹੈ। ਗੁਰਦੁਆਰੇ ਇੰਪੋਰਟੈਂਟ ਹੈ, ਘਰ 'ਚ ਬੱਚਿਆਂ ਨੂੰ ਦੱਸਣ ਦੀ ਇੰਪੋਰਟੈਂਟ ਹੈ। ਇਹ ਜਿਹੜੇ ਇਸ਼ੂ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ, ਇਹ ਵੀ ਇੰਪੋਰਟੈਂਟ ਹੈ। ਤੇ ਐਟ ਵਰਕ ਪਲੇਸ ਤੁਹਾਡੀ ਜਿਹੜੀ ਇੰਪੋਰਟੈਂਸ ਹੈ ਐਜ਼ ਏ ਸਿੱਖ ਪ੍ਰੀਚਰ, as a person who represents the entire Sikh community is very, very important, and it should be done in the right way। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜਗਜੀਤ ਸਿੰਘ ਜੀ, ਤੁਸੀਂ ਹੈਂਡ ਰੇਜ਼ ਕੀਤਾ ਸੀ, ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਡਾਕਟਰ ਸਚਦੇਵ ਜਸਵੰਤ ਸਿੰਘ ਉਹਨਾਂ ਨੇ ਬੋਲਿਆ ਹੈਗਾ, I agree with that, and he actually said a lot of things ਕਿ ਜਿਹੜੀਆਂ I agree with, and ਉਸ ਤੋਂ ਬਾਅਦ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਠੀਕ, ਥੈਂਕ ਯੂ ਜੀ। ਪਾਲ ਜੀ ਸਿੰਗਾਪੁਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਾਰਿਆਂ ਨੂੰ ਬਹੁਤ ਬਹੁਤ ਅਸੀਂ ਸੁਣ ਕੇ ਬਹੁਤ ਖੁਸ਼ ਹੋ ਰਹੇ ਸੀ। I think it's a very beautiful topic that you have selected for today, which is very timely ਅਤੇ all the viewpoints that were shared by all the speakers, I think they are wonderful, but one of the important things to see aap hone kya si moderator sahab ji, that there are a lot of efforts that are being done on an individual or small organizational level all over the world. It is time we all come together to do this collectively, concertedly, all the efforts, but we can build upon each other's efforts। So ਇਹਦੇ ਵਾਸਤੇ आज 2 ਬੇਨਤੀਆਂ ਕਰਨਾ ਚਾਹੁੰਦਾ ਹੈ। ਇੱਕ ਸੋਸ਼ਲ ਮੀਡੀਆ ਬਾਰੇ ਵੀ ਬਹੁਤ ਕੁਝ ਆਪ ਸਾਰਿਆਂ ਨੇ ਦਿੱਤਾ ਹੈ। Zoom just happens to be one of the smallest social media channels। ਮੈਂ ਸਾਰਿਆਂ ਨੂੰ ਇਹ open invitation ਦੇ ਰਿਹਾ। We are working with a network of other good Sikh administrators who have more than 250,000 Sikh Sangat reach on channels like Facebook, Telegram, Instagram, and so on and so forth। Now ਜੇ ਆਪ ਜੀ ਜਾਂ ਆਪ ਜੀ ਦੇ ਦੋਸਤ ਮਿੱਤਰ, if you yourself have got good content, if you like to share nice lectures, nice articles which you share with us, we will then actually share it with the 250,000 Sangat। Now no Gurdwara Sahib physically can hold that much of Sangat, but Facebook today allows us, and these are people who have clicked on the like button, clicked on the follow button, which means they have opted in कि मैं सिखी बारे होर जानना चाहता। And the last report जो मैं पढ़ी सी पिछले हफ्ते, these 250,000 followers of like the Sikhism page and more than 20 other pages that work together with us, they have collectively more than 30 million friends, which means if ਤੁਹਾਡਾ ਵੀਡੀਓ ਜਾਂ ਤੁਹਾਡਾ ਆਰਟੀਕਲ ਅਸੀਂ collectively ਇਸ ਤਰ੍ਹਾਂ ਦੇ 24 pages ਤਾਂ ਮੈਂ ਕੰਮ ਕਰਦਾ ਜਿਨ੍ਹਾਂ ਦੇ ਨਾਲ, ਉਹ 24 administrators ਦੇ ਨਾਲ ਹੀ ਅਸੀਂ ਸਾਂਝ ਪਾਵਾਂਗੇ, they will collectively be able to share your video, your content, or the content of good prachar with up to 30 million friends of these 250,000 Sikhs who are connected to all these pages। So das ਇਹ ਬੇਨਤੀ ਪਹਿਲੇ ਕਰਨਾ ਚਾਹੁੰਦਾ ਸੀ that if you have good content yourself, number one, if you know of other speakers who can speak very well both in Punjabi and predominantly also in English, because 250,000 Sikhs, these age groups are people of a younger generation ਜਿਹੜੇ ਅੱਜ ਕੱਲ ਗੁਰਦੁਆਰੇ ਇਤਨਾ ਨਹੀਂ ਆ ਰਹੇ, ਤੇ ਜੇ ਆ ਵੀ ਰਹੇ ਨੇ ਉਹ 1 ਘੰਟਾ ਕਥਾ ਨਹੀਂ ਸੁਣਨਗੇ, ਪਰ ਉਹਨਾਂ ਨੂੰ ਤੁਸੀਂ ਭਾਵੇਂ 5 ਮਿੰਟ ਜਾਂ 10 ਮਿੰਟ ਦਾ
ਛੋਟਾ ਜਿਹਾ ਇੱਕ ਵੀਡੀਓ ਬਣਾ ਕੇ ਭੇਜ ਦਿਓ ਜਾਂ ਨਾਈਸ ਆਰਟੀਕਲ ਦੇ ਦਿਓ, ਅਸੀਂ ਅੱਗੇ ਸ਼ੇਅਰ ਕਰ ਸਕਦੇ ਹਾਂ, because that is the fastest way. Today every child has a handphone in their hands, and that is the most effective, the most cost effective also, and the fastest way to reach the next generation who we need to worry about more than just the people who are coming to the Gurdwara Sahib. क्योंकि तिनको क्या उपदेश है जिन गुरु नानक देव जी गुरुद्वारा ਸਾਹਿਬ ਆ ਰਹੇ ਨੇ, ਉਹਨਾਂ ਨੂੰ ਬਚਪਨ ਤੋਂ ਹੀ ਪਿਆਰ ਪੈ ਗਿਆ ਸਿੱਖੀ ਦੇ ਨਾਲ, ਭਾਵੇਂ ਕੋਵਿਡ ਦੇ ਵੇਲੇ ਨਹੀਂ ਆਏ ਸੀ ਪਰ ਕੋਵਿਡ ਤੋਂ ਬਾਅਦ ਵਾਪਸ ਆਣਾ ਸ਼ੁਰੂ ਕਰ, ਪਰ ਜਿਹੜੇ ਬੱਚੇ ਪਹਿਲੇ ਵੀ ਨਹੀਂ ਆਉਂਦੇ ਸੀ ਹੁਣ ਤਾਂ ਸਗੋਂ ਹੋਰ ਘੱਟ ਆ ਰਹੇ ਨੇ, ਉਹਨਾਂ ਦੇ ਵਾਸਤੇ 250,000 ਸਾਡੇ ਅੱਗੇ ਸੰਗਤ ਤਿਆਰ ਹੈ। ਸੋ ਦਾਸ ਗਲੋਬਲ ਸਿੱਖ ਕਾਉਂਸਲ ਨੂੰ ਵੀ ਬੇਨਤੀ ਕਰੇਗਾ, ਅਤੇ ਭਾਈ ਸਾਹਿਬ ਪ੍ਰੋਫੈਸਰ ਗੁਰਚਰਨ ਸਿੰਘ ਜੀ ਕੋਈ ਹੋਰ ਆਰਗੇਨਾਈਜੇਸ਼ਨ ਦੇ ਨਾਮ ਲੈ ਰਹੇ ਸੀ, ਬ੍ਰਹਮਲੀਨ ਕੌਰ ਜੀ ਨੇ ਕਿਸੇ ਹੋਰ ਆਰਗੇਨਾਈਜੇਸ਼ਨ ਦਾ ਵੀ ਨਾਮ ਲਿੱਤਾ ਸੀ। I think every organization, if you have good data, if you have good content, please do get in touch with me. I will get you in touch with all these administrators who are more than happy to collectively work together. ਤੇ ਨਾਲ ਹੀ ਦੂਸਰੀ ਬੇਨਤੀ, ਜਿਹੜਾ ਵੀ ਤੁਸੀਂ curriculum ਤਿਆਰ ਕਰ ਰਹੇ ਹੋ, if you want to have certification from the University of Sikhism.com to add to the credibility of your syllabus, that is a second offer we can all work together on. And last thing, whatever you are planning, please plan it in such a way that not only the young ones, but today lots of divorce rates are going up, marriages are not happening, then they cannot train their next generation, because our female Sikhs are moving away from marrying male Sikhs for whatever reasons. I think that is a topic by itself, but we also need to now focus on syllabus for people who are going to get married, for preparatory courses for them, then how to have a happy married life, how to share Sikhi with the future, because ਅੱਜ ਦਾ topic ਹੀ ਇਹ ਸੀਗਾ, collective way number 1, effective ways number 2, and most importantly, I humbly beg all of you, please get in touch with us, even with me after this conference, because there's a lot of work that we can all do. And my 3 gifts to you in conclusion, in summary, dobara ei hagene. Number 1, more than 250,000 Sikhs are ready waiting for your video or the video of your best friends, even if it's 5 ਮਿੰਟ ਦਾ 10 ਮਿੰਟ ਦਾ, ਹਰ ਰੋਜ਼ ਛੋਟਾ ਜਿਹਾ ਵੀ ਤੁਸੀਂ ਮੈਸੇਜ ਦੇਣਾ ਹੈ ਗੁਰਬਾਣੀ ਬਾਰੇ, ਪਲੀਜ਼ ਦਿਓ, ਅਸੀਂ ਅੱਗੇ ਪਹੁੰਚਾਵਾਂਗੇ। ਦੂਜਾ, ਜੇ ਸਰਟੀਫਿਕੇਸ਼ਨਸ ਲੈਣੀਆਂ universityofsikhism.com ਨਾਲ ਮਿਲਾ ਦਿਆਂਗੇ। ਤੇ ਤੀਜਾ, ਮੋਸਟ ਇੰਪੋਰਟੈਂਟਲੀ, ਸਾਡਾ ਸਿਲੇਬਸ ਹਰ ਏਜ ਗਰੁੱਪ ਵਾਸਤੇ ਹੁਣ ਹੋਣਾ ਚਾਹੀਦਾ ਹੈ, ਸਿਰਫ ਬੱਚਿਆਂ ਵਾਸਤੇ ਹੀ ਨਹੀਂ, ਪਰ ਜਿਹੜੇ ਅੱਗੇ ਸਾਡੇ ਬੱਚਿਆਂ ਦਾ ਧਿਆਨ ਰੱਖਣਗੇ ਉਹਨਾਂ ਦੇ ਵਾਸਤੇ ਵੀ ਫੋਕਸ ਕਰਨਾ ਚਾਹੀਦਾ ਹੈ। ਇਹ ਮੇਰੀ ਹੰਬਲ ਬੇਨਤੀ ਸੀਗੀ, ਭੁੱਲ ਚੁੱਕ ਦੀ ਮਾਫੀ। Thank you for giving me this opportunity to share. I look forward to working with each and every one of you to make Sikhi a beautiful, beautiful message, because Pyo Dade da Kol Ditha Khazana, it is the only treasure that's going to save the world. Jagat Jalanda Rakh le apni kirpa tar, te jinni der tak is message nu assi nahi share karange, assi bhi aap jeevan mukti nahi prapat kar sakde, na Begambura शहर ਦੇ ਵਾਸੀ ਬਣ ਸਕਦੇ ਹਾਂ, ਨਾ ਦੁਨੀਆ ਨੂੰ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, JS ਅਰੋੜਾ ਜੀ, ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਵੀਰ ਜੀ? ਹਾਂਜੀ ਹਾਂਜੀ ਵੀਰ ਜੀ, ਉਹ ਸਾਰੇ ਗੁਰੂ ਪਿਆਰਿਆਂ ਨੂੰ ਮੇਰੀ ਹੱਥ ਜੋੜ ਕੇ ਇੱਕ ਵਾਰੀ ਮੁੜ ਫਤਿਹ ਗੁਜ਼ਾਰਿਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੈਂ ਬਿਲਕੁਲ ਤਿਆਰੀ ਨਹੀਂ ਕੀਤੀ ਔਰ ਬੜਾ ਮਨ ਸੀਗਾ, ਟੌਪਿਕ ਇੰਨਾ ਪਿਆਰਾ, ਜਦੋਂ ਫਸਟ ਟਾਈਮ ਮੈਸੇਜ ਪੜਿਆ, ਪਰ ਮੈਂ ਸੋਚਿਆ ਕਿ ਮੈਸੇਜ ਹੀ ਇੰਨਾ ਪਿਆਰਾ ਔਰ ਇੰਨਾ ਕੁ ਇਸ ਤਰ੍ਹਾਂ ਹੈ ਕਿ ਸਾਡੇ ਗਰੁੱਪ ਵਿੱਚ ਬੜੇ ਵਿਦਵਾਨ ਨੇ ਤੇ ਸਾਰੇ ਵੱਧ ਚੜ ਕੇ ਆਪਣਾ ਜ਼ਰੂਰ ਯੋਗਦਾਨ ਪਾਣਗੇ ਔਰ ਮੈਂ ਉਹਨਾਂ ਨੂੰ ਪਿਆਰ ਨਾਲ ਸੁਣਾਂਗਾ। ਇਸ ਲਈ ਮੈਂ ਤਿਆਰੀ ਨਹੀਂ ਕੀਤੀ, ਸੁਣਨ ਵਿੱਚ ਜ਼ਿਆਦਾ ਇੱਛੁਕ ਰਿਹਾ ਔਰ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਵੀ ਹੈ ਔਰ ਸਾਰਿਆਂ ਨਾਲ ਅਸਹਿਮਤ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਅਸੀਂ ਸਾਰੇ ਵੀਰ ਭੈਣ ਭਰਾ ਇੱਕ ਵਾਰੀ ਮੁੜ ਫੇਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਨੂੰ ਖੁਦ ਕਿਤੇ ਪੜ੍ਹ ਸੁਣ ਔਰ ਵਿਚਾਰ ਲਈਏ ਔਰ ਗੁਰੂ ਸਾਹਿਬ ਦਾ ਕੀ ਮੈਸੇਜ ਹੈ ਕਿ ਇਹ ਗੁਰੂ ਦੀ ਬਾਣੀ ਸਭਨਾਂ ਤੱਕ ਕਿਉਂ ਨਹੀਂ ਪਹੁੰਚ ਪਾਈ, ਉਹਦਾ ਕੀ ਕਾਰਨ ਹੈ, ਉਹ ਅਸੀਂ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਲੱਭਣਾ ਕਰੀਏ ਔਰ ਫਿਰ ਇਸੇ ਟੌਪਿਕ ਤੇ ਮੁੜ ਅਸੀਂ ਸਾਰੇ ਵੀਰ ਭੈਣਾਂ ਰਲ ਮਿਲ ਬੈਠੀਏ ਤੇ ਵਿਚਾਰ ਕਰੀਏ ਕਿ ਵੀ ਬਾਣੀ ਇਹ ਕਹਿੰਦੀ ਹੈ। ਅਸੀਂ ਅਜੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂ ਜਿਹੜੇ ਕਾਬਲੇ ਤਾਰੀਫ ਨੇ, ਆਈ ਐਪਰੀਸ਼ੀਏਟ,
ਲੇਕਿਨ ਬਾਣੀ ਕੀ ਕਹਿੰਦੀ ਹੈ ਉਸ ਦੇ ਬਾਰੇ ਉਹਦਾ ਹਵਾਲਾ ਦੇ ਕੇ ਅਸੀਂ ਵਿਚਾਰ ਸਾਂਝੇ ਕਰ ਤੇ ਮੈਂ ਸਮਝਦਾ ਹਾਂ ਕਿ ਅਸੀਂ ਫਿਰ ਗੁਰੂ ਦਾ ਸਹੀ ਮੈਸੇਜ ਜੋ ਰੱਬੀ ਬਾਣੀ ਹੈ ਉਹ ਅਸੀਂ ਆਪਸ ਵਿੱਚ ਸਾਂਝਾ ਕਰ ਪਾਵਾਂਗੇ ਤੇ ਸਾਨੂੰ ਸੱਚਾ ਸੁੱਚਾ ਸੁਨੇਹਾ ਜਿਹੜਾ ਹੈ ਉਹ ਮਿਲ ਸਕੇਗਾ ਤੇ ਸਾਡੇ ਸਾਰੇ ਸਵਾਲਾਂ ਦਾ ਜਵਾਬ ਵੀ ਸਾਨੂੰ ਮਿਲ ਸਕੇਗਾ ਤੇ ਸਾਨੂੰ ਉਹਦਾ ਤੌਰ ਤਰੀਕਾ ਤੇ ਰਾਹ ਵੀ ਜਿਹੜੀ ਹੈ ਉਹ ਮਿਲ ਸਕੇਗੀ, ਕਿਉਂਕਿ ਸਾਡਾ ਮਾਰਗਦਰਸ਼ਨ ਨੂੰ ਫਿਰ ਗੁਰੂ ਸਾਹਿਬ ਸਾਡਾ ਸਵੈਮ ਆਪ ਕਰ ਰਹੇ ਨੇ। ਹਾਂ, ਫਿਲਹਾਲ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਕਿ ਜਿਵੇਂ ਹੁਣ ਵੀ ਮੈਂ ਇੱਥੇ ਦਿੱਲੀ ਤੋਂ ਪੀਤਮਪੁਰਾ ਅਸੀਂ ਰਹਿੰਦੇ ਹਾਂ, ਇੱਥੇ ਬੜੇ ਸਾਰੇ ਪਾਰਕ ਨੇ ਤੇ ਡਿਸਟ੍ਰਿਕਟ ਪਾਰਕ ਵਿੱਚ ਅਸੀਂ ਮੈਂ ਹੁਣ ਜਾ ਰਿਹਾ ਰਾਈਟ ਨਾਓ ਤੇ ਉਹ ਪਾਰਕ ਵਿੱਚ ਸਾਡੇ ਅਸੀਂ ਉੱਥੇ ਜਿਹੜੇ ਵੀ ਸੈਰ ਕਰਨ ਵਾਲੇ ਆਉਂਦੇ ਤੇ ਉਹਨਾਂ ਸਾਰਿਆਂ ਨੂੰ ਕਈਆਂ ਨੂੰ ਸੱਦਾ ਪੱਤਰ ਦੇਈਦਾ ਹੈ ਤੇ ਅਸੀਂ ਉੱਥੇ ਸੰਗਤ ਮਹਾਰਾਜ ਦੀ ਕਿਰਪਾ ਸਦਕਾ ਜੁੜ ਜਾਂਦੀ ਹੈ। ਤਕਰੀਬਨ ਸਾਰੇ ਹੀ ਹਿੰਦੂ ਵੀਰ ਉਹਦੇ ਵਿੱਚ ਹੁੰਦੇ ਨੇ ਤੇ ਉੱਥੇ ਅਸੀਂ ਚਲੋ ਆਪਣੇ ਧਰਮ ਦੀ ਵੀ ਕੋਈ ਗੱਲ ਕਰਦੇ ਨੇ ਤੇ ਵੀ ਅਲਾਓ ਦੈਮ ਵੀ ਚਲੋ ਸਾਰੇ ਕਿਉਂਕਿ ਉਹਨਾਂ ਸੁਣਨਾ ਚਾਹੁੰਦੇ ਨੇ, ਪਰ ਉੱਥੇ ਅਸੀਂ ਗੁਰਬਾਣੀ ਵਿਚਾਰ ਸਾਂਝੀ ਕਰਦੇ ਹਾਂ, ਗੁਰੂ ਦੇ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ। ਇੱਕ ਤੇ ਉਹ ਬੜੇ ਲਾਭਾਨਵਿਤ ਹੁੰਦੇ ਨੇ, ਬਹੁਤ ਹੀ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਨੇ ਸੁਣੀ ਨਹੀਂ ਹੁੰਦੀ ਜਾਂ ਗੁਰਦੁਆਰੇ ਜਾਣ ਦਾ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਜਾਂ ਕੁਝ ਵੀ ਹੈ। ਔਰ ਦੂਸਰਾ ਫਿਰ ਜੋ ਉੱਥੇ ਅਸੀਂ ਵਿਚਾਰਾਂ ਕਰਦੇ ਹਾਂ ਉਹਦੀ ਅਸੀਂ ਰਿਕਾਰਡਿੰਗ ਕਰ ਲੈਂਦੇ ਹਾਂ ਔਰ WhatsApp ਤੇ ਫਿਰ ਬੜੇ ਸਾਰੇ ਗਰੁੱਪ ਨੇ, ਉਹ WhatsApp ਤੇ ਖਾਸ ਤੌਰ ਤੇ ਹਿੰਦੂ ਵੀਰਾਂ ਦੇ ਬੜੇ ਸਾਰੇ ਗਰੁੱਪ ਨੇ ਸਾਂਝੇ ਮਾਂਝੇ, ਉਹਨਾਂ ਦੇ ਵਿੱਚ ਅਸੀਂ ਇਹ ਗੁਰਬਾਣੀ ਦੀ ਜੋ ਵਿਚਾਰ ਹੈ ਉਹ ਅਸੀਂ ਜਦੋਂ ਫਾਰਵਰਡ ਕਰਦੇ ਹਾਂ ਉੱਥੋਂ ਵੀ ਸਾਨੂੰ ਜਿਹੜਾ ਨਾ ਬੜੇ ਅੱਛੇ ਕਮੈਂਟਸ ਆਉਂਦੇ ਨੇ ਔਰ ਬਹੁਤ ਲੋਕੀ ਲਾਭਾਨਵਿਤ ਹੋ ਰਹੇ ਨੇ। ਇਸ ਤਰ੍ਹਾਂ ਗੁਰੂ ਦੀ ਮੱਤ, ਗੁਰੂ ਦਾ ਵਿਚਾਰ ਪ੍ਰਸਾਰ ਜਿਹੜਾ ਨਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਵਾ ਰਿਹਾ ਹੈ। ਸਾਨੂੰ ਇਸ ਗੱਲ ਨੂੰ ਗੁਰੂ ਪਿਆਰਿਓ ਭੁੱਲਣਾ ਨਹੀਂ ਚਾਹੀਦਾ। ਜੇ ਸਮਾਂ ਹੋ ਗਿਆ ਤਾਂ ਮੈਂ ਬੰਦ ਕਰ ਦੇਣਾ। ਸਾਨੂੰ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ। ਤਾਜੁਦੀਨ ਡੈਡੀ ਬਾਰੇ ਆਪ ਜੀ ਨੇ ਹਾਂਜੀ ਹਾਂਜੀ ਪਲੀਜ਼। ਤਾਜੁਦੀਨ ਦੀ ਡੈਡੀ ਆਪ ਜੀ ਨੇ ਪੜ੍ਹੀ ਸੁਣੀ ਹੋਏਗੀ ਤੇ ਉਹਦੇ ਬਾਰੇ ਸਾਨੂੰ ਜਦੋਂ ਜਾਣਕਾਰੀ ਮਿਲਦੀ ਹੈ, ਜਦੋਂ ਗੁਰੂ ਸਾਹਿਬ ਅਰਬੀਅਨ ਕੰਟਰੀਜ਼ ਗਏ ਗੁਰੂ ਨਾਨਕ ਸਾਹਿਬ ਪਾਤਸ਼ਾਹ, ਤੇ ਉਦੋਂ ਜਿਹੜੇ ਵੀ ਮੁਸਲਮਾਨ ਕੰਟਰੀ ਜਿੱਥੇ ਕਿ ਅੱਜ ਵੀ ਕਈ ਲੋਕੀ ਨਹੀਂ ਜਾ ਸਕਦੇ ਤੇ ਧਰਮ ਪ੍ਰਚਾਰ ਦੀ ਗੱਲ ਤੇ ਬੜੀ ਦੂਰ ਦੀ ਗੱਲ ਹੈ, ਉੱਥੇ ਵੀ ਗੁਰੂ ਸਾਹਿਬ ਜੀ ਆਪ ਗਏ। ਪਰ ਉਦੋਂ ਤਕਰੀਬਨ ਜੋ ਮੈਨੂੰ ਯਾਦ ਆ ਰਿਹਾ ਹੈ 27% ਦੇ ਆਸ-ਪਾਸ ਮੁਸਲਮਾਨ ਜਿਹੜੇ ਨੇ ਉਹ ਮਤਲਬ ਗੁਰੂ ਸਾਹਿਬ ਜੀ ਦੇ ਫਾਲੋਅਰ ਬਣ ਗਏ, ਲੇਕਿਨ ਬਾਕੀ ਦੇ ਤੇ ਨਹੀਂ ਬਣ ਸਕੇ। ਤੇ ਉਹਦਾ ਕੀ ਕਾਰਨ ਸੀ? ਜਦਕਿ ਗੁਰੂ ਸਾਹਿਬ ਆਪ ਉੱਥੇ ਮੌਜੂਦ ਸਨ। ਔਰ ਫਿਰ ਨਾਲ ਦੇ ਨਾਲ ਜੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਜਾਏ, ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਤੇ ਆਮ ਸੁਣਨ ਨੂੰ ਮਿਲਦਾ ਹੈ ਕਿ ਵੀ ਉਹਨਾਂ ਨੇ ਗੁਰੂ ਦੀ ਮੱਤ ਕਰਕੇ ਤੇ ਅੱਗੇ ਨਹੀਂ ਉਹ ਆਪਣਾ ਜੀਵਨ ਨੂੰ ਸੰਵਾਰ ਸਕੇ ਤੇ ਗੁਰੂ ਸਾਹਿਬ ਜੀ ਦੇ ਆਪਣੇ ਬੱਚੇ ਨਹੀਂ ਹੋ ਸਕੇ ਇਸ ਤਰ੍ਹਾਂ ਉਸ ਪੱਧਰ ਤੇ ਉਸ ਰਾਹ ਤੇ ਚੱਲ ਸਕੇ ਤੇ ਬਾਕੀ ਲੋਕਾਈ ਜਿਨ੍ਹਾਂ ਦੇ ਭਾਗਾਂ ਸੀ ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰ੍ਹਾਂ ਲੇਖ ਲਿਖੇ ਸਨ ਉਹ ਗੁਰੂ ਦੀ ਮੱਤ ਉਹਨਾਂ ਨੇ ਹਾਸਲ ਕਰ ਲਈ। ਅੱਜ ਅਸੀਂ ਆਪਣੇ ਆਪ ਨੂੰ ਵੀ ਦੇਖੀਏ ਕਿ ਅਸੀਂ ਆਪਣੀ ਮਨਮਤ ਅਨੁਸਾਰ ਕਿੰਨਾ ਕੁ ਜੀਵਨ ਬਤੀਤ ਕਰ ਰਹੇ ਹਾਂ ਤੇ ਗੁਰੂ ਦੀ ਮੱਤ ਅਨੁਸਾਰ ਸਾਡਾ ਕਿੰਨਾ ਕੁ ਜੀਵਨ ਬਤੀਤ ਕਰ ਰਿਹਾ ਹੋ ਰਿਹਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਇਹਦੇ ਸਵਾਲਾਂ ਦੇ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਮਿਲਦੇ ਨੇ, ਉਹ ਸਾਨੂੰ ਲੱਭ ਕੇ ਤੇ ਸਾਂਝੇ ਕਰਨੇ ਚਾਹੀਦੇ ਨੇ। ਜੇ ਫਿਰ ਕਦੀ ਮੌਕਾ ਮਿਲਿਆ ਤੇ ਮੈਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਾਂਗਾ। ਬਾਕੀ ਸਾਰਿਆਂ ਨੇ ਬਹੁਤ ਸੋਹਣੇ ਸੁਚੱਜੇ ਵਿਚਾਰ ਰੱਖੇ ਨੇ। ਡਾਕਟਰ ਜਸਵੰਤ ਸਿੰਘ ਜੀ ਨੇ, ਹੋਰ ਵੀ ਪਹਿਲਾਂ 2-3 ਸਾਰੇ ਹੀ ਤਕਰੀਬਨ ਡਾਕਟਰ ਨੇ। ਆਈ ਐਪਰੀਸ਼ੀਏਟ, ਆਈ ਸੈਲੂਟ them ਔਰ ਬਹੁਤ ਦਿਲੋਂ ਆਪ ਜੀ ਦਾ ਸਾਰਿਆਂ ਦਾ ਸਤਿਕਾਰ ਹੈ। ਇੱਥੇ ਹੀ ਮੈਂ ਆਪਣੀ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਧੂ ਸਿੰਘ ਜੀ ਪਲੀਜ਼, ਸ਼ਿਕਾਗੋ ਤੋਂ। ਅਨਮਿਊਟ ਕਰ ਲਓ ਜੀ। ਅਜੇ ਅਨਮਿਊਟ ਨਹੀਂ ਹੋਏ ਜੀ। ਸਰਦਾਰ ਕੁਲਦੀਪ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਸੀ ਵੈਂਕੂਵਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਕਹਿਣਾ ਨਹੀਂ, ਮੈਂ ਤਾਂ ਆਨੰਦ ਲੈ ਰਿਹਾ ਸੀ ਜੀ। ਜੋ ਤੁਹਾਡਾ ਮੈਸੇਜ ਆਇਆ ਸੀ ਤਾਂ ਹਾਂਜੀ, ਮੈਸੇਜ ਇਹੀ ਸੀ ਕਿ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਬਹੁਤ ਵਧੀਆ ਉਪਰਾਲਾ, ਕਿ ਇਹਦੇ ਵਿੱਚ ਸਾਰੀਆਂ ਸੰਸਥਾਵਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਕੰਮ ਕਰ ਰਹੀਆਂ ਨੇ, ਜੇ ਉਹਨਾਂ ਨੂੰ ਗਲੋਬਲ ਸਿੱਖ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਤੇ ਮੈਨੂੰ ਐਂ ਲੱਗਦਾ ਕਿ ਸਾਨੂੰ ਫਿਰ ਅਕਾਲ ਤਖ਼ਤ ਸਾਹਿਬ ਉੱਤੇ ਬੈਠੇ ਜਿਹੜੇ, ਮਾਫ ਕਰਨਾ ਮੇਰੇ ਸ਼ਬਦ ਬੜੇ ਸਪਸ਼ਟ ਤੇ ਸਿੱਧੇ ਹੁੰਦੇ ਆ, ਫਿਰ ਉਹਨਾਂ ਮੁਲਾਜ਼ਮਾਂ ਨੂੰ ਸਾਨੂੰ ਦੇਖਣ ਦੀ ਲੋੜ ਨਹੀਂ
ਗੁਰੂ ਦੀ ਕਿਰਪਾ ਨਾਲ ਅਸੀਂ ਫੈਸਲੇ ਵਿਦੇਸ਼ਾਂ 'ਚ ਬੈਠੇ ਸਾਰੇ ਸਿੱਖ ਨੇ ਜਿਹੜੇ ਆਪਣੇ ਲੈਵਲ ਤੇ ਲੈ ਸਕਦੇ ਆ। ਤੇ ਬਹੁਤ ਵਧੀਆ ਉਪਰਾਲਾ ਹੈ, ਤਾਂ ਜੋ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਆਪਾਂ ਇਸ ਕੰਮ ਨੂੰ ਹੋਰ ਅੱਗੇ ਤੋਰ ਸਕੀਏ। ਬਹੁਤ ਧੰਨਵਾਦ, ਜਾਰੀ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਾਂਜੀ ਸਾਧੂ ਸਿੰਘ ਜੀ ਅਨਮਿਊਟ ਹੋ ਗਏ, ਤੁਸੀਂ ਗੱਲ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਬਹੁਤ ਸੋਹਣੇ ਸੋਹਣੇ ਵਿਚਾਰ ਹੈ, ਵੈਰੀ ਨਾਈਸ, ਥੈਂਕ ਯੂ ਐਵਰੀਵਨ। ਦਾਸ ਬੇਨਤੀ ਕਰਨ ਲੱਗਿਆ ਕਿ ਮੈਨੂੰ ਇੱਥੇ ਚਿਕਾਗੋ ਇੱਥੇ ਇੱਕ ਗਰੁੱਪ ਹੈ, ਪੀਸ ਗਰੁੱਪ, ਉਹਦੇ ਵਿੱਚ ਪੀਸ ਦੀਆਂ ਗੱਲਾਂ ਹੁੰਦੀਆਂ ਤੇ ਮੈਂ ਮਹੀਨੇ ਦੇ ਵਿੱਚ ਇੱਕ ਦਫਾ ਹੁੰਦਾ ਤੇ ਮੈਂ ਜ਼ਰੂਰ ਜਾਂਦਾ ਉੱਥੇ। ਉਹਦੇ ਵਿੱਚ 3-4 ਜਿਹੜੇ ਕ੍ਰਿਸਚੀਅਨ ਡੋਮੀਨੇਸ਼ਨ ਆ ਉਹ ਹੁੰਦੇ ਨੇ, ਮੁਸਲਮਾਨ ਵੀ ਹੁੰਦੇ ਨੇ, ਹਿੰਦੂ ਵੀ ਹੁੰਦੇ ਨੇ ਤੇ ਸਿੱਖ ਵੀ ਹੁੰਦੇ ਨੇ। ਤੇ ਬੜਾ ਆਨੰਦ ਆਉਂਦਾ ਉੱਥੇ ਜਦੋਂ ਉਹਨਾਂ ਨੂੰ ਦੱਸੀਦਾ ਗੁਰਬਾਣੀ, ਸਾਡੀ ਗੁਰਬਾਣੀ ਦੇ ਉੱਤੇ ਵਿਚਾਰ ਕਰਕੇ ਉਹਨਾਂ ਨੂੰ ਇੰਗਲਿਸ਼ ਵਿੱਚ ਮੈਂ ਕੋਸ਼ਿਸ਼ ਕਰਦਾ ਦੱਸਣ ਵਾਸਤੇ, ਤੇ ਉਹ ਕਾਫੀ ਪ੍ਰਭਾਵ ਹੋਏ ਹੁੰਦੇ ਨੇ, ਉਹ ਸਾਡੀਆਂ ਗੱਲਾਂ ਸੁਣਦੇ ਨੇ। ਪਰ ਜਦੋਂ ਜੀ ਸਾਡੀ ਬਾਣੀ ਆ ਨਾ, ਜਿਵੇਂ ਸਾਨੂੰ ਬਾਣੀ 'ਚ ਰਸ ਆਉਂਦਾ ਹੈ, ਉਵੇਂ ਉਹਨਾਂ ਦਾ ਉਹੀ ਖਿਆਲ ਹੈ, ਸੇਮ ਥਿੰਗ। ਮੈਨੂੰ ਮੈਂ ਕਦੇ ਸੋਚਦਾ ਪਿਆ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਇਹ ਗੱਲ ਜੋ ਗੁਰੂ ਸਾਹਿਬ ਕਹਿ ਰਹੇ ਨੇ। ਖੈਰ, ਇਹ ਦੂਸਰੀ ਗੱਲ ਮੈਂ ਕਹਿਣੀ ਸੀ, ਆਪ ਜੀ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਸੀ। ਦਾਸ ਨੂੰ ਬਹੁਤ ਕਈ ਸਾਲ ਮੌਕਾ ਮਿਲਿਆ ਸੇਵਾ ਕਰਨ ਦਾ, ਤੇ ਇਹ ਇਸ ਵੇਲੇ ਜੋ ਸਾਡੇ ਗੁਰਦੁਆਰਾ ਸਾਹਿਬ ਨੇ ਮੋਸਟਲੀ ਉਹ ਕਮਿਊਨਿਟੀ ਸੈਂਟਰ ਬਣ ਗਏ ਨੇ, ਤੇ ਉਹ ਵੀ ਮਾੜੀ ਗੱਲ ਨਹੀਂ ਹੈ, ਕਿਉਂਕਿ ਮਿਲਦੇ ਇੱਕ ਦੂਜੇ ਨੂੰ ਦੇਖ ਕੇ। ਜਦੋਂ ਇੱਥੇ ਨਵੇਂ ਆਏ ਸੀ, ਪੱਗ ਵਾਲਾ ਬੰਦਾ ਮਿਲ ਜਾਂਦਾ ਸੀਗਾ, ਕੋਈ ਕਹਿੰਦੇ ਸੀ ਵੀ ਸਤਿ ਸ੍ਰੀ ਅਕਾਲ ਕਿਵੇਂ ਕਰੀਏ, ਉਹਨੂੰ ਕਿਵੇਂ ਮਿਲੀਏ। ਸੋ ਇਟਸ ਵੈਰੀ ਇੰਪੋਰਟੈਂਟ ਦੈਟ ਟੂ ਸਾਡਾ ਜੋ ਸਕੂਲ ਹੈ ਚੱਲ ਰਿਹਾ ਬੱਚਿਆਂ ਦਾ, ਵੈਰੀ ਨਾਈਸ। ਤੇ ਕਿਉਂਕਿ ਅਸੀਂ ਅਫੋਰਡ ਨਹੀਂ ਕਰ ਸਕਦੇ, ਗੁਰਦੁਆਰਿਆਂ ਦੇ ਵਿੱਚ ਇੰਨੇ ਚੰਗੇ ਚੰਗੇ ਸਾਡੇ ਪ੍ਰਚਾਰਕ ਨੇ। ਹੁਣ ਪ੍ਰਚਾਰਕ ਕੌਣ ਆਏਗਾ ਤੁਹਾਡੇ ਕੋਲੇ? ਉਹਨਾਂ ਦੀ ਵੀ ਫੈਮਿਲੀਆਂ, ਉਹਨਾਂ ਦੀ ਫੈਮਿਲੀਆਂ, ਬੱਚੇ ਉਹਨਾਂ ਦੇ ਸਕੂਲ ਕਿਵੇਂ ਜਾਣਗੇ? ਸੋ ਵੀ ਡੋਂਟ ਪੇ them good। ਇੱਕੋ ਹੀ ਹੁਣ ਸਾਡਾ ਪਿਛਲੇ ਮਹੀਨੇ ਦੀ ਗੱਲ ਹੈ, ਇੰਨਾ ਸੋਹਣਾ ਪ੍ਰਚਾਰਕ ਸਾਡੇ ਇਹੋ, ਤੇ ਉਹ ਮੈਦਾਨ ਛੱਡ ਗਏ, ਕਹਿੰਦੇ ਵੀ ਭਾਈ ਮੇਰੇ ਕੋਲੋਂ ਨਹੀਂ ਹੁੰਦਾ ਇਹ ਕੰਮ, ਮੇਰੇ ਤੇ ਬੱਚੇ ਹੈ। ਸੋ ਇਹ ਵੀ ਜ਼ਰੂਰੀ ਹੈ, ਨਾਲ ਨਾਲ ਜੇ ਕੁਆਲਿਟੀ ਬੰਦੇ ਆਪਾਂ ਨੂੰ ਚਾਹੀਦੇ ਤੇ ਵੀ ਹੈਵ ਟੂ ਪੇ ਟੂ them। ਤੇ ਮੈਂ ਹੁਣ ਆਹ ਜਿਹੜੀ ਗੱਲ ਹੈ, ਮੈਂ ਤਾਂ ਬਾਣੀ ਦੇ ਉੱਤੇ ਤਾਂ ਮੇਰੀ ਜਾਨ ਹੈ, ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਇਹਦੇ ਨਾਲ ਹੀ ਪਿਆਰ ਕਰਨਾ, ਇਹਨੂੰ ਜੇ ਇਹਨੂੰ ਆਪਾਂ ਪੜਾਂਗੇ, ਇਹਨੂੰ ਪੜ੍ਹ ਕੇ ਗਾਵਾਂਗੇ, ਇੱਥੋਂ ਹੀ ਸ਼ੁਰੂ ਹੋਏਗਾ ਨਾ ਕੰਮ। ਫਿਰ ਅਗਲੇ ਸਟੈਪ ਤਾਂ ਅਗਲੇ ਹੋਏਗਾ, ਜਦੋਂ ਪਿਆਰ ਹੌਲੀ ਹੌਲੀ ਪੈ ਜਾਏਗਾ, ਤੇ ਫਿਰ ਚੜ੍ਹਦੀ ਕਲਾ ਜਿਹੜੀਆਂ ਸਾਰਾ ਕੁਛ ਹੈ ਜੋ ਉਹ ਸਭ ਗੁਰੂ ਕਿਰਪਾ ਕਰਕੇ ਕਰ ਦਿੰਦਾ ਉਹਦੇ ਉੱਤੇ। ਮੈਂ ਆਹ 2-4 ਲਾਈਨਾਂ ਪੜ੍ਹਨੀਆਂ, ਫਿਰ ਮੈਂ ਆਪ ਤੋਂ ਖਿਮਾ ਮੰਗਦਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨਾ। ਕਿੰਨੀ ਪਿਆਰੀ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਗੁਰੂ ਸਾਹਿਬ ਤਾਂ ਆਪਾਂ ਨੂੰ ਇਹ ਕਹੀ ਜਾਂਦੇ। ਫਿਰ ਕਹਿੰਦੇ ਰੰਗ ਰਾਮ ਰੰਗ ਕਦੇ ਉੱਤਰ ਨਾ ਜਾਏ, ਗੁਰਪੂਰਾ ਜਸਦੇ ਬਜਾਏ। ਆ ਮੈਨੂੰ ਇਹ ਸ਼ਬਦ ਜਿਹੜਾ ਮੇਰਾ ਦਿਲ ਜਿਹੜਾ ਵਿਕਸ ਜਾਂਦਾ ਜਦੋਂ ਇਹਨੂੰ ਪੜ੍ਹਦਾ ਮੈਂ। ਤੇਰੇ ਬਚਨ ਅਨੂਪ ਭਾਰ, ਸੰਤਨ ਆਧਾਰ, ਬਾਣੀ ਵਿੱਚ ਚਾਰੀਆ ਜੀ। ਸਿਮਰਤ ਸਾਸ ਗ੍ਰਾਸ, ਪੂਰਨ ਵਿਸਿਆਸ, ਕਿਉਂ ਮਨ ਵਿਸਾਰੀਆ ਜੀ। ਇੰਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, we come towards an end. ਡਾਕਟਰ ਜੀ ਸਿੰਘ ਜੀ, ਇੱਕ ਆਪਣੇ ਬਾਲਾ ਸੁੰਦਰਮ ਮਨਮ ਨੇ, ਬਾਲਾ ਸੁੰਦਰਮ, ਸੋ ਉਹ ਬੋਲਣਾ ਚਾਹੁੰਦੇ ਨੇ ਹਿੰਦੀ ਦੇ ਵਿੱਚ। ਜਰਾ ਉਹਨਾਂ ਨੂੰ ਕਹਿ ਦਿਓ ਜਰਾ ਵੀ ਹੀ ਕੈਨ ਸਪੀਕ ਇਨ ਹਿੰਦੀ। ਓਕੇ ਜੀ, ਬਾਲਾ ਸੁੰਦਰਮ ਜੀ ਪਲੀਜ਼ ਅਨਮਿਊਟ ਕਰ ਲਓ ਜੀ। ਯਾ ਬਾਲਾ ਸੁੰਦਰਮ, ਅਨਮਿਊਟ ਯੋਰਸੈਲਫ। ਹਾਂਜੀ, unmute. Okay. Yes, Padi. नहीं अनम्यूट कौन हो गए? हाँ, आप बोल सकते हैं।
We can hear you. सारे यस सारे साथ संगत जी के लिए मेरे प्रणाम. I don't know Punjabi, but I want to express my views. मैं गुरुद्वारा गुरबानी रोज सुनता हूँ और I try to follow the Gurbani, and I am a doctor by profession, and I try to inculcate the teachings of the gurus in taking care of my people, giving services. And you know, the words of gurus have has made a great impact on myself. I can think the the group can understand. You know, the one view that I want to present to the group is we have to take the message of Guru to the entire world. So one strategy that I want to say to the group is we can make the universal Gurbanis that can be accepted by everybody as an educational curriculum in the schools. There are so many classes taken by the teachers in the schools, like moral sciences, where we can take the message to the students of all communities by inculcating and translating these shabads in local languages and taking the message of Guru to the world. This is my opinion. Thank you. डॉक्टर जी बाला सुंदरम ਇਹਨਾਂ ਨੇ ਗਲੋਬਲ ਸਿੱਖ ਕਾਉਂਸਲ ਨੂੰ ਅਪਰੋਚ ਕੀਤਾ ਸੀਗਾ ਕਿ ਮੈਂ ਸਿੱਖ ਬਣਨਾ ਚਾਹੁੰਦਾ ਆ. ਠੀਕ ਹੈ ਜੀ. ਤੇ ਇਹਨਾਂ ਨੂੰ ਥੋੜੀ ਜਿਹੀ ਪੰਜਾਬੀ ਸਿਖਾਈ ਸੀਗੀ ਆਪਣਾ ਬਾਸੀ ਸਾਹਿਬ ਨੇ, ਤੇ ਉਹਦੇ ਬਾਅਦ ਆਈ ਟੁਕ ਓਵਰ ਇਹਨਾਂ ਨੂੰ ਸਿੱਖੀ ਦੇ ਬਾਰੇ ਦੱਸਣ ਦੇ ਵਾਸਤੇ. ਤੇ ਟੁਡੇ ਇਟ ਲੁਕਸ ਹੀ ਇਜ਼ ਅ ਮਚ ਬੈਟਰ ਸਿੱਖ ਦੈਨ ਇਵਨ ਮੀ or anybody else whom I know. And he's practicing the message of the Guru in his everyday life and in his work also. He's a medical doctor. Where is he located? Educated in Hyderabad, in India, in Hyderabad. In Hyderabad. Paji, no. Paji, I am actually located right now in Delhi. I work for Government of India as a consultant, and I was previously posted as senior resident in Government Medical College, Chandigarh. So this is how I came into Guru's teaching, and I used to visit Gurdwaras in Chandigarh, and have learned a lot of things from Kala Singh Paji, and he has taught me. I have lots of what you can say desires to work for the Khalsa and service of mankind. So I promise that I will put all my efforts. And one more what you can submission I want. We have to what you can say collaborate with the government, and we have to put the teachings of the gurus in the curriculum of the students, so that this becomes universal, and the message of Guru goes to each and every learning person. This is my opinion. Thank you. Thank you very much. Thank you. Thank you. Now we come towards the end. Panji Mandeep Kaur ji, closing remarks and summarize kar diyo, aur fir fateh bulaiye ji. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਾਰੇ ਹੀ ਵੀਰਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਆਪਣਾ ਇੰਨਾ ਕੀਮਤੀ ਸਮਾਂ ਜਿਹੜਾ ਹੈ ਉਹ ਦਿੱਤਾ ਔਰ ਆਪਣੇ ਵਿਚਾਰ ਸਾਂਝੇ ਕੀਤੇ. ਸਭ ਤੋਂ ਪਹਿਲਾਂ ਡਾਕਟਰ ਕਾਲਾ ਸਿੰਘ ਜੀ ਨੇ ਐਜ਼ ਏ ਗੈਸਟ ਸਪੀਕਰ ਜੋ ਗੱਲਾਂ ਕਹੀਆਂ, ਹਿਸਟਰੀ ਤੋਂ ਗੱਲ ਸ਼ੁਰੂ ਕੀਤੀ, ਧੰਨ ਧੰਨ ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਕਰਕੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਆ ਉਹ ਗੱਲ ਵੀਰ ਜੀ ਲੈ ਕੇ ਆਏ ਨੇ, ਔਰ ਹਿਸਟਰੀ ਨੂੰ ਨਾਲ ਸਮਝਾਇਆ ਹੈ ਕਿ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜਿਹੜੀ ਜਗ੍ਹਾ ਤੇ ਗਏ ਨੇ ਉੱਥੋਂ ਦੀ ਭਾਸ਼ਾ, ਉੱਥੋਂ ਦਾ ਪਹਿਰਾਵਾ ਜਿਹੜਾ ਪਹਿਨਿਆ ਹੈ, ਤੇ ਇਸ ਗੱਲ ਨੂੰ ਵੀ ਵੀਰ ਜੀ ਨੇ ਸਮਝਾਇਆ ਕਿ ਕੋਈ ਭਾਸ਼ਾ ਜਾਂ ਪਹਿਰਾਵਾ ਜਿਹੜਾ ਇਹਨਾਂ ਦਾ ਕੋਈ ਬੈਰੀਅਰ ਨਹੀਂ ਹੋਣਾ ਚਾਹੀਦਾ. ਜਿਹਨੂੰ ਜਿਸ ਤਰ੍ਹਾਂ ਵੀ ਸਮਝ ਲੱਗੇ ਗੁਰਬਾਣੀ ਨੂੰ, ਉਸ ਤਰ੍ਹਾਂ ਸਾਨੂੰ ਸਭ ਤੱਕ ਜਿਹੜਾ ਮੈਸੇਜ ਆ ਕਨਵੇ ਕਰਨਾ ਚਾਹੀਦਾ ਹੈ, ਗੁਰਬਾਣੀ ਦਾ ਮੈਸੇਜ ਸਮਝਾਉਣਾ ਚਾਹੀਦਾ ਹੈ.
ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਜਿਹੜਾ ਹੈ ਸਾਰੇ ਪਾਸੇ ਦੇਣਾ ਚਾਹੀਦਾ ਹੈ। ਪਰ ਇਹ ਵੀ ਗੱਲ ਨਾਲ ਵੀਰ ਜੀ ਦੱਸ ਕੇ ਗਏ ਨੇ ਕਿ ਕਿਸੇ ਤੇ ਜਿਹੜੀ ਕੋਈ ਆ ਉਹ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਹਾਂ, ਇੰਨਾ ਜ਼ਰੂਰ ਹੈ ਕਿ ਘਰ ਘਰ ਅੰਦਰ ਧਰਮਸਾਲ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਤੋਂ ਬਾਅਦ ਸਾਡੇ ਵੀਰ ਡਾਕਟਰ ਸਰਬਜੀਤ ਸਿੰਘ ਜੀ, ਉਹ ਹਮੇਸ਼ਾ ਹੀ ਗੁਰਬਾਣੀ ਨੂੰ ਲੈ ਕੇ, ਗੁਰਬਾਣੀ ਦੇ ਫਰਮਾਨ ਲੈ ਕੇ ਵੀਰ ਜੀ ਹਮੇਸ਼ਾ ਜਿਹੜੀ ਗੱਲ ਆ ਸਮਝਾਉਂਦੇ ਨੇ। ਔਰ ਵੀਰ ਜੀ ਨੇ ਜਿਹੜਾ ਸ਼ਬਦ ਲਿਆ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਸ਼ੀਆ ਵੱਲ ਰਜ਼ਾਵੇ, ਇਸ ਸ਼ਬਦ ਨੂੰ ਲੈ ਕੇ ਵੀਰ ਜੀ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੱਲ ਜਿਹੜੀ ਸਮਝਾਈ। ਔਰ ਇਹ ਗੱਲ ਆਖੀ ਕਿ ਪਹਿਲਾਂ ਆਪਣੇ ਆਪ ਨੂੰ ਖੋਜੀਏ, ਪਹਿਲਾਂ ਆਪਣੇ ਆਪ ਤੇ ਜਿਹੜਾ ਗੁਰਬਾਣੀ ਦਾ ਮੈਸੇਜ ਆ ਇਹਨੂੰ ਲਾਗੂ ਕਰੀਏ। ਜਿੰਨੀ ਦੇਰ ਤੱਕ ਆਪਣੇ ਆਪ ਤੇ ਅਸੀਂ ਲਾਗੂ ਨਹੀਂ ਕਰਦੇ, ਆਪ ਗੁਣਾਂ ਨੂੰ ਧਾਰਨ ਨਹੀਂ ਕਰਦੇ, ਗੁਣਾਂ ਦਾ ਵਪਾਰ ਕਿਸ ਤਰ੍ਹਾਂ ਕਰ ਸਕਦੇ ਆ? ਜੇ ਆਪ ਹੀ ਅਸੀਂ ਗੁਣਾਂ ਵਾਲੇ ਨਹੀਂ ਹੋਵਾਂਗੇ ਤਾਂ ਕਿਸੇ ਦੂਸਰੇ ਨੂੰ ਵੀ ਗੁਣਾਂ ਦੀ ਗੱਲ ਜਿਹੜੀ ਆ, ਸ਼ੁਭ ਗੁਣਾਂ ਦੀ ਗੱਲ, ਉਹ ਸਮਝਾ ਨਹੀਂ ਸਕਾਂਗੇ। ਸੋ ਜਿੰਨੀਆਂ ਵੀ ਅਸੀਂ ਆਪਣੀ ਜ਼ਿੰਦਗੀ ਦੀਆਂ ਗਾਈਡਲਾਈਨਸ ਲੈਣੀਆਂ ਨੇ, ਉਹ ਸਾਰੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਲੈਣ ਦੀ ਕੋਸ਼ਿਸ਼ ਕਰੀਏ ਔਰ ਉੱਥੋਂ ਹੀ ਲਈਏ। ਉਹਨਾਂ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਤੇਜੀ ਵੀਰ ਜੀ, ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ। ਕਹਿੰਦੇ ਕਿ ਜੇ ਅਸੀਂ ਬਾਕੀ ਚੀਜ਼ਾਂ ਬੱਚਿਆਂ ਨੂੰ ਦੇ ਸਕਦੇ ਹਾਂ, ਸਾਰਾ ਕੁਝ ਦੱਸ ਸਕਦੇ ਹਾਂ, ਤਾਂ ਫਿਰ ਗੁਰਬਾਣੀ ਦਾ ਮੈਸੇਜ ਕਿਉਂ ਨਹੀਂ? ਗੁਰਬਾਣੀ ਦੀ ਜਿਹੜੀ ਗੁੜਤੀ ਆ ਉਹ ਅਸੀਂ ਕਿਉਂ ਨਹੀਂ ਦੇ ਸਕਦੇ? ਗੁਰਬਾਣੀ ਦੇ ਜਿਹੜੇ ਮੀਨਿੰਗ ਹੈਗੇ ਨੇ ਅਸੀਂ ਬੱਚਿਆਂ ਨੂੰ ਉਹ ਪ੍ਰੈਜ਼ੈਂਟ ਕਰੀਏ। ਗੁਰਬਾਣੀ ਦੇ ਅਰਥ ਜਿਹੜੇ ਨੇ ਅਸੀਂ ਜਦੋਂ ਖਾਸ ਮੌਕਿਆਂ ਤੇ ਬੱਚਿਆਂ ਨੂੰ ਬਾਕੀ ਚੀਜ਼ਾਂ ਦਿੰਦੇ ਆ, ਤਾਂ ਕਿਉਂ ਨਾ ਅਸੀਂ ਗੁਰਬਾਣੀ ਜਿਹੜੀ ਆ ਇਹਨੂੰ ਤੋਹਫੇ ਵਜੋਂ ਦੇਣਾ ਸ਼ੁਰੂ ਕਰੀਏ। ਔਰ ਡਾਕਟਰ ਜਗਜੀਤ ਸਿੰਘ ਵੀਰ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਬੜੀ ਪਿਆਰੀ ਐਗਜ਼ਾਮਪਲ ਦੇ ਕੇ ਜਿਹੜਾ ਵਾ ਉਹ ਸਮਝਾਇਆ ਕਿ ਸਾਡੇ ਪੇਰੈਂਟਸ, ਜਿਹੜੀ ਗੱਲ ਵੀਰ ਜੀ ਨੇ ਦੱਸੀ, ਉਹ ਕਹਿੰਦੇ ਕਿ ਸਾਡੇ ਮਾਪਿਓ ਨੇ, ਬੱਚੇ ਨੇ ਆਖਿਆ, ਉਹਨਾਂ ਨੇ ਕਦੇ ਇਹ ਗੱਲ ਆਖੀ ਨਹੀਂ ਕਿ ਤੂੰ ਗੁਰਬਾਣੀ ਨੂੰ ਪੜ੍ਹ। ਇੰਨੀ ਗੱਲ ਜ਼ਰੂਰ ਕਹਿੰਦੇ ਆ ਵੀ ਮੱਥਾ ਟੇਕ ਲੈ, ਪਰ ਗੁਰਬਾਣੀ ਨੂੰ ਪੜ੍ਹਨ ਵਾਸਤੇ ਕਦੀ ਗੱਲ ਜਿਹੜੀ ਆ ਉਹ ਆਖੀ ਨਹੀਂ। ਵੀਰ ਸੁੱਚਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੀ ਗੱਲ ਸਮਝਾਈ ਔਰ ਕੰਟੈਂਟ ਦੀ ਗੱਲ ਦੱਸੀ। ਔਰ ਨਾਲ ਵੀਰ ਜੀ ਨੇ ਜਿਹੜਾ ਸ਼ਬਦ ਲਿਆ, ਮਾਣ ਮੰਗੋ ਤਾਨ ਮੰਗੋ। ਵੀਰ ਜੀ ਇੱਥੇ ਮੈਂ ਇੱਕ ਗੱਲ, ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਕਿ ਰਹਾਉ ਵਾਲੀ ਪੰਕਤੀ ਤੇ ਅਸੀਂ ਨਾ ਸਾਡੇ ਰਾਗੀ ਸਿੰਘ ਕਦੀ ਜ਼ੋਰ ਹੀ ਨਹੀਂ ਅਸੀਂ ਦਿੰਦੇ। ਜਿਵੇਂ ਸ਼ਬਦ ਆ, ਮੇਰੇ ਮਨ ਏਕਸ ਸੋ ਚਿਤ ਲਾਏ, ਰਹਾਉ ਵਾਲੀ ਪੰਕਤੀ ਇਹ ਆ, ਪਰ ਅਸੀਂ ਸਾਡੇ ਰਾਗੀ ਸਿੰਘ ਪੜ੍ਹਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਅਸੀਂ ਵੀ ਆਪਣੇ ਘਰਾਂ ਦੇ ਵਿੱਚ ਪੜਾਉਣਾ ਚਾਹੁੰਦੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਤੋਂ ਪੜੋ, ਜਦੋਂ ਕਿ ਉਹਦੀ ਰਹਾਉ ਵਾਲੀ ਪੰਕਤੀ ਜਿਹੜੀ ਆ, ਮੇਰੇ ਮਨ ਏਕਸ ਸੋ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ, ਇਹਨੂੰ ਅਸੀਂ ਪੜ੍ਹਦੇ ਨਹੀਂ। ਵੀਰ ਜੀ ਤੁਹਾਡਾ ਬਹੁਤ ਧੰਨਵਾਦ। ਔਰ ਤੁਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਾਰਮਲ ਸਟੱਡੀ ਦੀ ਗੱਲ ਕੀਤੀ ਆ, ਬਿਲਕੁਲ ਇਹ ਹੋਣੀ ਚਾਹੀਦੀ ਆ। ਔਰ ਚੰਗੇ ਪ੍ਰਚਾਰਕ ਤਾਂ ਹੀ ਬਣਨਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਾਰਮਲ ਸਟੱਡੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪ ਪੜਾਂਗੇ, ਆਪ ਵਿਚਾਰਾਂਗੇ। ਭੈਣ ਬ੍ਰਹਮਲੀਨ ਕੌਰ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਿਲੇਬਸ ਦੀ ਗੱਲ, ਜਿਹੜਾ ਵੀ ਭੈਣ ਜੀ ਤੁਸੀਂ ਸਿਲੇਬਸ ਬਣਾਇਆ ਹੈ, ਜਿਹੜੀ ਗੱਲ ਤੁਸੀਂ ਇਹ ਦੱਸ ਕੇ ਗਏ ਹੋ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਗੁਰਦੁਆਰਿਆਂ ਦੇ ਵਿੱਚ ਕਿਸ ਤਰ੍ਹਾਂ ਪ੍ਰਚਾਰ ਹੋਣਾ ਚਾਹੀਦਾ ਹੈ, ਕਿ ਛੋਟੀਆਂ-ਛੋਟੀਆਂ ਪੰਕਤੀਆਂ ਲਿਖ ਕੇ ਗੁਰਬਾਣੀ ਦੀਆਂ ਉਹਨਾਂ ਨੂੰ ਅਸੀਂ ਗੁਰਦੁਆਰਿਆਂ ਦੇ ਵਿੱਚ ਲਗਾਈਏ, ਤਾਂ ਕਿ ਜਿੱਥੇ ਹੋਰ ਕੋਈ ਨਾ ਵੀ ਭਾਵੇਂ ਪੜ੍ਹੇ, ਪਰ ਉਹਨਾਂ ਛੋਟੀਆਂ-ਛੋਟੀਆਂ ਪੰਕਤੀਆਂ ਨੂੰ ਪੜ੍ਹ ਕੇ, ਉਹਨਾਂ ਦੇ ਅਰਥ ਪੜ੍ਹ ਕੇ ਅਸੀਂ ਗੁਰਬਾਣੀ ਦੇ ਨਾਲ ਜੁੜ ਸਕੀਏ। ਡਾਕਟਰ ਜਸਵੰਤ ਸਿੰਘ ਵੀਰ ਜੀ ਹਮੇਸ਼ਾ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਂਝ ਪਾਉਂਦੇ ਨੇ, ਭਾਵੇਂ ਘਰਾਂ ਦੇ ਵਿੱਚ ਬੱਚੇ ਹੋਣ, ਗੁਰਦੁਆਰਿਆਂ ਦੇ ਵਿੱਚ ਸੰਗਤ ਹੋਵੇ, ਜਾਂ ਅਸੀਂ ਸੋਸ਼ਲ ਮੀਡੀਆ ਤੇ ਬੈਠੇ ਹੋਈਏ। ਵੀਰ ਜੀ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ। ਵੀਰ ਜੀ ਦੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਕਿ ਘਰਾਂ ਦੇ ਵਿੱਚ ਅਸੀਂ ਕ੍ਰਾਈਟੇਰੀਆ ਜਿਹੜਾ ਵੱਖਰਾ ਬਣਾਇਆ ਹੁੰਦਾ, ਪੇਰੈਂਟਸ ਨੇ ਆਪਣੇ ਲਈ ਵੱਖਰਾ, ਬੱਚਿਆਂ ਲਈ ਵੱਖਰਾ। ਜੇ ਮਾਂ ਬੱਚੇ ਨੂੰ ਸਾਰੀ ਜ਼ਿੰਦਗੀ ਸਿਖਾਉਂਦੀ ਆ ਵੀ ਬੱਚੇ ਪੜ੍ਹ, ਮਾਨੋ ਕਿ ਟੇਕ ਬਿਰਥੀ ਸਭ ਜਾਣ, ਬੱਚੇ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਆ। ਪਰ ਜਦੋਂ ਕੋਈ ਸੋ ਕਾਲਡ ਬਾਬੇ ਆ ਜਾਂਦੇ ਆ ਤੇ ਫਿਰ ਮਾਵਾਂ ਕਹਿ ਦਿੰਦੀਆਂ ਇਹਨੂੰ ਮੱਥਾ ਟੇਕ, ਤੇ ਬੱਚਾ ਸੋਚਦਾ ਹੈ ਕਿ ਸਾਰੀ ਜ਼ਿੰਦਗੀ ਤਾਂ ਮੇਰੀ ਮਾਂ ਇਹ ਪੜ੍ਹਾਉਂਦੀ ਰਹੀ ਕਿ ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕੇ ਭਗਵਾਨ, ਤੇ ਅੱਜ ਮੈਨੂੰ ਕਹਿੰਦੀ ਪਈ ਆ ਵੀ ਇਹਦੇ ਅੱਗੇ ਮੱਥਾ ਟੇਕ। ਉੱਥੇ ਜਾ ਕੇ ਕਿਤੇ ਨਾ ਕਿਤੇ ਇਹ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਲਈ ਹੋਰ ਤੇ ਬੱਚਿਆਂ ਲਈ ਹੋਰ, ਜਦੋਂ ਅਸੀਂ ਗੁਰਬਾਣੀ ਦੀ ਸਹੀ ਗੱਲ ਜਿਹੜੀ ਆ ਉਹਨੂੰ ਫੋਲੋ ਨਹੀਂ ਕਰਦੇ। ਔਰ ਜਿਹੜੀ ਗੱਲ ਵੀਰ ਜੀ ਨੇ ਕਿਹਾ, ਜੇ ਸਿਰ ਤੇ ਪੱਗ ਵੱਜੀ ਹੈ ਤੇ ਉਸ ਪੱਗ ਦਾ ਸਤਿਕਾਰ, ਉਸ ਪੱਗ ਦਾ ਮਤਲਬ, ਉਹ ਸਾਰਾ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਇੱਕ ਚੱਲਦਾ ਫਿਰਦਾ ਇਸ ਤਰ੍ਹਾਂ ਦਾ ਕੈਰੈਕਟਰ ਹੋਵੇ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹ ਸਿੱਖ ਦਾ ਕੈਰੈਕਟਰ ਆ। ਪਾਲ ਜੀ ਵੀਰ ਜੀ ਨੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਔਰ JS ਅਰੋੜਾ ਵੀਰ ਜੀ ਨੇ ਵੀ ਇਹ ਗੱਲ ਕੀਤੀ ਕਿ ਗੁਰਬਾਣੀ ਦੇ ਪਾਵਨ ਉਪਦੇਸ਼ਾਂ ਨੂੰ ਅਸੀਂ ਕਿਸ ਤਰ੍ਹਾਂ ਸਮਝੀਏ, ਔਰ ਗੁਰਬਾਣੀ ਦੇ ਕੋਲੋਂ ਸੇਧ ਲੈ ਕੇ ਜਿਹੜੇ ਅੱਜ ਵਿਚਾਰ ਸਾਰਿਆਂ ਨੇ ਦਿੱਤੇ ਨੇ। ਵੀਰ ਜੀ ਦਾ ਕਹਿਣ ਦਾ ਭਾਵ ਸੀ ਕਿ ਸਭ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ। ਨਹੀਂ ਵੀਰ ਜੀ, ਆਪਣੇ ਆਪਣੇ ਵਿਚਾਰ ਸਾਡੇ ਕਿਸੇ ਦੇ ਕੁਝ ਨਹੀਂ ਹੈਗੇ,
ਵਿਚਾਰ ਸਾਰੇ ਉਹੀ ਆ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਿਕਲ ਕੇ ਸਾਹਮਣੇ ਆਉਂਦੇ ਆ। ਉਹੀ ਬੰਦਾ ਜਿਹੜਾ ਵਾ ਉਹੀ ਅਸੀਂ ਬੋਲ ਸਕਦੇ ਹਾਂ, ਨਹੀਂ ਤੇ ਕਿਸੇ ਦੀ ਕੋਈ ਪਾਇਆ ਨਹੀਂ ਕਿ ਕੋਈ ਜਾਣਾ ਕੁਝ ਵੀ ਬੋਲ ਸਕੇ। ਸੋ ਆਖਰ ਤੇ ਡਾਕਟਰ ਬਾਲਾ ਸੁੰਦਰਮ ਜੀ, ਮੈਨੂੰ ਲੱਗਦਾ ਹੈ ਕਿ ਸ਼ਾਇਦ ਸਿੱਖ ਵਿਜ਼ਡਮ ਤੋਂ ਇਹਨਾਂ ਵੀਰ ਜੀ ਨੇ ਸ਼ੁਰੂਆਤ ਕੀਤੀ ਸੀ ਔਰ ਅੱਜ ਇੱਥੋਂ ਤੱਕ ਵੀਰ ਜੀ ਪਹੁੰਚੇ ਨੇ। ਇੱਥੋਂ ਤੱਕ ਪਹੁੰਚ ਕੇ ਜਿੱਥੇ ਉਹ ਆਪ ਗੁਰਬਾਣੀ ਨੂੰ ਸਮਝ ਰਹੇ ਨੇ, ਗੁਰਬਾਣੀ ਸਮਝ ਕੇ ਉਹਦੇ ਉੱਪਰ ਚੱਲ ਰਹੇ ਨੇ ਔਰ ਨਾਲ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਗੁਰਬਾਣੀ ਦਾ ਮੈਸੇਜ ਹਰ ਜਗ੍ਹਾ ਤੇ ਪਹੁੰਚੇ। ਡਾਕਟਰ ਸਰਦਾਰ ਸਾਧੂ ਸਿੰਘ ਵੀਰ ਜੀ ਦਾ ਧੰਨਵਾਦ। ਇਹ ਹਮੇਸ਼ਾ ਹੀ ਮੈਂ ਜਦੋਂ ਵੀਰ ਜੀ ਨੂੰ ਦੇਖਦੀ ਹਾਂ ਤਾਂ ਮੈਨੂੰ ਇੰਝ ਲੱਗਦਾ ਕਿ ਬੜੀ ਇਹ ਰੰਗ ਰੱਤੀ ਰੂਹ ਨੇ, ਹਮੇਸ਼ਾ ਗੁਰਬਾਣੀ ਦੀ ਗੱਲ ਹੀ ਕਰਦੇ ਨੇ। ਕਈ ਰੂਹਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵੱਲ ਦੇਖ ਕੇ ਤੁਹਾਡਾ ਮਨ ਆਪਣੇ ਆਪ ਹੀ ਇਸ ਤਰ੍ਹਾਂ ਖੁਸ਼ ਹੋ ਜਾਂਦਾ ਹੈ। ਮੈਂ ਜਦੋਂ ਵੀ ਵੀਰ ਜੀ ਨੂੰ ਵੇਖਦੀ ਹਾਂ, ਜਿਸ ਫੋਰਮ ਤੇ ਵੀ ਦੇਖਦੀ ਹਾਂ, ਇਹ ਹਮੇਸ਼ਾ ਹੀ ਗੁਰਬਾਣੀ ਤੋਂ ਬਾਹਰ ਦੀ ਕਦੀ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਸੋ ਬਹੁਤ ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਇੰਨਾ ਕੀਮਤੀ ਸਮਾਂ ਦੇ ਕੇ ਇੱਥੇ ਆ ਕੇ ਇਹ ਵਿਚਾਰ ਰੱਖੇ ਨੇ। ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਵਿਚਾਰਾਂ ਨੂੰ ਅੱਗੇ ਲੈ ਕੇ ਚੱਲੀਏ, ਦੁਨੀਆ ਦੇ ਵਿੱਚ ਫੈਲਾਈਏ, ਆਪਣੇ ਬੱਚਿਆਂ ਦੇ ਵਿੱਚ ਫੈਲਾਈਏ। ਔਰ ਅਗਲੇ ਮਹੀਨੇ ਮੈਂ ਗੱਲ ਸਾਂਝੀ ਕਰਦੇ ਹਾਂ ਗਲੋਬਲ ਸਿੱਖ ਕੌਂਸਲ ਵੱਲੋਂ ਕਿ ਅਗਲੇ ਮਹੀਨੇ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਵੈਬੀਨਾਰ ਲੈ ਕੇ ਆ ਰਹੇ ਹਾਂ। ਸੋ ਡੇਟ ਤਾਂ ਲਈ ਫਿਕਸ ਨਹੀਂ ਕੀਤੀ, ਪਰ ਵੱਧ ਤੋਂ ਵੱਧ ਮੂਲ ਨਾਨਕਸ਼ਾਹੀ ਕੈਲੰਡਰ ਹਾਲੇ ਕਿੰਨੀ ਦੇਰ ਤੱਕ ਅਸੀਂ ਗੁਲਾਮ ਬਣੇ ਰਵਾਂਗੇ, ਕਿੰਨੀ ਦੇਰ ਤੱਕ ਸਾਨੂੰ ਤਰੀਕਾਂ ਜਿਹੜੀਆਂ ਦੂਜਿਆਂ ਕੋਲੋਂ ਪੁੱਛ ਕੇ ਸਾਨੂੰ ਗੁਰਪੁਰਬ ਮਨਾਉਣੇ ਪੈਣਗੇ। ਸੋ ਮੂਲ ਨਾਨਕਸ਼ਾਹੀ ਕੈਲੰਡਰ ਦੇ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ ਅਸੀਂ ਅਗਲੇ ਮਹੀਨੇ ਉਹ ਵੈਬੀਨਾਰ ਲੈ ਕੇ ਆ ਰਹੇ ਹਾਂ। ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ 'ਚ ਵੀ ਵੱਧ ਤੋਂ ਵੱਧ ਆਪਣਾ ਇਸ ਤਰ੍ਹਾਂ ਹਿੱਸਾ ਪਾਉਣਾ। ਔਰ ਸ਼ਾਮ ਦੇ ਟਾਈਮ ਜਿਹੜੇ ਬਾਹਰ ਵਾਲੇ ਮੇਰੇ ਵੀਰ ਭੈਣਾਂ ਬੈਠੇ ਨੇ ਉਹਨਾਂ ਲਈ ਤਾਂ ਸ਼ਾਇਦ ਅਗਲਾ ਦਿਨ ਕੱਲ ਦਾ ਹੋ ਜਾਏਗਾ, ਪਰ ਸ਼ਾਮ ਦੇ ਟਾਈਮ ਸਾਡਾ ਫਿਰ ਇੱਕ ਵੈਬੀਨਾਰ ਇਸੇ ਟੌਪਿਕ ਤੇ ਅਸੀਂ ਰੱਖਿਆ ਹੈ। ਜਿਹੜੇ ਵੀ ਵੀਰ ਭੈਣ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜ਼ਰੂਰ ਹੋਣਾ। ਇੰਡੀਆ ਦਾ ਟਾਈਮ ਸ਼ਾਮ ਦਾ 6:30 ਵਜੇ ਹੈ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਠੀਕ ਹੈ ਵੀਰ ਜੀ, ਆਪਾਂ ਫਤਿਹ ਨਾਲ ਸਾਂਝ ਪਾਉਂਦੇ। ਮੈਨੂੰ ਲੱਗਦਾ ਡਾਕਟਰ ਜਗਜੀਤ ਸਿੰਘ ਵੀਰ ਜੀ ਛੱਡ ਗਏ ਨੇ। ਸੋ ਸ਼ਾਮ ਦੇ ਟਾਈਮ ਆਪਾਂ ਫਿਰ ਸਾਰੇ ਜਾਣੇ ਮਿਲਦੇ ਹਾਂ। ਜਿਹੜੇ ਵੀ ਵੀਰ ਭੈਣਾਂ ਉਸ ਟਾਈਮ ਆ ਸਕਦੇ ਨੇ ਉਹ ਜ਼ਰੂਰ ਸ਼ਾਮ ਨੂੰ ਵੀ ਹਾਜ਼ਰੀ ਭਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਕੋਸਟ ਹੋ ਨਾ, ਤੇ ਤੁਸੀਂ ਫਿਰ ਬੰਦ ਕਰ ਦਿਓ। ਹਾਂਜੀ ਵੀਰ ਜੀ। ਹਾਂਜੀ।